स्वागत है पीटीसी न्यूज़ ਵਿੱਚ ਸਾਰੇ ਦਰਸ਼ਕਾਂ ਦਾ। ਮੈਂ ਹਰਪ੍ਰੀਤ ਸਿੰਘ ਖਾਸ ਪੇਸ਼ਕਸ਼ ਲੈ ਕੇ ਇੱਕ ਵਾਰ ਫਿਰ ਤੋਂ ਤੁਹਾਡੇ ਸਾਹਮਣੇ ਹਾਜ਼ਰ ਹਾਂ। ਹਾਲ ਦੇ ਵਿੱਚ ਮੰਦਭਾਗੀਆਂ ਘਟਨਾਵਾਂ ਹੋਈਆਂ ਜਿਸ ਦੇ ਵਿੱਚ ਗੁਰੂ ਸਾਹਿਬ ਦੀ ਬੇਦਬੀ ਦੀਆਂ ਘਟਨਾਵਾਂ ਸ਼ਾਮਲ ਨੇ, ਜਿਸ ਦੇ ਵਿੱਚ ਸਭ ਤੋਂ ਵੱਡੀ ਘਟਨਾ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਦੇ ਵਿੱਚ ਹੁੰਦੀ ਹੈ। ਉਹ ਜਿਹੀ ਘਟਨਾ ਕਪੂਰਥਲਾ ਦੇ ਵਿੱਚ ਹੁੰਦੀ ਹੈ ਜਿਸ ਦੇ ਵਿੱਚ ਦੋਵੇਂ ਹੀ ਮੁਲਜ਼ਮਾਂ ਨੂੰ मौके ते ही सजाए मौत दे दी जाती है, क्योंकि संगतां दे हिरदे वलूंदरे हुए ने। इस वक्त समय समय दी सरकारां ने बेदबियां के मसलियां ते इंसाफ नहीं दिता। शायद इसे करके संगतां दे विच रोस है, रोह है और कानून अपने हत्थां दे विच लैके सजाए मौत दे रहे हैं मुलजमां नूं। ये सब कुछ क्यों हो रहा है? कि इहदे पिछे कोई गिणी मिथी साजिश है या ये भी उन्हां ही बेदबी दी घटनावां दा एक हिस्सा है जिहड़ियां समय समय ते पंजाब दे विच हुंदियां रहियां ने? और श्रोमणी गुरुद्वारा प्रबंधक कमेटी नूं इस दे पिछे एक वड्डी साजिश क्यों नज़र आती है? श्रोमणी गुरुद्वारा प्रबंधक कमेटी ने समूह सिख जथेबंदियां नाल मीटिंग भी की और उस तो बाद कुछ मते भी पास होए ने। 4 मते भी इन्होंने पास किए ने। श्रोमणी गुरुद्वारा प्रबंधक कमेटी ने एक वक्री SIT बनाने की भी गल की है और यह भी कहा कि ये एक वड्डी साजिश का हिस्सा है जिस दे पुख्ता सबूत ने साडे कोल कि ये किवें साजिश का हिस्सा है। ये तमाम गल्लां करन दे लई साडे नाल खास मेहमान जुड़े हुए ने जिहड़े जिन्हां नाल गलबात करांगे। अगे तो अजिहा कुछ ना होवे इहदे लई की कुछ हो सकदा है। साडे नाल एडवोकेट हरजिंदर सिंह धामी साहब मौजूद ने, प्रधान ने श्रोमणी गुरुद्वारा प्रबंधक कमेटी के। धामी साहब, वाहिगुरू जी का खालसा वाहिगुरू जी की फतेह। सब तो पहला मैं सवाल तुहाडे तो ये पुछना चाहना कि ਜਿਹੜਾ ਖਦਸ਼ਾ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਪ੍ਰਗਟਾ ਰਹੀ ਹੈ ਕਿ ਤੁਹਾਨੂੰ ਇਹਦੇ ਪਿੱਛੇ ਇੱਕ ਵੱਡੀ ਸਾਜ਼ਿਸ਼ ਨਜ਼ਰ ਆ ਰਹੀ ਹੈ, ਤੁਹਾਡੇ ਕੋਲ ਕਿਹੜੀ ਅਜਿਹੇ ਪ੍ਰੂਫ ਨੇ ਜਾਂ ਕਿਹੜੀ ਅਜਿਹੀ ਗੱਲ ਹੈ ਜਿਸ ਤੋਂ ਬਾਅਦ ਤੁਹਾਨੂੰ ਲੱਗਦਾ ਕਿ ਇਹਦੇ ਪਿੱਛੇ ਕੋਈ ਵੱਡੀ ਸਾਜ਼ਿਸ਼ ਹੈ? ਮੈਂ ਸਮੁੱਚੇ ਸੁਣਨ ਵਾਲਿਆਂ ਦੇ ਇੱਕ ਬਿਲਕੁਲ ਕਲੀਅਰ ਕਰਨੀ ਚਾਹੁੰਦਾ ਹਾਂ ਜੀ ਕਿ ਇਹ ਲੰਮਾ ਸਮਾਂ ਹੋ ਗਿਆ, ਇਹ ਸਾਰੀਆਂ ਵਾਰਦਾਤਾਂ ਚੱਲ ਰਹੀਆਂ ਪੰਜਾਬ ਦੇ ਵਿੱਚ ਨਿਰੰਤਰ ਹੀ। ਪਰ ਸਾਡੇ ਸਭ ਤੋਂ ਵੱਡੀ ਵਾਰਦਾਤ ਪਹਿਲਾਂ ਤਖਤ ਸ੍ਰੀ ਕੇਸਗੜ੍ਹ ਸਾਹਿਬ ਵਿਖੇ 3 ਮਹੀਨੇ ਹੋ ਗਏ ਪਹਿਲਾਂ ਵਾਪਰੀ, ਜਿੱਥੇ ਇੱਕ ਪੰਥ ਦੋਖੀ ਨੇ ਅੰਦਰ ਸਿਗਰਟ ਸਲਗਾ ਕੇ ਜਿਹੜੇ ਗੁਰੂ ਸਾਹਿਬ ਜੀ ਦੇ ਪ੍ਰਕਾਸ਼ਮਾਨ ਹੋ ਰਹੇ ਸੀ ਉੱਥੇ ਕਾਰਾ ਕੀਤਾ। ਉਹ ਮੌਕੇ ਤੇ ਫੜਿਆ ਗਿਆ। ਮੈਂ ਉਦੋਂ ਮੁੱਖ ਸਕੱਤਰ ਸੀ, ਅਸੀਂ ਉੱਥੇ ਸਾਰੇ ਗਏ, ਜਾ ਕੇ ਪੁਲਿਸ ਦਾ ਡੈਪੂਟੇਸ਼ਨ ਵੀ ਮਿਲਿਆ ਸਾਰਿਆਂ ਨੂੰ, ਪਰ ਉੱਥੇ ਵੀ ਸਾਨੂੰ ਕੋਈ ਵੀ ਅੱਜ ਤੱਕ ਇਨਸਾਫ ਨਹੀਂ ਮਿਲਿਆ। ਉਹਦੇ ਵਿੱਚ ਹਾਲਾਂ ਕੁਛ ਸਾਨੂੰ ਕਲਿਊ ਮਿਲੇ ਵੀ ਸੀਗੇ, ਪਰ ਮੈਂ ਆਪ ਉੱਥੇ ਗਿਆ, SSP ਸਾਹਿਬ ਕਹਿਣ ਲੱਗੇ ਵੀ ਜੀ ਇਹ ਮੈਂਟਲੀ ਸਿੱਖ ਆ। ਤੇ ਮੈਂ ਉਦੋਂ ਵੀ ਸਵਾਲ ਕੀਤਾ ਸੀ ਵੀ ਮੈਂਟਲੀ ਸਿੱਖ ਹੋਵੇ ਤਾਂ ਫਿਰ ਕਿਸੇ ਹੋਰ ਥਾਂ ਤੇ ਵੀ ਜਾ ਸਕਦਾ, ਧਾਰਮਿਕ ਸਥਾਨ ਤੇ, ਗੁਰੂ ਘਰਾਂ ਨੂੰ ਕਿਉਂ ਆਉਂਦੇ ਆ? ਉਸ ਤੋਂ ਬਾਅਦ 4 ਦਿਨ 5 ਦਿਨ ਪਹਿਲਾਂ ਸਾਡੇ ਇੱਥੇ ਸੱਚਖੰਡ ਸ੍ਰੀ ਦਰਬਾਰ ਸਾਹਿਬ ਦੇ ਵਿੱਚ ਇੱਕ ਬੰਦੇ ਨੇ ਸਰੋਵਰ ਦੇ ਵਿੱਚ ਗੁਟਕਾ ਸਾਹਿਬ ਦੀ ਬੇਅਦਬੀ ਕਰਕੇ ਗੁਟਕਾ ਸਾਹਿਬ ਸਿੱਟ ਦਿੱਤਾ। ਤੇ ਤਦ ਵੀ ਮੈਂ ਆਪਣੇ ਆਪਣੇ ਪਰਿਵਾਰ ਵਿਛੋੜੇ ਇੱਥੇ ਨੂੰ ਮੈਂ ਤੁਰੰਤ ਆਇਆ ਵਾਪਸ ਜੀ। ਫਿਰ ਅਸੀਂ ਉਹਨੂੰ ਬੜੀ ਪੁੱਛਗਿੱਛ ਕੀਤੀ ਪਰ ਉਹ ਕੁਛ ਨਾ ਬੋਲਿਆ। ਸ਼ਾਮ ਨੂੰ ਅਸੀਂ ਪੁਲਿਸ ਦੇ ਸਪੁਰਦ ਕਰਨ ਲਈ ਉਹਨੂੰ ਪੁਲਿਸ ਨੂੰ ਜਿਹੜੇ ਕਿਹਾ ਤੇ ਪੁਲਿਸ ਕਹਿੰਦੇ ਜੀ ਅਸੀਂ ਲੈ ਕੇ ਨਹੀਂ ਜਾਣਾ। ਫਿਰ ਇੱਥੋਂ ਸਾਡੇ ਗੁਰਿੰਦਰ ਸਿੰਘ ਮੈਨੇਜਰ ਸੱਚਖੰਡ ਸ੍ਰੀ ਦਰਬਾਰ ਸਾਹਿਬ ਦੇ, ਉਹ ਇਹਨੂੰ ਉੱਥੋਂ ਲੱਦ ਕੇ ਲੈ ਕੇ ਇਹਨੂੰ ਜਾ ਕੇ ਕਤਵਾਲੀ ਥਾਣੇ ਦੇ ਮੋਹਰੇ ਜਾ ਕੇ ਗੱਡੀ ਲਾਈ। 20-25 ਬੰਦੇ ਸੀ ਵੀ ਅਸੀਂ ਤਾਂ ਹੁਣ ਇੱਥੇ ਕਰਨਾ, ਤੁਸੀਂ ਐਕਸ਼ਨ ਨਹੀਂ ਕਰਨਾ, ਫਿਰ ਲੋਕ ਐਕਸ਼ਨ ਕਰ ਦੇਣਗੇ। ਤੇ ਉਹ ਬੜੇ ਜ਼ੋਰ ਦੇ ਨਾਲ ਅਸੀਂ ਉੱਥੇ ਉਹਨੂੰ ਉਦੋਂ ਉਹ ਪਰਚਾ ਦਰਜ ਕਰਵਾਇਆ, ਪਰ ਉਹ ਪਰਚਾ ਦਰਜ ਕਰਨ ਦਾ ਸਾਨੂੰ ਕੋਈ ਫਾਇਦਾ ਨਹੀਂ ਹੋਇਆ। ਇਹਨੇ ਨਾ ਕੋਈ ਰਿਮਾਂਡ ਲਿਆ, ਸਟੇਟ ਵੇ ਉਹਨੂੰ ਜੁਡੀਸ਼ੀਅਲ ਕਸਟਡੀ ਦੇ ਵਿੱਚ ਭੇਜ ਦਿੱਤਾ। ਤੇ ਜਿਹੜੀ ਇਹ ਪਰਸੋਂ ਇੱਥੇ ਇਨਸੀਡੈਂਟ ਵੱਡੀ ਵਰਤੀ ਆ ਜੀ, ਉਹਨੇ ਫਿਰ ਸਿਰਾ ਹੀ ਲਾਤਾ। ਤੇ ਲੋਕ ਜਿਹੜੇ ਆ ਉਹ ਬੜੇ ਲੰਬੇ ਅਰਸੇ ਦੇ ਇਸ ਗੱਲ ਤੇ ਦੇਖ ਰਹੇ ਵੀ ਬੇਅਦਬੀਆਂ ਦੇ ਮਾਮਲਿਆਂ ਦੇ ਵਿੱਚ ਕੋਈ ਸਾਨੂੰ ਇਨਸਾਫ ਮਿਲਦਾ, ਪਰ ਅੱਜ ਤੱਕ ਕੋਈ ਇਨਸਾਫ ਨਹੀਂ ਮਿਲਿਆ। ਫਿਰ ਜਿਹੜੇ ਇਨਸਾਫ ਨਾ ਮਿਲੇ ਫਿਰ ਲੋਕ ਆਪਣੀ ਕਚਹਿਰੀ ਦੇ ਵਿੱਚ ਆਪ ਕਰ ਲੈਂਦੇ ਆ। ਪਰ ਇਸ ਬੰਦੇ ਨੇ ਜਿਹੜੀ ਇੱਥੇ ਘਟਨਾ ਕੀਤੀ, ਉਹ ਘਟਨਾ ਨੂੰ ਕਿਸੇ ਵੀ ਸਿੱਖ ਹਿਰਦੇ ਨੇ ਬਰਦਾਸ਼ਤ ਨਹੀਂ ਸੀ ਕਰਨਾ। ਉਹ ਮੱਲੋ ਜੋਰੀ, ਕਿਉਂਕਿ ਹਰ ਇੱਕ ਦਾ ਜਿਹੜਾ ਵੀ ਉੱਥੇ ਪ੍ਰੈਜ਼ੈਂਟ ਸੀਗਾ ਉਹਨੇ ਸਾਰਿਆਂ ਨੇ ਉਹ ਦੇਖਿਆ ਤੇ ਲੋਕਾਂ ਦੇ ਜਜ਼ਬਾਤ ਜਿਹੜੇ ਭੜਕ ਗਏ। ਸਰਕਾਰ ਤੋਂ ਲੋਕਾਂ ਨੂੰ ਆਸ ਕੋਈ ਨਹੀਂ ਸੀ, ਪੁਲਿਸ ਤੋਂ ਲੋਕਾਂ ਨੂੰ ਆਸ ਕੋਈ ਨਹੀਂ ਸੀ, ਇਸ ਕਰਕੇ ਉਹਨੂੰ ਫਿਰ ਲੋਕਾਂ ਨੇ ਜਿਹੜੇ ਆਪਣੀ ਕਚਹਿਰੀ ਦੇ ਵਿੱਚ ਦੋ ਸਵਾਲ ਨੇ ਮੇਰੇ ਪ੍ਰਧਾਨ ਸਾਹਿਬ, 2 ਸਵਾਲ ਨੇ ਮੇਰੇ। ਇੱਕ ਪਹਿਲਾ ਸਵਾਲ ਇਹ ਹੈ ਕਿ ਬੜੇ ਸਾਰੇ ਲੋਕ ਤਾਂ ਇਸ ਗੱਲ ਦੀ ਹਾਮੀ ਭਰਦੇ ਨੇ ਕਿ ਜੋ ਹੋਇਆ ਠੀਕ ਹੋਇਆ, ਜੋ ਮੁਲਜ਼ਮ ਨਾਲ ਕੀਤਾ ਗਿਆ ਠੀਕ ਹੋਇਆ, ਪਰ ਨਾਲ ਹੀ ਇਹ ਵੀ ਕਹਿੰਦੇ ਨੇ ਕਿ ਇਹਦੇ ਹੋਣ ਦੇ ਨਾਲ सबूत खत्म हो गए, मंशा खत्म हो गई, साजिश किस दी सी, किवें घड़ी गई सी, वो खत्म कर दी श्रोमणी गुरुद्वारा प्रबंधक कमेटी ने। नहीं तो पता लग जाना सीगा कि ये सब कुछ हो क्यों रहा है, इहदे पिछे कौन ने, वो साजिश करता कौन है, ਉਹਦਾ ਖੁਰਾ ਖੋਜ ਖਤਮ ਕਰ ਦਿੱਤਾ ਉਸਦੀ ਮੌਤ ਨੇ। ਦੂਜੀ ਘਟਨਾ ਜਿਹੜੀ ਕਪੂਰਥਲਾ ਦੀ ਹੋਈ ਹੈ ਉਸ ਦੇ ਵਿੱਚ ਪੁਲਿਸ ਇਹ ਕਹਿੰਦੀ ਹੈ ਕਿ ਬੇਦਬੀ ਦੀ ਘਟਨਾ ਨਾ ਹੋ ਕੇ ਸਿਰਫ ਇੱਕ ਚੋਰੀ ਦੀ ਘਟਨਾ ਸੀ।
ਚੋਰੀ ਨੂੰ ਅੰਜਾਮ ਦੇਣ ਉਹ ਸ਼ਖਸ ਆਇਆ ਸੀ ਜਿਸ ਨੂੰ ਬੇਅਦਬੀ ਦਾ ਨਾਮ ਦੇ ਕੇ ਉਸ ਦਾ ਕਤਲ ਕਰ ਦਿੱਤਾ ਗਿਆ ਔਰ ਪਰਚੇ ਵੀ ਦਰਜ ਹੋਏ ਨੇ। ਦੇਖੋ ਜਿਹੜੀ ਪਹਿਲੀ ਘਟਨਾ ਇੱਥੇ ਜਿਹੜੀ ਸੱਚਖੰਡ ਦੇ ਵਿੱਚ ਵਾਪਰੀ ਆ, ਉਹ ਘਟਨਾ ਦੇ ਵਿੱਚ ਕਿਉਂਕਿ ਲੋਕਾਂ ਦੇ ਉਸੇ ਵਿੱਚ ਬਹੁਤ ਵੱਡਾ ਵਿਰੋਧ ਸੀ, ਬਹੁਤ ਵੱਡਾ ਗੁੱਸਾ ਸੀਗਾ ਔਰ ਜਿਹੜੀ ਇਹ ਗੱਲ ਕਹਿੰਦੇ ਆ ਵੀ ਇਹਨਾਂ ਨੂੰ ਇਨਸਾਫ ਮਿਲ ਜਾਣਾ ਸੀਗਾ। ਹੁਣ ਮੈਂ ਇਹ ਤੁਹਾਡੇ ਮੀਡੀਅਮ ਰਾਹੀਂ ਮੈਂ ਗੱਲ ਕਰਦਾ ਕਿ ਜਿਹੜੀ 5 ਦਿਨ ਪਹਿਲਾਂ ਘਟਨਾ ਵਾਪਰੀ ਆ ਜਿਹਦੇ ਵਿੱਚ ਗੁਟਕਾ ਸਾਹਿਬ ਦੀ ਬੇਅਦਬੀ ਕੀਤੀ, ਉਹਦੇ ਵਿੱਚ ਕੋਈ ਇਨਸਾਫ ਨਹੀਂ। ਉਹ ਤੋਂ ਪਹਿਲਾਂ ਤਖਤ ਕੇਸਗੜ੍ਹ ਦੀ ਜਿਹੜੀ ਧਰਤੀ ਤੇ ਹੋਇਆ ਉਹਦਾ ਕੋਈ ਇਨਸਾਫ ਨਹੀਂ। ਹੋਰ ਵੀ ਇਤਿਹਾਸਕ ਥਾਂ ਤੇ ਬਹੁਤ ਥਾਂ ਤੇ ਬੇਅਦਬੀਆਂ ਹੋਈਆਂ, ਕਿਸੇ ਵੀ ਬੇਅਦਬੀ ਦਾ ਸਾਨੂੰ ਕੋਈ ਉੱਤਰ ਨਹੀਂ ਮਿਲਿਆ। ਤੇ ਹੁਣ ਜਿਹੜਾ ਕਿਉਂਕਿ ਇੱਥੇ ਤਾਂ ਬੇਬਸੀ ਸੀ, ਕਿਉਂਕਿ ਲੋਕਾਂ ਦੇ ਸਾਹਮਣੇ ਉਸੇ ਵੇਲੇ ਹਜ਼ਾਰਾਂ ਲੋਕ ਇੱਥੇ ਇਕੱਠੇ ਹੋ ਗਏ ਔਰ ਵੋਟੀ ਲੋਕਾਂ ਨੇ ਖਿਲਾਰ ਦੇਣੀ ਸੀ, ਸਾਡੇ ਵੀ ਤਾਂ ਵਿੱਚੇ ਉਹਨਾਂ ਦੀ। ਇਹ ਜਿਹੜਾ ਕਿਉਂਕਿ ਸੈਂਸਿਟਿਵ ਮਸਲਾ ਆ, ਸਿੱਖ ਗੁਰੂ ਸਾਹਿਬ ਦੇ ਆਦਬ ਤੇ ਸਤਿਕਾਰ ਦੀ ਗੱਲ ਆ, ਤੇ ਜੇ ਗੁਰੂ ਦਾ ਆਦਬ ਸਤਿਕਾਰ ਕਰਨ ਵਾਲਿਆਂ ਨੂੰ ਆਪਾਂ ਫਿਰ ਇਨਸਾਫ ਹੀ ਨਾ ਦੇਵਾਂਗੇ ਫਿਰ ਲੋਕਾਂ ਨੇ ਐਵੇਂ ਕਰਨੀ ਆ। ਜਿਹੜੀ ਦੂਜੀ ਗੱਲ ਹੁਣ ਕਪੂਰਥਲੇ ਦੀ ਕਰ ਰਹੇ ਆ ਜੀ, ਮੈਨੂੰ ਜੋ ਅੱਜ ਰਿਪੋਰਟ ਸਾਰੀ ਮਿਲੀ ਆ ਉਹ ਸਾਰਾ ਕੁਝ ਪੁਲਿਸ ਦੀ ਹਾਜ਼ਰੀ ਵਿੱਚ ਹੋਇਆ ਔਰ ਪੁਲਿਸ ਦੇ 5 ਮੁਲਾਜ਼ਮ ਉੱਥੇ ਹਾਜ਼ਰ ਸੀ। ਤੇ ਜੇ ਮੁਲਾਜ਼ਮਾਂ ਦੀ ਹਾਜ਼ਰੀ 'ਚ ਸਾਰਾ ਹੋਇਆ ਤੇ ਫਿਰ ਪੁਲਿਸ ਤੇ ਵੀ ਪਰਚਾ ਦਰਜ ਹੋਣਾ ਚਾਹੀਦਾ, ਕਿਉਂਕਿ ਇਹ ਤਾਂ ਫਿਰ ਲੋਕਾਂ ਨੂੰ ਜਿਹੜੇ ਇਨਸਾਫ ਨਹੀਂ ਮਿਲੂਗਾ, ਪੁਲਿਸ ਉੱਥੇ ਮੌਕੇ ਤੇ ਮੌਜੂਦ ਆ ਤੇ ਫਿਰ ਪੁਲਿਸ ਉੱਥੇ ਬੈਠੀ ਕੀ ਕਰਦੀ ਸੀ। ਸੋ ਮੇਰਾ ਕਹਿਣ ਦਾ ਭਾਵ ਕਿ ਜਿਹੜੀ ਅੰਮ੍ਰਿਤਸਰ ਸਾਹਿਬ ਦੀ ਜਿਹੜੀ ਆ, ਕਿਉਂਕਿ ਇਹ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਇਹ ਲੋਕਾਂ ਦਾ ਮੱਕਾ ਮਦੀਨਾ ਸਿੱਖ ਧਰਮ ਦਾ, ਇੱਥੇ ਹਰ ਇੱਕ ਬੰਦੇ ਦੀ ਬੜੀ ਵੱਡੀ ਆਸਥਾ ਆ। ਪੰਜਾਬ ਦੇ ਲੋਕਾਂ ਨਾਲੋਂ ਦੇਸ਼ ਵਿਦੇਸ਼ ਦੇ ਲੋਕ ਜਿਹੜੇ ਹਿੰਦੂ ਧਰਮ ਨਾਲ ਸੰਬੰਧਿਤ ਆ ਉਹ ਵੀ ਬਹੁਤ ਵੱਧ ਆਉਂਦੇ। ਤੇ ਮੈਂ ਇਹ ਵੀ ਕਹਿਣਾ ਚਾਹੁੰਦਾ ਵੀ ਕੱਲ ਦਾ ਇੱਕ ਨਵਾਂ ਕੰਮ ਹੀ ਨਹੀਂ ਚਲਾਤਾ ਵੀ ਲੋਕਾਂ ਦੇ ਵਿੱਚ ਦਹਿਸ਼ਤ ਪਾਉਣੀ, ਇਹੋ ਇਹਦੇ ਪਿੱਛੇ ਮੋੜ ਆ ਇਹਨਾਂ ਦਾ। ਮੋਡਸ ਆਪਰੈਂਟੀ ਵੀ ਇਹੋ ਹੀ ਆ ਵੀ ਫਿਰਕਿਆਂ ਨੂੰ ਵੰਡੀਏ ਤੇ ਜਿਹੜੀ ਇਹ ਪੰਜਾਬ ਦੇ ਵਿੱਚ ਲੰਮੇ ਸਮੇਂ ਦੀ ਸ਼ਾਂਤੀ ਜਿਹੜੀ ਬਰਕਰਾਰ ਹੋਈ ਲੰਮੇ ਸਮੇਂ ਤੋਂ ਬਾਅਦ, ਉਹਨੂੰ ਮੁੜ ਕੇ ਭੰਗ ਕਰਕੇ ਤੇ ਆਪਣੀਆਂ ਸਿਆਸੀ ਰੋਟੀਆਂ ਸੇਕੀਏ। ਪਰ ਮੈਂ ਕਹਿਣਾ ਚਾਹੁੰਦਾ, ਚਲੋ ਮੈਂ ਇਹੀ ਗੱਲ ਅੱਗੇ ਵਧਾ ਰਿਹਾ ਤਾਮੀ ਸਾਹਿਬ, ਮੈਂ ਇਹੀ ਗੱਲ ਅੱਗੇ ਵਧਾ ਰਿਹਾ। ਅੱਜ ਪੂਰੇ ਹਿੰਦੂ ਭਾਈਚਾਰੇ ਨੂੰ ਇਹ ਦਿਖਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਕਿ ਜਿਹੜਾ ਸਿਰੋਂ ਮੋਨਾ ਹੋਏਗਾ, ਜਿਹਦੇ ਦਸਤਾਰ ਨਹੀਂ ਸਜਾਈ ਹੋਏਗੀ, ਉਹ ਜਦੋਂ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਜਾਏਗਾ ਉਹਨੂੰ ਸ਼ੱਕ ਦੀ ਨਿਗਾਹ ਨਾਲ ਦੇਖਿਆ ਜਾਏਗਾ, ਉਹ ਸੁਰੱਖਿਅਤ ਨਹੀਂ ਹੈ, ਉਹਦੇ ਨਾਲ ਵੀ ਇਹ ਸਭ ਕੁਝ ਹੋ ਸਕਦਾ ਜੋ ਉਹਦੇ ਨਾਲ ਹੋਇਆ। ਇਹ ਇੱਕ ਡਰ ਦੀ ਭਾਵਨਾ ਪੈਦਾ ਕੀਤੀ ਜਾ ਰਹੀ ਹੈ। ਸਿੱਖ ਤੇ ਹਿੰਦੂ ਭਾਈਚਾਰੇ ਦੀ ਭਾਈਚਾਰਕ ਸਾਂਝ ਹੈ ਜਿਹੜੀ, ਉਸ ਨੂੰ ਤੋੜਨ ਦੀ ਕੋਸ਼ਿਸ਼ ਹੈ। ਇਹ ਸਾਰੀਆਂ ਚੀਜ਼ਾਂ ਨੂੰ SGPC ਕਿਵੇਂ ਦੂਰ ਕਰੇਗੀ, ਕਿਵੇਂ ਗੈਰ ਸਿੱਖਾਂ ਨੂੰ ਇਹ ਭਰੋਸੇ 'ਚ ਲਏਗੀ ਕਿ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਚੌਵਰਨਾਕਾ ਸਾਂਝਾ ਹੈ, ਜਿਵੇਂ ਮਰਜ਼ੀ ਆਓ, ਪਹਿਲਾਂ ਜਿਵੇਂ ਆਉਂਦੇ ਸੀ ਉਵੇਂ ਹੀ ਆਓ, ਇਦਾਂ ਦੀ ਕੋਈ ਗੱਲ ਨਹੀਂ ਹੈ। ਦੇਖੋ ਅਸੀਂ ਇੱਥੇ, ਤੁਸੀਂ ਅੱਜ ਵੀ ਦੇਖ ਲਓ, ਮੇਰਾ ਖਿਆਲ ਉਹਨੇ ਸਿੱਖ ਨੇ ਜਿੰਨੇ ਇੱਥੇ ਹਿੰਦੂ ਆਉਂਦੇ ਆ। ਮੈਂ ਇਹਨਾਂ ਨੂੰ ਕਹਿਣਾ ਚਾਹੁੰਦਾ ਇੱਥੇ ਕੋਈ ਐਵੇਂ ਦੀ ਗੱਲ ਨਹੀਂ। ਇਹ ਸਿਰਫ ਇਹ ਜਿਹੜੇ ਰਾਜਨੀਤਿਕ ਰੋਟੀਆਂ ਸੇਕਣੀਆਂ, ਉਹ ਨਫ਼ਰਤ ਦੀ ਜਿਹੜੀ ਇੱਕ ਅੱਗ ਵਧਾ ਰਹੇ ਆ। ਇੱਥੇ ਕੋਈ ਗੱਲ ਨਹੀਂ, ਗੁਰੂ ਘਰ ਜਿਹੜਾ ਸਾਰਿਆਂ ਵਾਸਤੇ ਖੁੱਲਾ। ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਹਰ ਇੱਕ ਸੈਕਟਰ ਦਾ, ਚਾਹੇ ਉਹ ਹਿੰਦੂ ਧਰਮ ਨਾਲ ਆ, ਚਾਹੇ ਮੁਸਲਿਮ ਧਰਮ ਨਾਲ, ਚਾਹੇ ਕੋਈ ਜੈਨੀ ਬੋਧੀ, ਸਾਰਿਆਂ ਨੂੰ ਇੱਥੇ ਨਾਮਸਕਾਰ ਕਰਨ ਦਾ ਪੂਰਾ ਅਧਿਕਾਰ ਆ। ਕਿਸੇ ਮੋਨੇ ਬੰਦੇ ਨੂੰ ਨਫ਼ਰਤ ਨਾਲ ਨਹੀਂ ਦੇਖਿਆ ਜਾ ਰਿਹਾ, ਨਾ ਕਿਸੇ ਨਫ਼ਰਤ ਬੰਦੇ ਆਪਣੇ ਮੋਨੇ ਬੰਦੇ ਨਾਲ ਕੋਈ ਐਵੇਂ ਦਾ ਵਤੀਰਾ ਕੀਤਾ ਜਾ ਰਿਹਾ। ਇਹ ਸਭ ਜਿਹੜੇ ਪਹਿਲਾਂ ਲੋਕਾਂ 'ਚ ਵੰਡੀਆਂ ਪਾਉਂਦੇ ਸੀ ਤੇ ਆਪਣੀ ਰਾਜ ਸੱਤਾ ਕਾਇਮ ਕਰਦੇ ਸੀ, ਇਹ ਉਹਨਾਂ ਦੀ ਇੱਕ ਸੋਚੀ ਸਾਂਝੀ ਸਾਜ਼ਿਸ਼ ਆ। ਬਿਲਕੁਲ ਇਹ 100% ਗਲਤ ਆ। ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਸਾਰਿਆਂ ਦੀ ਸੁਰੱਖਿਆ ਲਈ ਵਿਵਸਥਾ, ਅਸੀਂ ਉਹਨਾਂ ਦੇ ਜ਼ਿੰਮੇਵਾਰ ਆ। ਸੱਚਖੰਡ ਦੇ ਵਿੱਚ ਆਉਂਦੇ ਆ, ਜੇ ਕੋਈ ਕਿਸੇ ਨੂੰ ਕੋਈ ਇਦਾਂ ਦਾ ਹੈਗਾ ਉਹ ਆ ਕੇ ਇੱਥੇ ਦੇਖ ਸਕਦਾ। ਅਸੀਂ ਬਿਲਕੁਲ ਸਾਰੇ ਸੈਕਟਰ ਨੂੰ ਵੈਲਕਮ ਕਰਦੇ ਆ ਔਰ ਸਾਡਾ ਜਿੰਨਾ ਸਟਾਫ ਆ ਉਹ ਇਹਨਾਂ ਗੱਲਾਂ ਤੇ ਨਿਗਾਹ ਰੱਖ ਰਿਹਾ ਵੀ ਕੋਈ ਐਵੇਂ ਦੀ ਗੱਲ ਤਾਂ ਨਹੀਂ। ਸੇ ਸਾਰੇ ਜਿੰਨੇ ਵੀ ਆ ਇੱਥੇ ਵੱਧ ਚੜ ਕੇ ਆਉਣ। ਜਿਵੇਂ ਸੱਚਖੰਡ ਦੇ ਵਿੱਚ ਪਹਿਲਾਂ ਪ੍ਰਬੰਧ ਚੱਲਦਾ ਸੀ, ਇਹ ਇਹਨਾਂ ਨੇ ਉਸ ਪ੍ਰਬੰਧ ਦੇ ਵਿੱਚ ਇੱਕ ਅੱਗ ਲਾਉਣ ਦੀ ਕੋਸ਼ਿਸ਼ ਕੀਤੀ ਆ ਤੇ ਇਹਨਾਂ ਦਾ ਜਿਹੜਾ ਉਹ ਆਬਜੈਕਟ ਪੂਰਾ ਨਹੀਂ ਹੋ ਸਕਿਆ, ਕਿਉਂਕਿ ਉੱਥੇ ਬੇਅਦਬੀ ਦੀ ਘਟਨਾ ਨੂੰ ਆਪਣਾ ਅੰਜਾਮ ਨਹੀਂ ਦੇ ਸਕਿਆ ਜੋ ਦੇਣਾ ਚਾਹੁੰਦਾ ਸੀ। ਤੇ ਇਹਨਾਂ ਨੇ ਹੁਣ ਦੂਜੇ ਪਾਸੇ ਨੂੰ ਗੱਲ ਛੇੜ ਦਿੱਤੀ ਆ ਤਾਂ ਕਿ ਲੋਕਾਂ ਦੇ ਵਿੱਚ ਵੰਡੀਆਂ ਪਾਈਆਂ ਜਾਣ। ਮੈਂ ਨਿਮਰਤਾ ਸਹਿਤ ਸਮੁੱਚੇ ਭਾਈਚਾਰੇ ਨੂੰ, ਇਸ ਭਾਰਤ ਵਰਸ਼ ਦਿਆਂ ਨੂੰ ਵੀ, ਵਿਦੇਸ਼ ਦਿਆਂ ਨੂੰ ਵੀ ਬੇਨਤੀ ਕਰਦਾ, ਤੁਹਾਡੀ ਸੁਰੱਖਿਆ ਦੀ ਜ਼ਿੰਮੇਵਾਰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਆ। ਕਿਸੇ ਦਾ ਬਾਲ ਵਿੰਗਾ ਨਹੀਂ ਹੁੰਦਾ। ਨਿਰਭੈਤਾ ਦੇ ਨਾਲ ਆਓ, ਨਿਰਭੈਤਾ ਦੇ ਨਾਲ ਆ ਕੇ ਗੁਰਬਾਣੀ ਗਾਇਨ ਕਰੋ, ਨਿਰਭੈਤਾ ਨਾਲ ਆ ਕੇ ਲੰਗਰ ਛਕੋ, ਨਿਰਭੈਤਾ ਦੇ ਨਾਲ ਆ ਕੇ ਇੱਥੇ ਜਿਹੜੀਆਂ ਤੁਹਾਡੀਆਂ ਸਰਾਵਾਂ
ਉੱਥੇ ਸੇਵਾ ਵੀ ਕਰੋ, ਜੋੜਿਆਂ ਦੀ ਸੇਵਾ ਕਰੋ, ਭਾਂਡੇ ਮਾਂਜੋ, ਰਹੋ ਵੀ। ਠੀਕ ਹੈ ਪ੍ਰਧਾਨ ਸਾਹਿਬ, ਇਹਦੇ ਪ੍ਰਧਾਨ ਵਿੱਚ ਸਾਹਿਬ ਕੋਈ ਦੋ ਸਵਾਲਾਂ ਦਾ ਹੋਰ ਜਵਾਬ ਦੇ ਦਿਓ। ਕੋਈ ਗੱਲ ਨਹੀਂ, ਦੋ ਸਵਾਲਾਂ ਦਾ ਮੈਂ ਤੁਹਾਡੀ ਪ੍ਰੈਸ ਕਾਨਫਰੰਸ ਸੁਣ ਰਿਹਾ ਸੀਗਾ। ਇੱਕ ਤਾਂ ਤੁਸੀਂ ਆਪਣੀ SIT ਬਣਾਉਣ ਦੀ ਗੱਲ ਕੀਤੀ ਹੈ, ਤੁਹਾਨੂੰ ਕਿਉਂ ਪੁਲਿਸ ਦੀ ਜਾਂ ਸਰਕਾਰ ਦੀ ਬਣਾਈ SIT ਤੇ ਇਤਬਾਰ ਨਹੀਂ, ਪਹਿਲਾ ਸਵਾਲ। ਦੂਜਾ ਸਵਾਲ ਇਹ ਹੈ ਕਿ ਤੁਸੀਂ ਇਹ ਵੀ ਕਿਹਾ ਕਿ ਇਦਾਂ ਲੱਗਦਾ ਸੀਗਾ ਕਿ ਕੋਈ ਕਮਾਂਡੋ ਟ੍ਰੇਨਿੰਗ ਹੈ ਉਸ ਬੰਦੇ ਦੀ, ਬੜੀ ਵਾਰ ਉਹਨੇ ਕੋਸ਼ਿਸ਼ ਕੀਤੀ ਅੰਦਰ ਜਾਣ ਦੀ, ਤੁਹਾਡੀ ਟਾਸਕ ਫੋਰਸ ਦੀ ਅੱਖਾਂ ਦੇ ਵਿੱਚ ਵੀ ਆਇਆ, ਉਸ ਨੂੰ ਬਾਹਰ ਵੀ ਕੱਢਿਆ ਗਿਆ। ਜੇ ਟਾਸਕ ਫੋਰਸ ਨੂੰ ਸ਼ੱਕੀ ਲੱਗ ਰਿਹਾ ਸੀ ਇਹ ਬੰਦਾ, ਤਾਂ ਇਹਨੂੰ ਫੜ ਕੇ ਬਾਹਰ ਕਿਉਂ ਨਹੀਂ ਕੀਤਾ ਗਿਆ? ਇਹ ਕਿਵੇਂ ਟਾਸਕ ਫੋਰਸ ਦੀਆਂ ਅੱਖਾਂ ਤੋਂ ਬਚ ਕੇ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਪਹੁੰਚ ਗਿਆ? SIT ਜਿਹੜੀ ਆ ਸਰਕਾਰ ਦੀ SIT ਤੇ ਮੈਂ ਤਾਂ ਕੀਤੀ ਆ, ਪਹਿਲਾਂ ਤਾਂ ਬੜੀਆਂ ਲੰਬੇ ਅਰਸੇ ਦੀਆਂ 15 ਦੇ ਵਿੱਚ ਆਪਾਂ ਇੱਥੇ ਬੇਅਦਬੀ ਹੋਈ, ਪਰਚੇ ਦਰਜ ਹੋਏ, ਸਾਰਾ ਕੁਝ ਹੋਇਆ। ਉਹ ਆਪਾਂ 17 ਚ ਸਰਕਾਰ ਨੇ SIT, ਅੱਜ 5 ਸਾਲ ਤੱਕ ਉਹ SIT ਉਦੋਂ ਰੁਲਦੀ ਫਿਰਦੀ ਆ। ਜਿਹੜੀ ਇੱਥੇ SIT ਬਣਾਈ ਆ ਉਹਨਾਂ ਨੂੰ 2 ਦਿਨ ਦਾ ਟਾਈਮ ਦਿੱਤਾ ਗਿਆ, ਤੇ 2 ਦਿਨਾਂ ਦੇ ਵਿੱਚ ਮੇਰਾ ਖਿਆਲ ਹੈ ਸਬੂਤ ਇਹ ਸਾਰੇ ਮੁੱਕ ਜਾਣੇ, ਕਿਉਂਕਿ ਬਲੱਡ ਸਰਕੂਲੇਸ਼ਨ ਹੈ, ਉਹਦੇ ਪੋਟਿਆਂ ਦੇ ਜਿਹੜੇ ਨਿਸ਼ਾਨ ਮਿਟ ਜਾਣੇ ਆ, ਅੱਖਾਂ ਦੇ ਉਹ ਰਟੀਲੇ ਜਿਹੜੇ ਰਟੀਨਾ ਹੁੰਦੇ ਆ, ਉੱਥੇ ਕੋਈ ਸਬੂਤ ਨਹੀਂ ਰਹਿਣਾ। ਇਹ ਤਾਂ ਸਿਰਫ ਇੱਕ, ਮੈਂ ਸਿੱਧੇ ਲਫ਼ਜ਼ਾਂ 'ਚ ਕਹਾਂ ਵੀ ਗੋਂਗਲੂਆਂ ਤੋਂ ਮਿੱਟੀ ਝਾੜਨ ਦਾ ਕੰਮ ਹੈ ਇਹਨਾਂ ਦਾ। ਸਾਨੂੰ ਬਿਲਕੁਲ ਇਹਨਾਂ ਤੋਂ ਕੋਈ ਆਸ ਨਹੀਂ ਪਈ ਕਿਸੇ ਸਿੱਟੇ ਤੇ ਪਹੁੰਚਣਗੇ। ਤੇ ਜਿਸ ਬੰਦੇ ਦਾ ਅੱਜ 3 ਦਿਨ ਹੋ ਗਿਆ, 30 ਦਿਨ ਵਿੱਚ ਅੱਜ ਤੱਕ ਕੋਈ ਸਿੱਟੇ ਤੇ ਨਹੀਂ ਪਹੁੰਚੇ, ਤੇ ਇਹ ਫਿਰ ਸਾਨੂੰ ਬਿਲਕੁਲ ਲੱਗਦਾ ਨਹੀਂ ਵੀ ਕੋਈ ਇਨਸਾਫ ਇਹਨਾਂ ਕੋਲੋਂ ਮਿਲੂਗਾ। ਦੂਜੀ ਗੱਲ, ਜਿਹੜੀ ਸਾਡੀ ਆਪਣੀ ਟਾਸਕ ਫੋਰਸ ਆ, ਉਸ ਟਾਸਕ ਫੋਰਸ ਨੂੰ ਰੰਚਕ ਮਾਤਰ ਵੀ ਇਹ ਨਹੀਂ ਸੀ ਪਤਾ, ਕਿਉਂਕਿ ਜਿਹੜਾ ਉਹਨੂੰ ਕੱਢਿਆ ਗਿਆ, ਉਹ ਕੱਢਿਆ ਗਿਆ ਇਸ ਮਨਾ ਦੇ ਵੀ ਇਹਦੇ ਕੋਈ ਤਮਾਕੂ ਨਾ ਹੋਵੇ, ਜਾਂ ਕੋਈ ਜੇਬ ਕਤਰਾ ਨਾ ਹੋਵੇ, ਜਾਂ ਇਹ ਕੋਈ ਚੋਰ ਨਾ ਹੋਵੇ। ਜੇ ਸਾਨੂੰ ਐਵੇਂ ਦੀ ਕੋਈ ਹੁੰਦੀ ਘਟਨਾ ਵੀ ਇਹ ਸ਼ਾਇਦ ਮੁੜ ਕੇ ਜਾ ਕੇ ਉੱਥੇ ਕੋਈ ਇਹੋ ਘਟਨਾ ਕਰੂਗਾ, ਤੇ ਫਿਰ ਤਾਂ ਟਾਸਕ ਫੋਰਸ ਕੋਈ ਦਿੱਕਤ ਨਹੀਂ। ਦੂਸਰੀ ਗੱਲ ਭਈ ਇੱਥੇ ਕਿਉਂਕਿ ਸਾਰਿਆਂ ਨੂੰ ਅਸੀਂ ਚੰਗੀ ਤਰ੍ਹਾਂ ਹੀ ਟਰੀਟ ਕਰਦੇ ਆ, ਜਿੱਦਾਂ ਹੁਣ ਆ 2-3 ਦਿਨ ਦਾ ਇਹ ਬਬੇਲਾ ਖੜਾ ਹੋਇਆ, ਉਹ ਜ਼ਰੂਰ ਅਸੀਂ ਹੁਣ ਥੋੜਾ ਜਿਹਾ ਸਾਰਿਆਂ ਤੇ ਨਿਗਾਹ ਰੱਖਦੇ ਆ, ਪਰ ਉਹਦੇ ਨਾਲ ਕੋਈ ਦੁਰਵਿਵਹਾਰ ਨਹੀਂ ਕੀਤਾ ਗਿਆ। ਉਹਨੂੰ ਸੈਂਪਲੀ ਉੱਥੋਂ ਲਿਆ ਕੇ ਉਹਦੇ ਕੋਲੋਂ ਪੁੱਛ ਪੜਤਾਲ ਕੀਤੀ ਕਿ ਤੂੰ ਕੌਣ ਆ, ਕਿੱਦਾਂ ਆ। ਉਹ ਤੋਂ ਬਾਅਦ ਕਿਉਂਕਿ ਸਾਡੀ ਟਾਸਕ ਫੋਰਸ ਜਿਹੜੀ 5 ਵਜੇ ਉਹ ਨਵੇਂ ਆ ਗਈ, ਉਹ ਨਵੀਂ ਕਿਉਂਕਿ ਪੁਰਾਣੀ ਟਾਸਕ ਫੋਰਸ ਦੇ ਵਿੱਚ ਉਹਦੀ ਆਇਡੈਂਟੀਫਿਕੇਸ਼ਨ ਹੋਈ ਸੀ। ਨਵੀਂ ਟਾਸਕ ਫੋਰਸ ਨੇ ਜੇ ਤਾਂ ਅਸੀਂ ਇਹ ਸਾਨੂੰ ਪਤਾ ਹੁੰਦਾ ਵੀ ਸ਼ਾਇਦ ਇਹਨੇ ਬੇਅਦਬੀ ਕਰਨ ਆਇਆ, ਤਾਂ ਫਿਰ ਤਾਂ ਅਸੀਂ ਉਹਨੂੰ ਬਿਲਕੁਲ ਹੀ ਇੱਕਦਮ ਕੈਪਚਰ ਕਰ ਲੈਂਦੇ। ਸੈਕੰਡ ਜਿਹੜੀ ਮੋਸਟ ਇੰਪੋਰਟੈਂਟ ਗਾਂਟ ਹੈ, ਇਹ ਸਾਰੀ ਇਨਸੀਡੈਂਟ ਦੇਖੋ 6 ਸਕਿੰਟ ਦੇ ਵਿੱਚ ਬੰਦਾ ਜੰਗਲਾ ਟੱਪਦਾ, ਸਿੱਧਾ ਛੜੱਪਾ ਮਾਰਦਾ, ਸਤਿਗੁਰੂ ਜੀ ਦੇ ਰਮਾਲਿਆਂ ਤੇ ਜਾ ਚੜਦਾ। ਤੇ ਜੇ ਇਹ ਇਸ ਮਨਸ਼ਾ ਨਾਲ ਨਹੀਂ ਆਇਆ, ਬੰਦਾ ਕਈ ਵਾਰੀ ਪੈਰ ਰੱਖਣ ਲੱਗਾ, ਜੰਗਲਾ ਇੰਨਾ ਟੱਪਣ ਲੱਗਾ, ਡਿੱਗਦਾ ਢੈਂਦਾ। ਤੇ ਮੈਨੂੰ ਲੱਗਦਾ ਇਹ ਸਾਰੀ ਇੱਕ ਇਹਦੀ ਸਾਜ਼ਿਸ਼ ਸੀ, ਤਾਂ ਇਹਨੂੰ ਤਾਂ ਜਿਵੇਂ ਟ੍ਰੇਨ ਕੇ ਦਿੱਤੀ ਸੀ ਵੀ ਤੂੰ ਇਦਾਂ ਇੰਟਰਪਟ ਕਰਨਾ ਆ, ਕਰਕੇ ਜਾ ਕੇ 2-3 ਵਾਰੀ ਜਿਹੜਾ ਪਹਿਲਾਂ ਵੀ ਆਇਆ ਦਾ ਨਹੀਂ ਲੱਗਾ, ਬਾਅਦ ਚ ਕਰਦਾ ਰਿਹਾ ਵੀ ਮੈਂ ਕਦੋਂ ਦਾ ਲੱਗੇ। ਤੇ ਮੈਂ ਸਮਝਦਾ ਇਹਦੀ ਟ੍ਰੇਨ ਕੇ ਸੀ, ਤਾਂ ਨਹੀਂ ਤਾਂ ਆਮ ਬੰਦਾ ਜੰਗਲਾ ਟੱਪਣ ਲੱਗਾ, ਕਈ ਵਾਰੀ ਬੰਦਾ ਕਸੂਤੀ ਦੀ ਸਥਿਤੀ ਚ ਫਸ ਜਾਂਦਾ। ਤੇ ਜੇ 6 ਸਕਿੰਟ ਦੇ ਵਿੱਚ ਗੁਰੂ ਸਾਹਿਬ ਦੇ ਚਰਨਾਂ ਵਿੱਚ ਜਾ ਕੇ ਰਮਾਲਿਆਂ ਤੇ ਚੜ ਜਾਂਦਾ, ਤੇ ਇਹਨੂੰ ਕਮਾਂਡੋ ਫੋਰਸ ਦੀ ਟ੍ਰੇਨ ਕੇ ਕਹਿ ਸਕਦੇ ਹਾਂ। ਤਾਮੀ ਸਾਹਿਬ ਕੁਝ ਲੋਕਾਂ ਵੱਲੋਂ ਸ਼ੰਕੇ ਪ੍ਰਗਟ ਕੀਤੇ ਜਾ ਰਹੇ ਨੇ, ਇਕੱਲਾ ਨਹੀਂ ਸੀ, ਇਹਦੇ ਨਾਲ ਕੁਝ ਹੋਰ ਸਾਥੀ ਵੀ ਸੀ। CCTV ਕੈਮਰੇ ਦੇ ਵਿੱਚ ਔਰ PTC ਦੇ ਕੈਮਰਿਆਂ ਦੇ ਵਿੱਚ ਵੀ ਉਹ ਕੈਦ ਹੋਇਆ ਜਦੋਂ ਲਾਈਵ ਕੀਰਤਨ ਦਰਬਾਰ ਚੱਲ ਰਿਹਾ ਸੀਗਾ। ਕੁਝ ਉਸੇ ਰੰਗ ਦਾ ਹੀ ਪਟਕਾ ਬਣ ਕੇ ਇੱਕ ਬੰਦਾ ਹੋਰ ਖੜਾ ਸੀ ਪਿੱਛੇ, ਤੇ 2 ਸ਼ਖਸ ਨੀਲੇ ਪਟਕੇ ਬਣ ਕੇ ਹੋਰ ਖੜੇ ਸੀਗੇ। ਤੁਹਾਡੀ ਜਾਂਚ ਦੇ ਵਿੱਚ ਅਜਿਹੇ ਕੁਝ ਪਤਾ ਲੱਗਿਆ ਤੁਹਾਨੂੰ ਕਿ ਇਹ ਇਕੱਲਾ ਸੀ ਜਾਂ ਇਹਦੇ ਨਾਲ ਕੋਈ ਸਾਥੀ ਵੀ ਸੀ? ਇਦਾਂ ਦੀ ਕੋਈ ਗੱਲ ਸਾਹਮਣੇ ਆਈ ਹੈ? ਮੈਂ ਅੱਜ ਸਾਰੀ ਜਿਹੜੀ CCTV ਦੀ ਫੁਟੇਜ ਸੀਗੀ, ਉਹ ਮੈਂ ਕਿਉਂਕਿ ਹਾਲੇ ਡਿਸਕਲੋਜ਼ ਨਹੀਂ ਸੀ ਕਰਨਾ ਚਾਹੁੰਦਾ, ਕਿਉਂਕਿ ਅਸੀਂ SIT ਨੂੰ ਦੇਖ ਰਹੇ ਹਾਂ ਉਹ ਕੀ ਕਰਦੀ ਆ। ਪਰ ਇਹ ਜਿੰਨਾ ਚਿਰ ਵੀ ਰਿਹਾ, ਇਹ ਇਕੱਲਾ ਹੀ ਘੁੰਮਦਾ ਰਿਹਾ, ਇਹਦੇ ਨਾਲ ਕੋਈ ਨਹੀਂ ਸੀ। ਸਾਡੇ ਜਿਹੜੇ ਆਪ ਦੇ ਸੂਤਰ ਆ ਉਹਨਾਂ ਦੇ ਵਿੱਚ ਇਹਨੂੰ ਇਕੱਲਾ ਹੀ ਪਾਇਆ ਗਿਆ। ਜੇ ਬਾਹਰੋਂ ਵੀ ਐਂਟਰ ਹੁੰਦਾ, ਅੰਦਰ ਵੀ ਐਂਟਰ ਹੁੰਦਾ, ਇਕੱਲਾ ਹੀ ਹੁੰਦਾ। ਤੇ ਜਿਹੜੀ ਉੱਥੇ ਉਸ ਵੇਲੇ ਮੌਕੇ ਤੇ ਆ, ਉਹ ਐਵੇਂ ਦੀ ਲੱਗਦੀ ਆ ਗੱਲ ਵੀ ਸ਼ਾਇਦ ਇਹ ਨਾਲ ਇਹਦੇ ਸਾਥੀ ਹੋਣਗੇ। ਉਹਦੀ ਵੀ ਅਸੀਂ ਗੰਭੀਰਤਾ ਦੇ ਨਾਲ ਪੁਲਿਸ ਨੂੰ ਵੀ ਕਿਹਾ ਵੀ ਤੁਸੀਂ ਇਹਦਾ ਦੇਖੋ ਕੀ ਹੈਗਾ ਲਿੰਕ, ਤੇ ਜਿਹੜੀ ਹੁਣ ਅਸੀਂ ਆਪਣੀ ਬਣਾਵਾਂਗੇ ਉਹ ਵੀ ਬਰੀਕੀ ਨਾਲ। ਇੱਕ ਸਾਡੀ ਕਹਿ ਲਓ ਵੀ ਬਦਕਿਸਮਤੀ ਜਾਂ ਕਹਿ ਲਓ ਵੀ ਹੁਣ ਕਿਉਂਕਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਕਿਸੇ ਨੂੰ ਕਾਲ ਨਹੀਂ ਕਰ ਸਕਦੀ, ਅਸੀਂ ਤਾਂ ਸਿੰਪਲ ਅਪੀਲ ਕਰਦੇ ਹਾਂ ਵੀ ਇਨਸਾਫ ਲੈਣਾ ਆ, ਤੇ ਸਾਡੇ ਨਾਲ ਆਪਣੇ ਤੁਸੀਂ ਸਹਿਯੋਗ ਕਰੋ। ਸੋ ਜਿਹੜੇ 2-3 ਬੰਦੇ, ਮੈਨੂੰ ਅੱਜ ਸਵੇਰ ਦੀਆਂ ਵੀ ਬਹੁਤ ਸਾਰੀਆਂ ਕਾਲਸ ਆਈਆਂ, ਤੇ ਉਹ ਜਿਹੜੇ ਨੀਲੇ ਪਟਕੇ ਵਾਲੇ ਸੀ ਜਿਹਨੇ ਉਹਨੂੰ ਧੋਇਆ ਵੀ ਆ, ਇੱਕ ਉਹਦੇ ਨਾਲ ਵੀ ਸੀਗਾ, ਉਹਦੇ ਬਾਰੇ ਵੀ ਅਸੀਂ
ਪੁਲਿਸ ਕੋਲ ਵੀ ਉਹਨਾਂ ਦੇ ਧਿਆਨ 'ਚ ਲਿਆ ਤੀ ਤੇ ਅਸੀਂ ਆਪ ਵੀ ਹੁਣ ਇਹਦੇ ਬਾਰੇ ਘੋਖ ਕਰਾਂਗੇ ਵੀ ਠੀਕ ਇਹ ਹੈ। ਮਾਜਰਾ ਕੀ ਆ, ਕਿੱਦਾਂ ਕਿੱਦਾਂ ਇਹ ਤਾਮੀ ਸਾਹਿਬ ਮੈਨੂੰ ਪਤਾ ਤੁਹਾਡੇ ਕੋਲ ਸਮਾਂ ਘੱਟ ਹੈ, ਮੇਰੇ ਸਿਰਫ ਆਖਰੀ ਸਵਾਲ ਹੈ, ਫਿਰ ਆਪਾਂ ਵਾਈਂਡ ਅਪ ਕਰਦੇ ਹਾਂ। ਸਵਾਲ ਦੋ ਖੜੇ ਹੁੰਦੇ ਨੇ, ਤੁਹਾਨੂੰ ਵੀ ਤੁਹਾਡੇ ਨੌਲੇਜ 'ਚ ਵੀ ਆਇਆ ਹੋਣਾ, ਕਾਂਗਰਸ ਦੇ ਇੱਕ ਸੀਨੀਅਰ ਆਗੂ ਸਿੰਘਵੀ ਸਾਹਿਬ ਨੇ ਕਿਹਾ ਕਿ SGPC ਦੇ ਬੰਦਿਆਂ ਤੇ ਵੀ ਪਰਚੇ ਦਰਜ ਹੋਣੇ ਚਾਹੀਦੇ ਨੇ ਜਿਨ੍ਹਾਂ ਨੇ ਇਸ ਘਟਨਾ ਨੂੰ ਅੰਜਾਮ ਦਿੱਤਾ। ਇੱਕ ਸ਼ਖਸ ਦੀ ਮੌਤ ਹੋਈ ਹੈ, ਉਹਨਾਂ ਲੋਕਾਂ ਦੇ ਖਿਲਾਫ ਵੀ ਕਾਰਵਾਈ ਹੋਣੀ ਚਾਹੀਦੀ ਹੈ, ਸਖਤ ਕਾਰਵਾਈ ਹੋਣੀ ਚਾਹੀਦੀ ਹੈ। ਦੂਜੀ ਇੱਕ ਗੱਲ ਮੈਂ ਤਾਮੀ ਸਾਹਿਬ ਤੁਹਾਡੇ ਤੋਂ ਜ਼ਰੂਰ ਸਮਝਣਾ ਚਾਹੁੰਦਾ, ਤੁਸੀਂ ਐਡਵੋਕੇਟ ਵੀ ਹੋ, ਤੁਹਾਨੂੰ ਨਹੀਂ ਲੱਗਦਾ ਕਿ ਅਜਿਹੀਆਂ ਗੱਲਾਂ ਕਰਕੇ ਸਿੱਖਾਂ ਦਾ ਅਕਸ ਪੂਰੀ ਦੁਨੀਆ ਦੇ ਵਿੱਚ ਖਰਾਬ ਕਰਨ ਦੀ ਕੋਸ਼ਿਸ਼ ਵੀ ਤਾਂ ਹੋ ਸਕਦੀ ਹੈ ਕਿ ਇਹ ਵੀ ਮੌਬ ਲਿੰਚਿੰਗ ਕਰਦੇ ਨੇ, ਇਹ ਵੀ ਲੋਕਾਂ ਨੂੰ ਮਾਰਦੇ ਨੇ, ਇਹ ਵੀ ਕਾਨੂੰਨ ਦਾ ਪਾਲਣ ਨਹੀਂ ਕਰਦੇ, ਇਹ ਦਿੱਖ ਖਰਾਬ ਕਰਨ ਦੀ ਵੀ ਤਾਂ ਕੋਸ਼ਿਸ਼ ਹੋ ਸਕਦੀ ਹੈ ਸਿੱਖ ਭਾਈਚਾਰੇ ਦੀ? ਗੱਲ ਤਾਂ ਜਿਹੜਾ ਰਾਜ ਸਭਾ ਦਾ ਮੈਂਬਰ ਆ, ਮੈਂ ਸਮਝਦਾ ਉਹਨੂੰ ਇੰਨੀ ਜਾਣਕਾਰੀ ਨਹੀਂ ਵੀ ਇਸ ਮੁਲਕ ਦਾ ਰਹਿਣ ਵਾਲਾ ਤੇ ਉਹਨੂੰ ਸਿੱਖਾਂ ਦੇ ਇਤਿਹਾਸ ਬਾਰੇ ਜਾਂ ਗੁਰੂ ਗ੍ਰੰਥ ਸਾਹਿਬ ਬਾਰੇ ਇੰਨਾ ਨਹੀਂ ਪਤਾ ਵੀ ਸਤਿਗੁਰੂ ਜੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਲਿਵਿੰਗ ਗੁਰੂ ਆ ਔਰ ਸਮੁੱਚੀ ਮਨੁੱਖਤਾ ਦੇ ਗੁਰੂ ਆ ਜੀ। ਉਹ ਜਿਸ ਬੰਦੇ ਨੂੰ ਇੰਨੀ ਜਾਣਕਾਰੀ ਨਹੀਂ ਤੇ ਉਹ ਜੇ ਇਹਦਾ ਦੇ ਕਮੈਂਟ ਦੇ ਰਿਹਾ, ਮੈਂ ਇਹਨੂੰ ਸਟਰੋਂਗਲੀ ਕੰਡੈਮ ਕਰਦਾ ਔਰ ਅਪੀਲ ਉਹਨੂੰ ਕਰਦਾ ਕਿ ਤੁਰੰਤ ਜਿਹੜੀ ਬੋਲੀ ਇਹਨੂੰ ਵਾਪਸ ਲਵੇ। ਜੇ ਵਾਪਸ ਨਹੀਂ ਲਊਗਾ ਫੇ ਉਹਦੇ ਨਾਲ ਹੋਰ ਗਾਹਾਂ ਜਿਹੜੇ ਉਲਝਣਾ ਵਧਣਗੀਆਂ। ਸੋ ਉਹਨੂੰ ਮੈਂ ਨਿਮਰਤਾ ਸਹਿਤ ਤੁਹਾਡੇ ਮੀਡੀਅਮ ਰਾਹੀਂ ਬੇਨਤੀ ਕਰਦਾ ਜੀ, ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ, ਸਤਿਗੁਰੂ ਜੀ ਸਮੁੱਚੀ ਮਨੁੱਖਤਾ ਦੇ ਤੇ ਸਿੱਖਾਂ ਦੇ ਇਹ ਗੁਰੂ ਆ, ਇਹਦੇ ਬਾਰੇ ਪਹਿਲਾਂ ਜਾਣਕਾਰੀ ਲੈ ਲਵੇ ਕੋਈ ਕਮੈਂਟ ਕਰਨ ਤੋਂ ਪਹਿਲਾਂ। ਤੇ ਦੂਸਰੀ ਗੱਲ ਜਿਹੜੀ ਇਹ ਕਹਿ ਰਹੇ ਵੀ ਸਿੱਖ ਜਿਹੜੇ ਆ ਐਵੇਂ ਹੀ ਕਰਦੇ ਆ, ਦੇਖੋ ਇਹ ਜੇ ਇਹਨਾਂ ਦੇ ਕਿਸੇ ਮੰਦਿਰ ਵਿੱਚ, ਮੈਂ ਕਹਿਣਾ ਨਹੀਂ ਸੀ ਚਾਹੁੰਦਾ ਇਹ ਗੱਲ, ਜਾਂ ਕਿਸੇ ਹੋਰ ਗਿਰਜਾ ਘਰ ਜਾਂ ਕਿਸੇ ਹੋਰ ਦੇ ਵਿੱਚ ਹੋਵੇ ਤੇ ਕੋਈ ਵੀ ਬੰਦਾ ਬਰਦਾਸ਼ਤ ਨਹੀਂ ਕਰੂਗਾ। ਪਰ ਪੰਜਾਬੀਆਂ ਨੂੰ ਅੱਜ ਤੱਕ ਦਾ ਰਿਕਾਰਡ ਮੈਂ ਪਿਛਲੇ ਆਪਣੇ ਜਿਆਦਾ ਮੈਂ 78 ਤੋਂ ਦੇਖ ਰਿਹਾ ਕਿ ਸਿੱਖ ਕਾਰਡ ਨੂੰ ਬਦਨਾਮ ਕਰਕੇ ਰਾਜ ਸੱਤਾ ਕਾਇਮ ਕੀਤੀ ਜਾਂਦੀ ਆ ਔਰ ਉਸ ਰਾਜ ਸੱਤਾ ਤੇ ਲੰਮਾ ਸਮਾਂ ਇਹ ਆਪਣੇ ਕਾਬਜ ਰਹਿਣਾ ਚਾਹੁੰਦੇ ਆ। ਤੇ ਮੈਨੂੰ ਲੱਗਦਾ ਇਹਦੇ ਪਿੱਛੇ ਬਹੁਤ ਮੰਦ ਭਾਵਨਾ, ਜੇ ਇਹੋ ਇਹਨਾਂ ਦੀ ਮੰਦ ਭਾਵਨਾ ਆ ਤੇ ਮੈਂ ਇਹਨੂੰ ਵੀ ਸਟਰੋਂਗਲੀ ਕੰਡੈਮ ਕਰਦਾ ਔਰ ਇਹਨਾਂ ਨੂੰ ਵੀ ਬੇਨਤੀ ਕਰਦਾ ਇਹੋ ਜਿਹੀਆਂ ਵੰਡੀਆਂ ਨਾ ਪਾਓ। ਪੰਜਾਬ ਦੇ ਲੋਕਾਂ ਨੇ ਬੜਾ ਵੱਡਾ ਸੰਤਾਪ ਹੰਡਾਇਆ, ਲੰਬਾ ਅਰਸਾ ਇੱਥੇ ਆਪਾਂ ਪੀੜਤ ਰਹੇ ਆ। ਹੁਣ ਐਵੇਂ ਦੀਆਂ ਗੱਲਾਂ ਕਰਕੇ ਪੰਜਾਬ ਵਾਸਦਾ ਗੁਰਾਂ ਦੇ ਨਾਂ ਤੇ ਇਸ ਵਿੱਚ ਆਪਾਂ ਵੰਡੀਆਂ ਪਾਉਣ ਦਾ ਯਤਨ ਨਾ ਕਰੀਏ। ਉਹ ਯਤਨ ਕਰੀਏ ਕਿ ਪੰਜਾਬ ਜਿਹੜਾ ਆ ਉਹ ਤਰੱਕੀਆਂ ਦੀਆਂ ਲੀਹਾਂ ਤੇ ਜਾਵੇ। ਪਰ ਜਿਵੇਂ ਦਾ ਇਹ ਮਾਹੌਲ ਅੱਜ ਬਣਾ ਰਹੇ ਆ, ਉਹ ਮੈਂ ਸਮਝਦਾ ਇਹ ਆਪ ਜ਼ਿੰਮੇਵਾਰ ਆ। ਪਰ ਮੈਂ ਬਾਰ-ਬਾਰ ਫਿਰ ਤੁਹਾਨੂੰ ਬੇਨਤੀ ਕਰਦਾ ਕਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਹਰ ਇੱਕ ਜਾਤਰੂ ਦੀ ਰਖਵਾਲਾ ਕਰਦੀ ਆ ਔਰ ਉਹਦੇ ਲਈ ਵਚਨਬੱਧ ਆ। ਔਰ ਇਹ ਗੁਰੂ ਰਾਮਦਾਸ ਪਾਤਸ਼ਾਹ ਦਾ ਦਰ ਆ, ਸ੍ਰੀ ਗੁਰੂ ਹਰਗੋਬਿੰਦ ਸਾਹਿਬ ਪਾਤਸ਼ਾਹ ਜੀ ਦਾ ਦਰ ਆ। ਇੱਥੇ ਖੁੱਲੇ ਜਿਗਰੇ ਨਾ ਆਓ, ਜਿੱਦਾਂ ਪਹਿਲਾਂ ਆਉਨੇ ਉਦਾਂ ਹੀ ਆਓ, ਕੋਈ ਡਰ ਨਹੀਂ, ਕੋਈ ਭੈ ਨਹੀਂ। ਸਿਰਫ ਇਹ ਇੱਕ ਮੀਡੀਆ ਜਿਹੜਾ ਅੱਜ ਨਫ਼ਰਤ ਦੀ ਅੱਗ ਫੈਲਾ ਰਿਹਾ ਤਾਂ ਕਿ ਪੰਜਾਬ ਦੇ ਵਿੱਚ ਲੰਮੇ ਸਮੇਂ ਦੀ ਜਿਹੜੀ ਸ਼ਾਂਤੀ ਆ ਉਹ ਮੁੜ ਕੇ ਫਿਰ ਡਿਸਟਰਬ ਹੋ ਸਕੇ। ਠੀਕ ਹੈ ਤਾਮੀ ਸਾਹਿਬ, ਬਹੁਤ ਬਹੁਤ ਧੰਨਵਾਦ ਸਾਡੇ ਨਾਲ ਗੱਲਬਾਤ ਕਰਨ ਦੇ ਲਈ। ਸੋ ਇਹ ਸਨ ਪ੍ਰਧਾਨ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ, ਜਿਨ੍ਹਾਂ ਨੇ ਦੱਸਿਆ ਕਿ ਇਹ ਸਾਰਾ ਘਟਨਾਕ੍ਰਮ ਕਿਵੇਂ ਹੋਇਆ, ਕਿਉਂ ਇਹਨਾਂ ਨੂੰ ਲੱਗਦਾ ਕਿ ਇਹਦੇ ਪਿੱਛੇ ਪੂਰੀ ਸਾਜ਼ਿਸ਼ ਸੀ, ਕਿਵੇਂ ਉਸ ਨੂੰ ਕਮਾਂਡੋ ਟ੍ਰੇਨਿੰਗ ਦਿੱਤੀ ਗਈ ਸੀ। ਵਾਰ-ਵਾਰ ਬਾਹਰ ਕੱਢਣ ਦੇ ਬਾਵਜੂਦ ਉਹ ਅੰਦਰ ਆਂਦਾ ਤਾਂ ਇੱਕੋ ਇੱਕ ਮਨਸ਼ਾ ਦੇ ਨਾਲ ਆਂਦਾ ਕਿ ਬੇਅਦਬੀ ਕਰਨੀ ਹੈ। ਸੋ ਇਹ ਸਾਰਾ ਕੁਝ ਇੱਕ ਸਾਜ਼ਿਸ਼ ਦਾ ਹਿੱਸਾ ਹੈ ਜਿਸ ਦੀ ਜਾਂਚ ਪੜਤਾਲ ਕਰਨੀ ਬੜੀ ਜ਼ਰੂਰੀ ਹੈ। ਇੱਕ ਛੋਟੇ ਜਿਹੇ ਬ੍ਰੇਕ ਲਈ ਇੱਥੇ ਰੁਕਾਂਗੇ, ਬ੍ਰੇਕ ਤੋਂ ਬਾਅਦ ਵੀ ਵਿਚਾਰ ਚਰਚਾ ਅੱਗੇ ਵਧਾਵਾਂਗੇ। ਖਾਸ ਮਹਿਮਾਨ ਸਾਡੇ ਨਾਲ ਜੁੜੇ ਹੋਣਗੇ, ਇਸ ਪੂਰੇ ਮੁੱਦੇ ਤੇ ਚਰਚਾ ਕਰਾਂਗੇ ਔਰ ਇਸ ਦੇ ਆਉਣ ਵਾਲੇ ਸਮੇਂ ਦੇ ਵਿੱਚ ਕੀ ਗੰਭੀਰ ਸਿੱਟੇ ਨਿਕਲ ਸਕਦੇ ਨੇ ਉਸ ਤੇ ਵੀ ਗੱਲਬਾਤ ਜਾਰੀ ਰੱਖਾਂਗੇ। ਸਾਡੇ ਨਾਲ ਬਣੇ ਰਹੋ, ਛੋਟੇ ਜਿਹੇ ਬ੍ਰੇਕ ਲਈ ਰੁਕ ਰਹੇ ਹਾਂ। ਸਵਾਗਤ ਹੈ ਪੀਟੀਸੀ ਨਿਊਜ਼ ਦੇ ਵਿਚਾਰ ਦਰਸ਼ਕਾਂ ਦਾ। ਮੈਂ ਹਰਪ੍ਰੀਤ ਸਿੰਘ, ਤੁਸੀਂ ਦੇਖ ਰਹੇ ਹੋ ਕਿ AI ਵਾਇਰਸ ਐਂਡ ਕੇਬਲਸ ਵਿਚਾਰ ਤਕਰਾਰ। ਅੱਜ ਇੱਕ ਅਹਿਮ ਮੁੱਦੇ ਤੇ ਵਿਚਾਰ ਚਰਚਾ ਲੈ ਕੇ ਹਾਜ਼ਰ ਹੋਏ ਹਾਂ। ਪਿਛਲੇ 48 ਘੰਟਿਆਂ ਦੇ ਵਿੱਚ ਦੋ ਵੱਡੀਆਂ ਮੰਦਭਾਗੀਆਂ ਘਟਨਾਵਾਂ ਹੋਈਆਂ ਨੇ ਜਿਸ ਨੇ ਪੂਰੇ ਪੰਜਾਬ ਨੂੰ, ਪੂਰੀ ਸਿੱਖ ਕੌਮ ਨੂੰ ਝੰਜੋੜ ਕੇ ਰੱਖ ਦਿੱਤਾ। ਇੱਕ ਮੁਕੱਦਸ ਸਥਾਨ ਸੱਚਖੰਡ ਸ੍ਰੀ ਹਰਮੰਦਰ ਸਾਹਿਬ, ਉੱਥੇ ਬੇਅਦਬੀ ਕਰਨ ਦੀ ਇੱਕ ਮੁਲਜ਼ਮ ਕੋਸ਼ਿਸ਼ ਕਰਦਾ, ਸੰਗਤ ਉਸ ਨੂੰ ਸਜ਼ਾ ਦਿੰਦੀ ਹੈ ਤੇ ਉਸ ਦੀ ਮੌਤ ਹੋ ਜਾਂਦੀ ਹੈ। ਦੂਜਾ ਇਨਸੀਡੈਂਟ ਕੁਝ ਹੀ ਘੰਟਿਆਂ ਬਾਅਦ ਹੁੰਦਾ ਕਪੂਰਥਲਾ ਦੇ ਵਿੱਚ, ਜਿੱਥੇ ਬੇਅਦਬੀ ਦੀ ਕੋਸ਼ਿਸ਼ ਕਰਨ ਦਾ ਇਲਜ਼ਾਮ ਇੱਕ ਸ਼ਖਸ ਤੇ ਲੱਗਦਾ ਤੇ ਉਸ ਦਾ ਵੀ ਕਤਲ ਕਰ ਦਿੱਤਾ ਜਾਂਦਾ। ਹਾਲਾਂਕਿ ਕਪੂਰਥਲਾ ਦੇ ਮਾਮਲੇ ਦੇ ਵਿੱਚ ਪੁਲਿਸ ਆਪਣਾ ਸਪਸ਼ਟੀਕਰਨ ਇਹ ਦਿੰਦੀ ਹੈ ਕਿ ਇੱਥੇ ਮੁਲਜ਼ਮ ਜਿਹੜਾ ਆਇਆ ਸੀਗਾ ਉਹ ਚੋਰੀ ਕਰਨ ਆਇਆ ਸੀਗਾ, ਅਜਿਹਾ ਕੋਈ ਸਬੂਤ ਨਹੀਂ ਲੱਭਿਆ ਕਿ ਉਹ ਬੇਅਦਬੀ ਕਰਨ ਆਇਆ ਸੀਗਾ। ਇਹ ਪੁਲਿਸ ਦਾ ਆਪਣਾ ਤਰਕ ਹੈ ਤੇ ਪੁਲਿਸ ਵੱਲੋਂ ਹੁਣ ਮਾਮਲੇ ਵੀ ਦਰਜ ਕੀਤੇ ਗਏ ਨੇ ਉਹਨਾਂ ਲੋਕਾਂ ਦੇ ਖਿਲਾਫ ਜਿਨ੍ਹਾਂ ਲੋਕਾਂ ਨੇ ਇਹ ਕਤਲ ਕੀਤਾ। ਪਰ ਵੱਡਾ ਸਵਾਲ ਤਾਂ ਇਹ ਖੜਾ ਹੁੰਦਾ ਕਿ ਇਹ ਸਾਰੀਆਂ ਘਟਨਾਵਾਂ ਇਸ਼ਾਰਾ ਕਿੱਧਰ ਵੱਲ ਨੂੰ ਕਰਦੀਆਂ ਨੇ। ਸਪੈਸ਼ਲੀ ਸੱਚਖੰਡ ਸ੍ਰੀ ਹਰਮੰਦਰ ਸਾਹਿਬ ਦੇ ਵਿੱਚ ਹੋਈ ਘਟਨਾ ਨੇ ਸਭ ਨੂੰ ਹਿਲਾ ਕੇ ਰੱਖ ਦਿੱਤਾ। ਕੋਈ ਕਿਵੇਂ ਸੋਚ ਸਕਦਾ ਹੈ ਉਸ ਮੁਕੱਦਸ ਸਥਾਨ ਜਿੱਥੇ ਅਕੀਦਾ ਭੇਟ ਕਰਨ ਦੇ ਲਈ ਲੱਖਾਂ ਲੋਕ ਰੋਜ਼ ਜੁੜਦੇ ਨੇ, ਉਹ ਜੰਗਲਾਂ ਪਾਰ ਕਰਕੇ ਬੜੇ
ਕੌਨਫੀਡੈਂਟ ਤਰੀਕੇ ਦੇ ਨਾਲ ਉੱਥੇ ਜਾਂਦਾ ਹੈ, ਸ੍ਰੀ ਸਾਹਿਬ ਚੁੱਕ ਲੈਂਦਾ ਹੈ। ਇਹ ਮੁਸਤੈਦੀ ਐਸਜੀਪੀਸੀ ਦੇ ਮੁਲਾਜ਼ਮਾਂ ਦੀ ਜਾਂ ਐਸਜੀਪੀਸੀ ਦੇ ਜਿਹੜੇ ਵੀ ਪ੍ਰਬੰਧਕ ਸੀਗੇ ਉੱਥੇ ਉਹਨਾਂ ਦੀ ਉਹ ਮੁਸਤੈਦੀ ਦਿਖਾਉਂਦੇ ਹੋਏ ਉਸ ਨੂੰ ਫੜ ਕੇ ਜੰਗਲੇ ਤੋਂ ਬਾਹਰ ਸੁੱਟ ਦਿੰਦੇ ਨੇ। ਤਾਰੀਫ ਕਰਨੀ ਬਣਦੀ ਹੈ ਉਹਨਾਂ ਦੀ ਕਿ ਕਿਸ ਤਰੀਕੇ ਨਾਲ ਉਹਨੂੰ ਕਾਬੂ ਕੀਤਾ ਗਿਆ, ਪਰ ਜੋ ਉਹਦਾ ਬਾਡੀ ਲੈਂਗੁਏਜ ਦਿਖ ਰਹੀ ਸੀ ਉਸ ਮੁਲਜ਼ਮ ਦੀ, ਉੱਥੋਂ ਸਾਫ਼ ਪਤਾ ਹੁੰਦਾ ਹੈ ਕਿ ਉਹ ਸਿਰਫ ਤੇ ਸਿਰਫ ਬੇਅਦਬੀ ਕਰਨ ਹੀ ਆਇਆ ਸੀ। ਉਹਦੇ ਕੋਲੋਂ ਕੋਈ ਆਇਡੈਂਟੀ ਪ੍ਰੂਫ ਨਹੀਂ ਮਿਲਦਾ, ਕੋਈ ਫੋਨ ਨੰਬਰ ਨਹੀਂ ਮਿਲਦਾ, ਕੋਈ ਘਰ ਦਾ ਪਤਾ ਨਹੀਂ ਮਿਲਦਾ। ਹਾਲੇ ਤੱਕ ਵੀ ਪਹਿਚਾਣ ਨਹੀਂ ਹੋ ਪਾਈ ਕਿ ਉਹ ਮੁਲਜ਼ਮ ਕੌਣ ਹੈ। ਦੋਵੇਂ ਮੁਲਜ਼ਮਾਂ ਦੀ ਪਹਿਚਾਣ ਨਹੀਂ ਹੋ ਪਾਈ ਕਿ ਉਹ ਕੌਣ ਨੇ। ਕੀ ਇਹ ਇਸ਼ਾਰਾ ਸਿੱਧਾ ਪੰਜਾਬ ਦਾ ਮਾਹੌਲ ਖਰਾਬ ਕਰਨ ਵਾਲਾ ਤਾਂ ਨਹੀਂ ਹੈਗਾ? ਤੁਹਾਨੂੰ ਯਾਦ ਹੋਏਗਾ ਕਿ 2016 ਦੇ ਵਿੱਚ ਵੀ ਅਜਿਹੀ ਘਟਨਾ ਹੋਈ ਜਦੋਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਕੀਤੀ ਗਈ। ਉਸ ਤੋਂ ਬਾਅਦ ਇਲੈਕਸ਼ਨ ਸੀ ਜਸਟ, ਹੁਣ ਫਿਰ ਜਦੋਂ ਇਲੈਕਸ਼ਨ ਸਿਰ ਤੇ ਖੜੀਆਂ ਨੇ ਤੇ ਪੰਜਾਬ ਦੇ ਵਿੱਚ ਮਾਹੌਲ ਖਰਾਬ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਕਿ ਇਹ ਵਾਕਈ ਇਸ ਚੀਜ਼ ਨੂੰ ਇਲੈਕਸ਼ਨ ਨਾਲ ਜੋੜ ਕੇ ਦੇਖਣਾ ਚਾਹੀਦਾ ਕਿ ਨਹੀਂ ਦੇਖਣਾ ਚਾਹੀਦਾ? ਕਿ ਇਸ ਨੂੰ ਸਿਰਫ ਇੱਕ ਬੇਅਦਬੀ ਦੀ ਘਟਨਾ ਵਜੋਂ ਦੇਖਣਾ ਚਾਹੀਦਾ ਜਾਂ ਕੋਈ ਇਹਦੇ ਪਿੱਛੇ ਵੱਡੀ ਸਾਜ਼ਿਸ਼ ਹੈ ਜਿਸ ਨੂੰ ਅੰਜਾਮ ਦੇਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ? ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਮੰਨਦੀ ਹੈ ਕਿ ਇਹਦੇ ਪਿੱਛੇ ਇੱਕ ਸੋਚੀ ਸਮਝੀ ਸਾਜ਼ਿਸ਼ ਸੀ। ਜੋ ਖੁਲਾਸੇ ਅੱਜ ਸ਼੍ਰੋਮਣੀ ਕਮੇਟੀ ਵੱਲੋਂ ਕੀਤੇ ਗਏ ਨੇ ਉਹਨਾਂ ਖੁਲਾਸੇ ਨੂੰ ਜੇ ਮੰਨੀਏ ਤਾਂ ਲੱਗਦਾ ਹੈ ਕਿ ਵਾਕਈ ਕੋਈ ਸਾਜ਼ਿਸ਼ ਸੀ। ਜਿਹੜਾ ਮੁਲਜ਼ਮ ਜਿਸ ਮੁਲਜ਼ਮ ਨੇ ਬੇਅਦਬੀ ਕਰਨ ਦੀ ਕੋਸ਼ਿਸ਼ ਕੀਤੀ ਹੈ ਉਹ ਮੁਲਜ਼ਮ ਨੂੰ 4 ਵਾਰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਟਾਸਕ ਫੋਰਸ ਗੁਰਦੁਆਰਾ ਸਾਹਿਬ ਤੋਂ ਬਾਹਰ ਛੱਡ ਕੇ ਆਈ ਹੈ ਕਿਉਂਕਿ ਉਹ ਸ਼ੱਕੀ ਲੱਗ ਰਿਹਾ ਸੀ। ਇਸ ਕਰਕੇ ਵਾਰ-ਵਾਰ ਉਹਨੂੰ ਤਾੜਨਾ ਦਿੱਤੀ ਗਈ, ਉਹਨੂੰ ਬਾਹਰ ਕੱਢਿਆ ਗਿਆ, ਪਰ ਪਤਾ ਨਹੀਂ ਕਿਵੇਂ ਅੱਖ ਬਚਾ ਕੇ ਉਹ ਫਿਰ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਤੱਕ ਪਹੁੰਚ ਗਿਆ। ਇਸ ਲਈ ਉਹਨਾਂ ਨੂੰ ਲੱਗਦਾ ਹੈ ਕਿ ਇੱਕ ਸਾਜ਼ਿਸ਼ ਸੀ। ਜੇ ਉਹ ਸਾਜ਼ਿਸ਼ ਹੈ ਤਾਂ ਸਾਜ਼ਿਸ਼ ਦਾ ਹਿੱਸਾ ਕੌਣ ਬਣਿਆ ਹੋਇਆ, ਇਹ ਵੀ ਇੱਕ ਵੱਡਾ ਸਵਾਲ ਹੈ। ਦੂਜਾ ਸਵਾਲ ਇਹ ਵੱਡਾ ਖੜਾ ਹੁੰਦਾ ਕਿ ਕੀ ਪੰਜਾਬ ਦੀ ਏਕਤਾ ਤੇ ਅਖੰਡਤਾ ਨੂੰ ਖਤਮ ਕਰਕੇ ਅੱਗ ਲਾ ਕੇ ਕੋਈ ਆਪਣੀਆਂ ਸਿਆਸੀ ਰੋਟੀਆਂ ਸੇਕਣਾ ਚਾਹੁੰਦਾ ਹੈ? ਇਤਿਹਾਸ ਗਵਾਹ ਰਿਹਾ ਕਿ ਵੋਟ ਪੋਲਰਾਈਜ਼ ਕਰਨ ਦੀਆਂ ਲਗਾਤਾਰ ਕੋਸ਼ਿਸ਼ਾਂ ਹੁੰਦੀਆਂ ਰਹੀਆਂ ਨੇ। ਜੇ ਮੁਲਕ ਦੇ ਵੱਖ-ਵੱਖ ਹਿੱਸਿਆਂ ਦੀ ਗੱਲ ਕਰੀਏ ਤਾਂ ਉੱਥੇ ਵੋਟ ਪੋਲਰਾਈਜ਼ ਕੀਤੀਆਂ ਗਈਆਂ, ਧਰਮ ਦੇ ਨਾਮ ਤੇ, ਜਾਤ ਦੇ ਨਾਮ ਤੇ, ਮਾਸ ਦੇ ਨਾਮ ਤੇ ਇਹ ਸਾਰਾ ਕੁਝ ਹੁੰਦਾ ਰਿਹਾ। ਕਿ ਪੰਜਾਬ ਦੇ ਵਿੱਚ ਵੀ ਇਹ ਕਰਨ ਦੀ ਕੋਸ਼ਿਸ਼ ਹੈਗੀ ਹੈ? ਬੜੇ ਸਾਰੇ ਲੋਕ, ਮੈਂ ਪਾਰਟੀ ਦਾ ਨਾਮ ਜਾਂ ਕਿਸੇ ਏਜੰਸੀ ਦਾ ਨਾਮ ਨਹੀਂ ਲਾਂਗਾ, ਵਾਰ-ਵਾਰ ਐਲੀਗੇਸ਼ਨ ਉਸ ਪਾਰਟੀ ਤੇ, ਉਸ ਏਜੰਸੀ ਤੇ, ਉਸ ਵਿਚਾਰਧਾਰਕ ਜਿਹੜੀ ਵਿਚਾਰਧਾਰਾ ਰੱਖਣ ਵਾਲੀ ਪਾਰਟੀ ਤੇ ਇਲਜ਼ਾਮ ਲਾ ਰਹੇ ਨੇ ਕਿ ਉਹ ਪਾਰਟੀ ਸ਼ਾਇਦ ਪੰਜਾਬ ਦਾ ਮਾਹੌਲ ਖਰਾਬ ਕਰਨਾ ਚਾਹੁੰਦੀ ਹੈ, ਇਸ ਕਰਕੇ ਇਹ ਸਭ ਕੁਝ ਹੋ ਰਿਹਾ। ਸਾਡੇ ਨਾਲ ਖਾਸ ਮਹਿਮਾਨ ਜੁੜੇ ਹੋਏ ਨੇ ਇਸ ਪੂਰੇ ਮੁੱਦੇ ਤੇ ਗੱਲਬਾਤ ਕਰਨ ਦੇ ਲਈ। ਬੜਾ ਸੰਜੀਦਾ ਮਸਲਾ, ਇਸ ਕਰਕੇ ਸੰਜੀਦਾ ਮਹਿਮਾਨ ਅਸੀਂ ਬੁਲਾਏ ਨੇ ਇਸ ਪੂਰੇ ਮੁੱਦੇ ਤੇ ਗੱਲਬਾਤ ਕਰਨ ਦੇ ਲਈ। ਸਾਡੇ ਨਾਲ ਭਾਈ ਮਨਜੀਤ ਸਿੰਘ ਜੀ ਮੌਜੂਦ ਨੇ, ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਮੈਂਬਰ ਨੇ। ਇੰਦਰਪਾਲ ਸਿੰਘ ਜੀ ਮੌਜੂਦ ਨੇ, ਡਾਇਰੈਕਟਰ ਨੇ ਓਵਰਸੀਜ਼ ਗੁਰੂ ਗੋਬਿੰਦ ਸਿੰਘ ਸਟੱਡੀ ਸਰਕਲ ਦੇ। ਤੇ ਡਾਕਟਰ ਪਿਆਰ ਲਾਲ ਗਰਗ ਸਾਹਿਬ ਸਿਆਸੀ ਮਾਹਰ ਨੇ, ਚੰਗੀ ਪਕੜ ਹੈ ਇਹਨਾਂ ਦੀ ਪੂਰੇ ਮੁੱਦਿਆਂ ਦੇ ਉੱਤੇ। ਔਰ ਖਾਸ ਤੌਰ ਤੇ ਪਿਆਰ ਲਾਲ ਗਰਗ ਸਾਹਿਬ ਨੇ ਵੀ ਉਹ ਵਕਤ ਹੰਡਾਇਆ ਜਦੋਂ ਅਤਵਾਦ ਦੀ ਭਖਦੀ ਹੋਈ ਅੱਗ ਦੇ ਵਿੱਚ ਪੰਜਾਬ ਬਲ ਰਿਹਾ ਸੀ। ਕਿ ਉਸੇ ਬਲਦੀ ਅੱਗ ਦੇ ਵਿੱਚ ਸੁੱਟਣ ਦੀ ਕੋਸ਼ਿਸ਼ ਤਾਂ ਨਹੀਂ ਕੀਤੀ ਜਾ ਰਹੀ? ਸਭ ਤੋਂ ਪਹਿਲਾਂ ਮੈਂ ਸ਼ੁਰੂਆਤ ਕਰਾਂਗਾ ਭਾਈ ਮਨਜੀਤ ਸਿੰਘ ਹੋਰਾਂ ਤੋਂ। ਭਾਈ ਮਨਜੀਤ ਸਿੰਘ ਜੀ, ਹੁਣੇ ਪ੍ਰੈਸ ਕਾਨਫਰੰਸ ਅਸੀਂ ਵੀ ਸੁਣੀ ਹੈ ਥੋੜ੍ਹੀ ਦੇਰ ਪਹਿਲਾਂ, ਧਾਮੀ ਸਾਹਿਬ ਹੋਰਾਂ ਵੱਲੋਂ ਪ੍ਰੈਸ ਕਾਨਫਰੰਸ ਕੀਤੀ ਗਈ। 4 ਮਤੇ ਵੀ ਤੁਸੀਂ ਉਸ ਪ੍ਰੈਸ ਜਿਹੜੀ ਤੁਹਾਡੀ ਮੀਟਿੰਗ ਹੋਈ ਉਸ 'ਚ ਪਾਸ ਕੀਤੇ। ਆਪਣੀ SIT ਬਣਾਉਣ ਦੀ ਵੀ ਤੁਸੀਂ ਗੱਲ ਕੀਤੀ ਹੈ ਕਿ ਅਸੀਂ ਆਪਣੀ SIT ਵੀ ਬਣਾਵਾਂਗੇ। ਪਹਿਲੀ ਗੱਲ ਤਾਂ ਇਹ ਸਮਝਾਓ, 2-3 ਗੱਲਾਂ ਸਮਝਣਾ ਚਾਹੁੰਦਾ। ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਅਜਿਹਾ ਕਿਉਂ ਲੱਗਦਾ ਹੈ ਕਿ ਇਹਦੇ ਪਿੱਛੇ ਕੋਈ ਵੱਡੀ ਸਾਜ਼ਿਸ਼ ਹੈ? ਕਿਉਂਕਿ ਬੇਅਦਬੀ ਦੇ ਘਟਨਾਵਾਂ ਤਾਂ ਸਮੇਂ-ਸਮੇਂ ਤੇ ਹੁੰਦੀਆਂ ਰਹੀਆਂ, ਲੋਕੀ ਆਉਂਦੇ ਨੇ, ਬੇਅਦਬੀ ਕਰਦੇ ਨੇ, ਉਹਨਾਂ ਨੂੰ ਸਜ਼ਾ ਮਿਲਦੀ ਹੈ ਨਹੀਂ ਮਿਲਦੀ, ਇਹ ਇੱਕ ਵੱਡਾ ਸਵਾਲ ਜ਼ਰੂਰ ਹੈ। ਪਰ ਤੁਹਾਨੂੰ ਇਹਦੇ ਪਿੱਛੇ ਇੱਕ ਵੱਡੀ ਸਾਜ਼ਿਸ਼ ਕਿਉਂ ਨਜ਼ਰ ਆਉਂਦੀ ਹੈ ਤੇ ਕਿਉਂ ਸਰਕਾਰ ਦੀ ਬਣਾਈ ਹੋਈ SIT ਤੇ ਤੁਹਾਨੂੰ ਇਤਬਾਰ ਨਹੀਂ? ਸਭ ਤੋਂ ਪਹਿਲਾਂ ਹਰਪ੍ਰੀਤ ਜੀ, ਮੈਂ ਬੇਨਤੀ ਕਰਨੀ ਚਾਹੁੰਦਾ ਹਾਂ ਕਿ ਬੜੇ ਦੁੱਖ ਦੀ ਘਟਨਾ ਵਾਪਰੀ ਹੈ ਜੀ। ਔਰ ਸਿੱਖ ਹਿਰਦੇ ਜਿਹੜੇ ਆ ਉਹ ਟਸ ਕਰ ਰਹੇ ਆ। ਔਰ ਸਿੱਖਾਂ ਦੇ ਹਿਰਦੇ ਜਿਹੜੇ ਵਲੂੰਦਰੇ ਗਏ ਆ। ਔਰ ਜਿੱਥੇ ਵੀ ਕੋਈ ਸਿੱਖ ਬੈਠਾ ਹੈ, ਪੰਜਾਬ 'ਚ, ਦੇਸ਼ਾਂ 'ਚ, ਵਿਦੇਸ਼ਾਂ 'ਚ, ਹਰ ਇੱਕ ਦੀਆਂ ਨਜ਼ਰਾਂ ਜਿਹੜੀਆਂ ਨੇ ਉਹ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਦੇ ਉੱਤੇ ਟਿਕੀਆਂ ਹੋਈਆਂ ਨੇ। ਔਰ ਸਭ ਦੀ ਆਸਥਾ ਜਿਹੜੀ ਹੈ ਉਹ ਵੀ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਆ। ਸੱਚਖੰਡ ਹਰਿਮੰਦਰ ਸਾਹਿਬ ਇਕੱਲੇ ਸਿੱਖਾਂ ਦਾ ਨਹੀਂ, ਉਹ ਸਮੁੱਚੀ ਲਕਾਈ ਦਾ ਇੱਕ ਜਿਹੜਾ ਹੈ ਉਹ ਕੇਂਦਰ ਹੈ ਜੀ। ਔਰ ਸਮੁੱਚੀ ਲਕਾਈ ਨੂੰ ਉੱਥੋਂ ਇੱਕ ਸੰਦੇਸ਼ ਮਿਲਦਾ ਹੈ, ਸਭੇ ਸਾਂਝੀ ਵਾਲ ਸਦਾਇਨ ਤੂੰ ਕਿਸੇ ਨੇ ਦੱਸੇ ਬਾਹਰਾ ਜੀਓ ਜੀ ਜੀ। ਔਰ ਖੱਤਰੀ ਬ੍ਰਾਹਮਣ ਸੂਦ ਵੈਸ ਉਪਦੇਸ਼ 4 ਵਰਨਾ ਕੋ ਸਾਂਝਾ। ਔਰ ਅਵਰ ਅੱਲਾ ਨੂਰ ਪਾਇਆ ਕੁਦਰਤ ਕੇ ਸਭ ਬੰਦੇ, ਏਕ ਨੂਰ ਤੇ ਸਭ ਜਗ ਉਪਜਿਆ ਕੌਣ ਭਲੇ ਕੋ ਮੰਦੇ। ਜੀ ਜੀ। ਉੱਥੇ ਸਾਰੇ ਧਰਮਾਂ ਦੇ ਲੋਕਾਂ ਦਾ ਸਤਿਕਾਰ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਦੇ ਵਿੱਚ ਹੁੰਦਾ। ਗੁਰੂ ਗ੍ਰੰਥ ਸਾਹਿਬ ਜੀ ਸਾਰਿਆਂ ਨੂੰ ਆਪਣੇ ਗੱਲ ਨਾਲ ਲਾਉਂਦੇ ਆ। ਔਰ ਕੋਈ ਲਹਿੰਦੇ ਵੱਲੋਂ ਆ ਜੇ, ਚੜ੍ਹਦੇ ਵੱਲੋਂ ਆ ਜੇ, ਕਿਸੇ ਪਾਸੇ 4 ਦਿਸ਼ਾ 'ਚੋਂ ਆ ਜੇ, ਸਾਰਿਆਂ ਨੂੰ ਕਿਸੇ ਧਰਮ ਦਾ ਆ ਜੇ, ਰਿਕਸ਼ੇ ਵਾਲਾ ਆ ਜੇ, ਰਾਜਾ ਆ ਜੇ, ਰਾਣਾ ਆ ਜੇ, ਸਾਰਿਆਂ ਨੂੰ ਹੀ
ਸਾਹਿਬ ਸ੍ਰੀ ਗੁਰੂ ਰਾਮਦਾਸ ਸਾਹਿਬ ਪਾਤਸ਼ਾਹ ਜਿਹੜੇ ਉਹ ਆਪਣੇ ਗੱਲ ਨਾਲ ਲਾਉਂਦੇ ਆ ਠੀਕ ਔਰ ਹੈ। ਸਾਂਝੀਵਾਲਤਾ ਦਾ ਉਪਦੇਸ਼ ਜਾਂਦਾ ਹੈ। ਅਫਸੋਸ ਇਸ ਗੱਲ ਦਾ ਹੈ ਕਿ ਉਸ ਸਾਂਝੀਵਾਲਤਾ ਦਾ ਕੇਂਦਰ ਜਿਹੜਾ ਜਿੱਥੋਂ ਮਨੁੱਖਤਾ ਨੂੰ ਸਾਂਝੀਵਾਲਤਾ ਦਾ ਸੁਨੇਹਾ ਮਿਲਦਾ ਹੈ, ਅੱਜ ਉਸ ਮਨੁੱਖਤਾ ਦਾ ਕੇਂਦਰ ਜਿਹੜਾ ਸਿੱਖਾਂ ਦੀ ਰੂਹ ਆ ਉਹਦੇ ਤੇ ਅੱਜ ਹਮਲਾ ਹੋਇਆ ਹੈ। ਔਰ ਮੈਂ ਸਮਝਦਾ ਹੈ ਕਿ ਇਹ ਇੱਕ ਬੜੀ ਵੱਡੀ ਕਿਰੀ ਮਿੱਥੀ ਸਾਜ਼ਿਸ਼ ਹੈ ਔਰ ਕਿਸਾਨੀ ਸੰਘਰਸ਼ ਤੋਂ ਬਾਅਦ ਉਹ ਸੰਘਰਸ਼ ਖਤਮ ਹੋਇਆ ਹੈ, ਉਹ ਬਹੁਤ ਵੱਡੀ ਜਿੱਤ ਹੋਈ ਹੈ ਔਰ ਜਿਹੜੇ ਮੁੱਦੇ ਨੂੰ ਲੈ ਕੇ ਉਹ ਚੱਲ ਰਿਹਾ ਸੀ ਉਹ ਮੁੱਦਾ ਹੱਲ ਹੋਇਆ, ਕਾਨੂੰਨ ਵਾਪਸ ਹੋਇਆ। ਔਰ ਇੱਕੇ ਵਾਰ ਉਸ ਤੋਂ ਬਾਅਦ ਪਹਿਲਾਂ ਸਰੋਵਰ ਸਾਹਿਬ ਦੇ ਕੰਢੇ ਤੇ ਬੈਠ ਕੇ ਤੇ ਗੁਟਕਾ ਸਾਹਿਬ ਜਿਹੜਾ ਸਰੋਵਰ ਦੇ ਵਿੱਚ ਸਿੱਟਿਆ ਜਾਂਦਾ ਹੈ, ਉਹ ਜਿਹੜਾ ਮੁਰਜਮ ਆ ਉਹਨੂੰ ਇੱਥੇ ਪੁੱਛਗਿੱਛ ਕੀਤੀ ਜਾਂਦੀ ਹੈ, ਨਹੀਂ ਕੋਈ ਪਤਾ ਲੱਗਾ ਉਹਨੂੰ ਪੁਲਿਸ ਨੂੰ ਦਿੱਤਾ ਜਾਂਦਾ ਹੈ ਤੇ ਪੁਲਿਸ ਉਹਦਾ ਰਿਮਾਂਡ ਲੈਣ ਦੀ ਬਜਾਏ ਉਹਨੂੰ ਸਿੱਧਾ ਹੀ ਜਿਹੜਾ ਹੈ ਉਹ ਜੁਡੀਸ਼ੀਅਲ ਰਿਮਾਂਡ 'ਚ ਭੇਜ ਦਿੰਦੀ ਹੈ। ਉਸ ਤੋਂ ਅਗਲੇ ਦਿਨ ਫੇਰ ਆਨੰਦਪੁਰ ਸਾਹਿਬ ਉੱਥੇ ਘਟਨਾ ਉਸ ਤੋਂ ਪਹਿਲਾਂ ਵਾਪਰੀ ਹੈ, ਉਹਦਾ ਮੁਰਜਮ ਵੀ ਗਿਆ ਹੈ ਤੇ ਉਹ ਵੀ ਕਹਿ ਦਿੱਤਾ ਵੀ ਇਹ ਮੈਂਟਲੀ ਰਿਟਾਇਰਡ ਆ ਔਰ ਇਹ ਪਾਗਲ ਆ। ਔਰ ਉਸ ਤੋਂ ਬਾਅਦ ਜਿਹੜੀ ਇਹ ਘਟਨਾ ਹੋਈ ਹੈ, ਇਹ ਮੌਕੇ ਦੇ ਉੱਤੇ ਮੈਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਧੰਨਵਾਦ ਕਰਨਾ ਚਾਹੁੰਦਾ, ਸਿੰਘ ਸਾਹਿਬ ਗਿਆਨੀ ਬਲਜੀਤ ਸਿੰਘ ਦਾ ਧੰਨਵਾਦ ਕਰਨਾ ਚਾਹੁੰਦਾ, ਉੱਥੇ ਜਿਹੜੇ ਅੰਦਰ ਸਾਡੇ ਸਾਰੇ ਸੇਵਾਦਾਰ ਸਾਹਿਬਾਨ ਨੇ ਉਹਨਾਂ ਦਾ ਧੰਨਵਾਦ ਕਰਨਾ ਚਾਹੁੰਦਾ, ਕਿਉਂਕਿ ਉਸ ਟਾਈਮ ਤੇ ਬੜੀ ਕਾਮ ਬੜੀ ਸ਼ਾਂਤੀ ਹੁੰਦੀ ਹੈ ਕਿ ਅੱਖਾਂ ਮੀਟ ਕੇ ਕਈ ਵਾਰ ਆਪਾਂ ਬੈਠੇ ਹੁੰਦੇ ਆ ਕਿ ਰਹਿਰਾ ਸਾਹਿਬ ਦਾ ਪਾਠ ਅਸੀਂ ਸੁਣਨਾ, ਸੋਦਰ ਦਾ ਪਾਠ ਅਸੀਂ ਸੁਣਨਾ। ਸੋ ਉਸ ਟਾਈਮ ਤੇ ਇਸ ਘਟਨਾ ਨੂੰ ਅੰਜਾਮ ਦਿੱਤਾ ਜਾਂਦਾ ਹੈ। ਉਹ ਬੰਦਾ ਪਹਿਲਾਂ ਵੀ ਆਉਂਦਾ ਹੈ 11 ਕੁ ਵਜੇ ਦੇ ਨਾਲ, ਮੱਥਾ ਟੇਕਣ ਤੋਂ ਬਾਅਦ ਮੱਥਾ ਨਹੀਂ ਟੇਕਦਾ, ਮੱਥੇ ਤੋਂ ਬਗੈਰ ਉਹ ਉੱਪਰ ਹਰਕੀ ਪੌੜੀ ਤੇ ਚਲੇ ਜਾਂਦਾ ਹੈ, ਜਿਹੜੇ ਸਾਨੂੰ ਸਾਡੀ ਫੁਟੇਜ ਦੱਸ ਰਹੀਆਂ ਨੇ। ਔਰ ਉਸ ਤੋਂ ਬਾਅਦ ਉਹ ਫਿਰ ਬਾਹਰ ਚਲੇ ਜਾਂਦਾ ਹੈ ਔਰ ਉਹਨੂੰ ਟਾਸਕ ਫੋਰਸ ਵਾਲੇ ਜਿਹੜੇ ਆ ਉਹਨੂੰ ਰੋਕਦੇ ਵੀ ਹੈ ਔਰ ਉਹ ਫਿਰ ਬਾਹਰ ਜਾ ਕੇ ਫਿਰ ਉਹ ਲੰਗਰ ਹਾਲਤ ਨਹੀਂ ਇੱਧਰ ਦੀ ਆ ਕੇ ਪ੍ਰਸ਼ਾਦਾ ਛਕ ਕੇ ਚਾਹ ਪੀ ਕੇ ਫਿਰ ਉਹ ਦੁਬਾਰਾ ਫਿਰ 4 ਵੱਜ ਕੇ ਕੁਛ ਮਿੰਟ ਤੇ ਫਿਰ ਅੰਦਰ ਜਾਂਦਾ ਹੈ। ਮੈਂ ਸਮਝਦਾ ਹੈ ਕਿ ਉਹ ਇੱਕ ਪ੍ਰੀ ਪਲਾਨ ਜਿਹੜਾ ਉਸ ਬੰਦੇ ਨੂੰ ਭੇਜਿਆ ਗਿਆ, ਇਹਦੇ ਪਿੱਛੇ ਬੜੀ ਵੱਡੀ ਸਾਜ਼ਿਸ਼ ਹੈ। ਔਰ ਇਹ ਪੰਜਾਬ ਦੇ ਭਾਈ ਮਨਜੀਤ ਸਿੰਘ ਜੀ ਦੋ ਤਿੰਨ ਚੀਜ਼ਾਂ ਮੈਂ ਕਲੀਅਰ ਜ਼ਰੂਰ ਕਰਨਾ ਚਾਹਨਾ। ਕੁਝ ਲੋਕ ਇਸ ਤੇ ਕਿੰਤੂ ਪਰੰਤੂ ਕਰ ਰਹੇ ਨੇ, ਬਹੁਤ ਸਾਰੇ ਲੋਕ ਕਹਿ ਰਹੇ ਨੇ ਕਿ ਜੋ ਹੋਇਆ, ਜੋ ਉਸ ਮੁਲਜ਼ਮ ਨਾਲ ਹੋਇਆ ਉਹ ਬਹੁਤ ਵਧੀਆ ਹੋਇਆ। ਜਦੋਂ ਸਰਕਾਰਾਂ ਕੋਈ ਇਨਸਾਫ ਨਾ ਕਰ ਪਾਣ ਤਾਂ ਲੋਕਾਂ ਨੂੰ ਕਾਨੂੰਨ ਆਪਣੇ ਹੱਥ 'ਚ ਲੈਣਾ ਪੈਂਦਾ ਹੈ। ਜਦੋਂ ਸਾਡੇ ਪਿਤਾ ਦੇ ਉੱਤੇ ਇਹ ਲੋਕ ਕਹਿੰਦੇ ਨੇ ਕਿ ਸਾਡੇ ਪਿਤਾ ਦੇ ਜਦੋਂ ਕੋਈ ਕਹਿੰਦਾ ਤਾਂ ਸੈਲਫ ਡਿਫੈਂਸ ਦੇ ਵਿੱਚ ਜੋ ਅਸੀਂ ਕਰ ਰਹੇ ਹਾਂ ਉਹ ਠੀਕ ਹੈ, ਪਰ ਨਾਲ ਹੀ ਕੁਝ ਲੋਕਾਂ ਵੱਲੋਂ ਇਹ ਵੀ ਕਿਹਾ ਜਾ ਰਿਹਾ ਕਿ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਦੇ ਚੁਗਿਰਦੇ ਦੇ ਵਿੱਚ ਨਹੀਂ ਇਹ ਸਭ ਕੁਝ ਹੋਣਾ ਚਾਹੀਦਾ ਸੀਗਾ। ਉਸ ਤੋਂ ਘੱਟੋ ਘੱਟ ਇਹ ਪਤਾ ਲੱਗਣਾ ਚਾਹੀਦਾ ਸੀਗਾ। ਅਸੀਂ ਉਸ ਦੀ ਮੌਤ ਦੇ ਨਾਲ ਸਬੂਤ ਵੀ ਖਤਮ ਹੋ ਗਏ, ਉਸ ਦੀ ਮੌਤ ਦੇ ਨਾਲ ਇਹ ਕਹਾਣੀ ਉਵੇਂ ਦੀ ਉਵੇਂ ਰਹਿ ਗਈ ਕਿ ਇਹਦੇ ਪਿੱਛੇ ਕੌਣ ਸੀਗਾ, ਸਾਜ਼ਿਸ਼ ਜਿਹੜੀ ਹੈ ਉਹ ਨਹੀਂ ਪਤਾ ਲੱਗ ਸਕੀ ਇਹਦੇ ਪਿੱਛੇ ਕੌਣ ਸੀਗਾ। ਕੀ ਤੁਹਾਨੂੰ ਲੱਗਦਾ ਹੈ ਕਿ ਇਦਾਂ ਮੌਤ ਦੇ ਘਾਟ ਉਤਾਰਨਾ ਠੀਕ ਸੀ? ਹਰਪ੍ਰੀਤ ਜੀ, ਮੈਂ ਬੇਨਤੀ ਕਰਨੀ ਚਾਹੁੰਦਾ ਕਿ ਇਸ ਤੋਂ ਪਹਿਲਾਂ ਜਿੰਨੇ ਵੀ ਮੁਰਜਮ ਫੜ ਕੇ ਸਰਕਾਰ ਨੂੰ ਦਿੱਤੇ ਆ, ਪੁਲਿਸ ਨੂੰ ਦਿੱਤੇ ਆ, ਕੋਈ ਇੱਕ ਦਾ ਵੀ ਨਿਆਂ ਮਿਲਿਆ ਹੈ? ਕੋਈ ਵੀ ਫਲਾਣਾ ਜਿਹੜਾ ਹੈ ਉਹਨੇ ਬੇਅਦਬੀ ਕੀਤੀ ਆ ਤੇ ਉਹਨੂੰ ਸਜ਼ਾ ਮਿਲੀ ਹੈ, ਉਹਨੂੰ ਕੋਈ ਆਪਣਾ ਜੇਲ੍ਹ ਹੋਈ ਹੈ ਜਾਂ ਉਹਨੂੰ ਫਾਂਸੀ ਹੋਈ ਹੈ? ਔਰ ਮੈਂ ਸਮਝਦਾ ਕਿ ਇੱਥੇ ਸਿੱਟਾਂ ਬਣੀਆਂ, ਇੱਥੇ ਜਿਹੜੇ ਕਮਿਸ਼ਨ ਬਣੇ। ਔਰ ਤੁਸੀਂ ਇਸ ਤੋਂ ਥੋੜਾ ਜਿਹਾ ਮੈਂ ਪਿੱਛੇ ਜਾਣਾ ਚਾਹਣਾ, ਔਰ ਜੂਨ ਜਿਹੜਾ 84 ਦੇ ਵਿੱਚ ਉੱਥੇ ਕਤਲੇਆਮ ਹੋਇਆ ਸੀ ਦਿੱਲੀ ਦੇ ਵਿੱਚ, ਔਰ ਕਿੰਨਾ ਵੱਡਾ ਉੱਥੇ ਸਾਡੇ ਨਾਲ ਬਹੁਤ ਵੱਡਾ ਕਤਲੇਆਮ ਹੋਇਆ, ਬੜੇ ਉੱਥੇ ਸਿੱਟਾਂ ਬਣੀਆਂ, ਬੜੇ ਉੱਥੇ ਕਮਿਸ਼ਨ ਬਣੇ ਔਰ ਕੋਈ ਕਿਸੇ ਨੇ ਉੱਥੇ ਨਿਆਂ ਨਹੀਂ ਦਿੱਤਾ। ਔਰ ਜਿਹੜੇ ਬੰਦੇ ਇਹ ਗੱਲ ਕਹਿੰਦੇ ਆ ਕਿ ਉੱਥੇ ਇਹ ਗੱਲ ਨਹੀਂ ਸੀ ਹੋਣੀ ਚਾਹੀਦੀ, ਉਹ ਤਾਂ ਫਿਰ ਮੱਸੇ ਰੰਗੜ ਨਾਲ ਜਦੋਂ ਇੱਥੇ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਦੀ ਬੇਅਦਬੀ ਕਰ ਰਿਹਾ ਸੀ ਤਾਂ ਉਸ ਟਾਈਮ ਤੇ ਬਾਬਾ ਸੁੱਖਾ ਸਿੰਘ ਤੇ ਬਾਬਾ ਮਤਾਬ ਸਿੰਘ ਜਿਹੜਾ ਬੁੱਢੇ ਜੌੜ ਤੋਂ ਚੱਲ ਕੇ ਆਏ ਸੀ ਤੇ ਉਹਨਾਂ ਨੇ ਆਣ ਕੇ ਮੱਸੇ ਦਾ ਸਿਰ ਵੱਢ ਕੇ, ਕਿਉਂਕਿ ਉਹ ਬੇਅਦਬੀ ਕਰ ਰਿਹਾ ਸੀ ਸੱਚਖੰਡ ਹਰਿਮੰਦਰ ਸਾਹਿਬ ਦੀ, ਤੇ ਜਾ ਕੇ ਬੁੱਢੇ ਜੌੜ ਆਪਣੀ ਖੁੱਦੋ ਖੁੰਡੀ ਖੇਡਿਆ ਸੀ। ਉਹਨਾਂ ਲੋਕਾਂ ਨੂੰ ਫਿਰ ਇਹ ਲੋਕ ਕਹਿਣਗੇ ਕਿ ਉਹਨਾਂ ਲੋਕਾਂ ਨੇ ਮਾੜਾ ਕਿਉਂ ਕੀਤਾ, ਇਹ ਸਾਡੇ ਇਤਿਹਾਸ ਦਾ ਹਿੱਸਾ ਹੈ। ਔਰ ਜਦੋਂ ਮੁਗਲਾਂ ਦਾ ਰਾਜ ਸੀ ਤਾਂ ਉਦੋਂ ਵੀ ਸੱਚਖੰਡ ਹਰਿਮੰਦਰ ਸਾਹਿਬ ਦੀ ਇੱਥੇ ਬੇਅਦਬੀ ਕੀਤੀ ਗਈ। ਬਾਬਾ ਦੀਪ ਸਿੰਘ ਜੀ ਉਦੋਂ ਉੱਥੋਂ ਸਾਬੋ ਕੀ ਤਲਵੰਡੀ ਤੋਂ ਚੱਲ ਕੇ ਆਣ ਕੇ ਉਹਨੇ ਸੱਚਖੰਡ ਹਰਿਮੰਦਰ ਸਾਹਿਬ ਦੀ ਜਿਹੜੀ ਆਪਣੀ ਪਵਿੱਤਰਤਾ ਸੀ ਉਹਨੂੰ ਕਾਇਮ ਰੱਖਿਆ। ਸੋ ਜਦੋਂ ਸਾਡੀ ਰੂਹ ਤੇ ਹਮਲਾ ਹੋਇਆ, ਸਾਡੇ ਉਹ ਮੁਕੱਦਸ ਸਥਾਨ ਤੇ ਹਮਲਾ ਹੋ ਗਿਆ, ਤੇ ਉਹ ਇਹ ਗੱਲ ਕਹਿੰਦੇ ਆ ਕਿ ਉਸ ਬੰਦੇ ਨੂੰ ਉੱਥੇ ਜਿਹੜਾ ਜੋ ਆਪਣੇ ਸਿੱਖ ਪਰੰਪਰਾਵਾਂ ਸੀ, ਸਿੱਖ ਰਵਾਇਤਾਂ ਸੀ, ਉਹਦੇ ਮੁਤਾਬਕ ਜਿਹੜੀ ਸਜ਼ਾ ਦਿੱਤੀ ਗਈ ਆ। ਮੈਂ ਸਮਝਦਾ ਹਾਂ ਕਿ ਇਹ ਉਸ ਪੁਰਾਣੇ ਇਤਿਹਾਸ ਨੂੰ ਦੁਹਰਾਇਆ ਗਿਆ, ਜਿਹੜਾ ਇਤਿਹਾਸ ਬਾਬਾ ਸੁੱਖਾ ਸਿੰਘ ਨੇ
ਆਪਣਾ ਪੈਦਾ ਕੀਤਾ ਸੀ, ਜਿਹੜਾ ਬਾਬਾ ਦੀਪ ਸਿੰਘ ਠੀਕ ਹੈ ਜੀ ਨੇ ਕੀਤਾ ਠੀਕ ਹੈ ਸੀ। ਮੈਂ ਨਾ ਜਿਹੜਾ ਜੂਨ ਭਾਈ ਮਨਜੀਤ ਸਿੰਘ ਜੀ ਇੱਕ ਮਿੰਟ 1984 ਵਾਪਸ ਆਣਾ, ਮੈਂ ਤੁਹਾਡੇ ਕੋਲ ਵਾਪਸ ਸਿੰਘ ਆਣਾ, ਮੇਰੇ ਕੋਲ ਹੋਰ ਵੀ ਮਹਿਮਾਨ ਨੇ। ਇੰਦਰਪਾਲ ਸਿੰਘ ਜੀ ਕੋਲ ਚਲਦੇ, ਫਿਰ ਪੈਰਲ ਗਰਗ ਸਾਹਿਬ ਕੋਲ ਵੀ ਚੱਲਾਂਗੇ। ਇੰਦਰਪਾਲ ਸਿੰਘ ਜੀ, ਜਿਹੜਾ ਇਸ਼ਾਰਾ ਭਾਈ ਮਨਜੀਤ ਸਿੰਘ ਹੋਰਾਂ ਨੇ ਕੀਤਾ ਹੈ, ਉਹਨਾਂ ਨੇ ਇਹ ਇਸ਼ਾਰਾ ਦੇਣ ਦੀ ਕੋਸ਼ਿਸ਼ ਕੀਤੀ ਕਿ ਕਿਸਾਨੀ ਸੰਘਰਸ਼ ਤੋਂ ਬਾਅਦ ਯਕਦਮ ਅਜਿਹੀਆਂ ਘਟਨਾਵਾਂ ਇੱਕ ਤੋਂ ਬਾਅਦ ਇੱਕ ਹੋਣੀਆਂ ਸ਼ੁਰੂ ਹੋਈਆਂ, ਉਹ ਕਿਤੇ ਨਾ ਕਿਤੇ ਸੁਨੇਹਾ ਦਿੰਦੀਆਂ ਨੇ ਕਿ ਇੱਕ ਵੱਡੀ ਸਾਜ਼ਿਸ਼ ਹੈ। ਉਹਦਾ ਮਤਲਬ ਸਭ ਨੂੰ ਸਮਝ ਆ ਰਿਹਾ ਕਿ ਉਹ ਕਿਸ ਪਾਰਟੀ ਦੇ ਨਾਲ ਜਾਂ ਕਿਸ ਵਿਚਾਰਧਾਰਾ ਦੇ ਨਾਲ ਇਸ ਚੀਜ਼ ਨੂੰ ਜੋੜ ਕੇ ਦੇਖ ਰਹੇ ਨੇ। ਕਿ ਤੁਹਾਨੂੰ ਵੀ ਲੱਗਦਾ ਹੈ ਕਿ ਇਹਦੇ ਪਿੱਛੇ ਵੋਟ ਪੋਲਰਾਈਜੇਸ਼ਨ ਕਰਨ ਦੀ ਕੋਸ਼ਿਸ਼ ਵੀ ਹੋ ਸਕਦੀ ਹੈ, ਪੰਜਾਬ ਦਾ ਮਾਹੌਲ ਖਰਾਬ ਕਰਕੇ ਹਿੰਦੂ ਸਿੱਖ ਭਾਈਚਾਰਕ ਏਕਤਾ ਨੂੰ ਤਾਕ ਦੇ ਵਿੱਚ ਲਗਾ ਕੇ, ਜਾਂ ਇਹ ਇੱਕ ਖਾਸ ਕੌਮ ਨੂੰ ਇਹ ਦਰਸਾ ਦੇਣਾ ਕਿ ਤੁਸੀਂ ਪੰਜਾਬ ਦੇ ਵਿੱਚ ਸੇਫ ਨਹੀਂ ਹੋ, ਜੇ ਫਲਾਣੀ ਪਾਰਟੀ ਨੂੰ ਤੁਸੀਂ ਵੋਟ ਦਿੰਦੇ ਹੋ, ਤੁਸੀਂ ਤਾਂ ਹੀ ਸੇਫ ਹੋ ਜੇ ਸਾਨੂੰ ਵੋਟ ਦਿੰਦੇ ਹੋ। ਅਜਿਹੀ ਕੋਸ਼ਿਸ਼ ਨਜ਼ਰ ਆ ਰਹੀ ਹੈ ਤੁਹਾਨੂੰ? ਹਰਪ੍ਰੀਤ ਸਿੰਘ ਜੀ, ਬਹੁਤ ਹੀ ਦੁਖਦਾਈ ਤੇ ਬਹੁਤ ਹੀ ਹਿਰਦੇ ਵਿਦਕ ਤੇ ਬਹੁਤ ਹੀ ਨਿੰਦਣਯੋਗ ਜਿਹੜੀ ਘਟਨਾ ਹੋਈ ਪਰਸੋਂ, ਮਤਲਬ ਉਹਦਾ ਕੋਈ ਸ਼ਬਦ ਨਹੀਂ ਹੈ ਜਿਹਦੇ 'ਚ ਉਹਨੂੰ ਅਸੀਂ ਕੰਡੈਮ ਕਰੀਏ। ਦੇਸ਼ ਵਿਦੇਸ਼ ਤੋਂ, ਦੁਨੀਆ ਦਾ ਹਰ ਜਿਹੜਾ ਨਾਨਕ ਨਾਮ ਲੈਵਾ ਗੁਰਸਿੱਖ ਹੈ, ਉਹ ਇਸ ਗੱਲ ਦੇ ਉੱਤੇ ਜਿਹੜਾ ਉਹਦੇ ਹਿਰਦੇ ਵੀ ਵਲੁੰਦਰੇ ਗਏ ਤੇ ਉਹ ਇਸ ਗੱਲ ਦੀ ਸੋਚਾਂ 'ਚ ਪਿਆ ਵੀ ਇਹ ਕਿਉਂ ਹੋਇਆ। ਗੱਲ ਮੈਂ ਥੋੜਾ ਜਿਹਾ ਪਿੱਛੇ ਜਾਣਾ ਤੇ 1978 ਦੇ ਵਿੱਚ ਤੁਹਾਨੂੰ ਯਾਦ ਹੋਣਾ ਕਿ ਜਦੋਂ ਮੰਦਰਾਂ ਦੇ ਵਿੱਚ ਗਊਆਂ ਦੀਆਂ ਪੁੱਛਾਂ ਸੁੱਟੀਆਂ ਗਈਆਂ, ਸ਼੍ਰੀ ਅਕਾਲ ਤਖਤ ਸਾਹਿਬ ਤੇ ਸਿਗਰਟਾਂ ਦੀਆਂ ਡੱਬੀਆਂ ਸੁੱਟੀਆਂ ਗਈਆਂ, ਉੱਥੋਂ ਤੋਂ ਲੈ ਕੇ ਤੇ ਅੱਜ ਤੱਕ ਦਾ ਜਿਹੜੀ ਸੀ ਅਸੀਂ ਘਟਨਾਵਾਂ ਦਾ ਵੇਖਦੇ ਹਾਂ। 15 ਸਾਲ ਪੰਜਾਬ ਨੇ ਸੰਤਾਪ ਭੋਗਿਆ। ਮੈਨੂੰ ਇੱਕ ਸਾਡੀ ਰਾਜਨੀਤੀ ਹੈ, ਜਿਹੜੀ ਦੇਸ਼ ਦੀ ਬਲਕਿ ਰਾਜਨੀਤੀ ਇੱਕ ਵਧੀਆ ਲੀਹਾਂ ਤੇ ਚੱਲਣੀ ਚਾਹੀਦੀ ਸੀ, ਡੈਮੋਕ੍ਰੇਸੀ ਸਾਡੀ ਬਣੀ, ਸਾਡਾ ਦੇਸ਼ ਆਜ਼ਾਦ ਹੋਇਆ ਜੀ, ਉਹ ਜਿਹੜੀਆਂ ਨਿਵਾਣਾ ਵੱਲ ਗਿਰਦੀ ਇਸ ਕਦਰ ਆ ਗਈ ਹੈ ਕਿ ਅੱਜ ਸਾਨੂੰ ਦੇਸ਼ ਦੀ ਤਰੱਕੀ ਦੇ ਲਈ ਜਾਂ ਸੂਬੇ ਦੀ ਤਰੱਕੀ ਦੇ ਲਈ ਮੁੱਦੇ ਸਾਨੂੰ ਨਹੀਂ ਲੱਭ ਰਹੇ ਤੇ ਸਾਨੂੰ ਇਸ ਤਰ੍ਹਾਂ ਦੀ ਘਟਨਾਵਾਂ ਕਰਕੇ ਜਾਂ ਕਰਵਾ ਕੇ ਸਾਨੂੰ ਮੁੱਦੇ ਅਸੀਂ ਲੋਕਾਂ ਦਾ ਧਿਆਨ ਭਟਕਾ ਰਹੇ ਹਾਂ। ਮਤਲਬ ਇਹ ਆਪਣੇ ਆਪ 'ਚ ਇੱਕ ਬਹੁਤ ਹੀ ਮੰਦਭਾਗੀ ਤੇ ਬੜੀ, ਤੁਸੀਂ ਹੋਰ ਥੋੜਾ ਜਿਹਾ ਅੱਗੇ ਆਓ ਤੇ ਪਿਆਰਾ ਸਿੰਘ ਭਨਿਆਰੇ ਵੇਲੇ ਨੇ ਜਿਹੜੀ 98-99 ਦੀ ਜਿਹੜੀ ਘਟਨਾ ਹੋਈ ਸੀ, ਉਦੋਂ ਸਾਨੂੰ ਇਨਸਾਫ ਨਹੀਂ ਮਿਲਿਆ। ਗੁਰੂ ਗ੍ਰੰਥ ਸਾਹਿਬ ਦੀ ਬੇਦਬੀ ਦਾ ਸ਼ਰੇਆਮ ਸਾਡੇ ਰੋਪੜ ਜ਼ਿਲ੍ਹੇ 'ਚ ਹੀ ਪਿੰਡ ਰਤਨਗੜ੍ਹ ਤੋਂ ਮਹਾਰਾਜ ਦਾ ਸਰੂਪ ਲੈ ਕੇ ਉਹ ਕਿਵੇਂ ਇੱਕ ਪੰਨਾ ਜੋ ਅੰਗ ਖਿਲਾਰਦਾ ਗਿਆ ਬੰਦਾ, ਉਸ ਤੋਂ ਬਾਅਦ ਜੋ ਕੇਸ ਉਹ ਚੱਲਿਆ, ਕੇਸ ਟ੍ਰਾਂਸਫਰ ਹੋ ਗਿਆ, ਹਵਾਲੇ ਚਲੇ ਗਿਆ। ਮਤਲਬ ਉਹ ਜਿਹੜੀ ਸਰਕਾਰਾਂ ਦੀ ਗੈਰ ਸੰਜੀਦਗੀ, ਜੁਡੀਸ਼ੀਅਲ ਮਸ਼ੀਨਰੀ ਦੀ ਗੈਰ ਸੰਜੀਦਗੀ, ਇਨਵੈਸਟੀਗੇਟਿੰਗ ਏਜੰਸੀਆਂ ਦੀ ਗੈਰ ਸੰਜੀਦਗੀ, ਉਸ ਤੋਂ ਬਾਅਦ 2015 ਦੀ ਘਟਨਾ ਹੋਈ, ਉਸ ਤੋਂ ਬਾਅਦ ਸਾਰੀ ਇੱਕ ਲੱਗਿਆ ਪੋਲੀਟੀਕਲ ਪਾਰਟੀਆਂ ਨੂੰ, ਸਾਡੇ ਦੇਸ਼ ਦੀਆਂ ਨੂੰ, ਕਿ ਇਹਦੇ ਤੇ ਤਾਂ ਵਧੀਆ ਰਾਜਨੀਤੀ ਹੋ ਸਕਦੀ ਹੈ, ਇਹ ਮੁੱਦਿਆਂ ਨੂੰ ਹੱਲ ਕਰਨ ਦੀ ਲੋੜ ਹੀ ਨਹੀਂ, ਇਹਦੇ ਪ੍ਰਤੀ ਸੰਜੀਦਗੀ ਦਿਖਾਉਣ ਦੀ ਲੋੜ ਹੀ ਨਹੀਂ ਹੈ। ਇਹ ਉਸ ਗੱਲ ਨੇ ਅੱਜ ਸਾਨੂੰ ਇੱਥੇ ਲਿਆ ਕੇ ਖੜਾ ਕਰ ਦਿੱਤਾ ਕਿ ਅੱਜ ਜੇ ਉਸ ਵਕਤ ਉਹ ਜੋ ਘਟਨਾ ਹੋਈ, ਉਸ ਤੋਂ ਬਾਅਦ ਦੇਖੋ ਹਰਪ੍ਰੀਤ ਸਿੰਘ ਜੀ, ਇੱਕ ਕੁਦਰਤੀ ਹੈ, ਹੁਣ ਲੋਕ ਆਪਣੇ ਹੱਥਾਂ 'ਚ ਲੈਣ ਲੱਗ ਗਏ। ਹਰਪ੍ਰੀਤ ਸਿੰਘ ਜੀ, ਕੋਈ ਨਰਮ ਤੋਂ ਨਰਮ ਬੰਦਾ ਜਿਹਨੇ ਕਦੀ ਕੀੜੀ ਨਹੀਂ ਮਾਰੀ, ਉਹਦਾ ਵੀ ਖੂਨ ਖੋਲਿਆ। ਉੱਥੇ ਬੀਬੀਆਂ ਦੇ ਮੈਂ ਵਿਚਾਰ ਸੁਣੇ ਟੀਵੀ ਤੇ ਵੀ ਜੇ ਅਸੀਂ ਉੱਥੇ ਹੁੰਦੀਆਂ ਤੇ ਅਸੀਂ ਵੀ ਇਹੀ ਕੁਛ ਕਰਨਾ ਸੀ। ਮਤਲਬ ਕਿ ਉਹ ਤੁਸੀਂ ਦੇਖੋ ਨਾ ਵੀ, ਜਾਂ ਇੰਨੀ ਜ਼ਿਆਦਾ ਉਕਸਾਹਟ ਪੈਦਾ ਕਰੋ ਕਿ ਤੁਸੀਂ ਕਿਸੇ ਦੇ ਕੌਮ ਦੇ ਜਜ਼ਬਾਤ ਭੜਕਾਓ ਤੇ ਜਿਹੜਾ ਨਰਮ ਤੋਂ ਨਰਮ ਦਿਲ ਬੰਦਾ ਵੀ, ਉਹ ਬੰਦਾ ਉਸ ਵਕਤ ਉਹ ਐਕਸ਼ਨ ਕਰਨ ਲਈ ਤਿਆਰ ਹੋ ਜਾਵੇ ਜਿਹਦੇ ਲਈ ਉਹ ਕਦੀ ਵੀ ਮੈਂਟਲੀ ਪ੍ਰਿਪੇਅਰ ਨਹੀਂ ਹੁੰਦਾ। ਤੇ ਜਿਹੜੀ ਗੱਲ ਤੁਸੀਂ ਜ਼ਿਕਰ ਕੀਤਾ ਕਿਸਾਨੀ ਅੰਦੋਲਨ ਦਾ, ਮੈਂ ਥੋੜਾ ਜਿਹਾ ਪਿੱਛੇ ਜਾਣਾ ਹੈ। ਕੋਵਿਡ ਦੇ ਵਿੱਚ ਜੋ ਸਿੱਖਾਂ ਨੇ ਜੋ ਦੇਸ਼ ਵਿਦੇਸ਼ ਦੇ ਵਿੱਚ ਜਿਸ ਤਰੀਕੇ ਦੇ ਨਾਲ ਨਾਮਣਾ ਖੱਟਿਆ ਕਿ ਅਮਰੀਕਾ ਦੇ ਰਾਸ਼ਟਰਪਤੀ ਟਰੰਪ ਨੇ ਵੀ ਕਿਹਾ ਕਿ ਹਰ ਸ਼ਹਿਰ ਦੇ ਵਿੱਚ ਸਿੱਖ ਹੋਣੇ ਚਾਹੀਦੇ, ਹਰ ਸ਼ਹਿਰ 'ਚ ਗੁਰਦੁਆਰਾ ਹੋਣਾ ਚਾਹੀਦਾ, ਉਹ ਜਿਹੜੀ ਨਾਮਣਾ ਖੱਟਿਆ, ਉਸ ਤੋਂ ਬਾਅਦ ਜੋ 1 ਸਾਲ ਇਹ ਕਿਸਾਨੀ ਸੰਘਰਸ਼ ਚੱਲਿਆ, ਅੰਦੋਲਨ ਚੱਲਿਆ, ਜੋ ਸਿੱਖੀ ਸਪਿਰਿਟ ਦਾ ਬੋਲਬਾਲਾ ਹੋਇਆ, ਜੋ ਸਿੱਖੀ ਸਪਿਰਿਟ ਦਾ ਜਿਹੜਾ ਉੱਥੇ ਪ੍ਰਫੁੱਲਤ ਹੋਈ ਤੇ ਜੋ ਉਹਦਾ ਜਿਹੜਾ ਸਾਹਮਣੇ ਜਲਾਉ ਦਿਖਿਆ, ਉਹ ਜਲਾਉ ਨੇ ਮਤਲਬ ਕਿ ਕਈ ਸਰਕਾਰਾਂ ਨੂੰ, ਕਈ ਪੋਲੀਟੀਕਲ ਪਾਰਟੀਆਂ ਨੂੰ ਸੋਚਾਂ 'ਚ ਪਾਤਾ ਹੈ ਕਿ ਇਸ ਜਲਾਉ ਨੂੰ ਕਿਵੇਂ ਘਟਾਇਆ ਜਾਵੇ। ਉਹਨਾਂ ਲਈ ਸਭ ਤੋਂ ਵੱਡਾ ਮੁਕੱਦਸ ਸਥਾਨ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਚੁਣਿਆ। ਤੇ ਮੈਂ ਕਈ ਵਾਰੀ ਮੈਂ ਸੋਚ ਰਿਹਾ ਸੀ ਬੈਠਾ ਵੀ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਦੇ ਚੁਗਿਰਦੇ 'ਚ ਜਗ੍ਹਾ ਤੇ CCTV ਕੈਮਰੇ ਲੱਗੇ ਹੈ, ਜਗ੍ਹਾ ਤੇ ਪਹਿਰਾ ਹੈ, ਟਾਸਕ ਫੋਰਸ ਲੱਗੀ ਹੈ, ਸੰਗਤ ਹਜ਼ਾਰਾਂ ਲੱਖਾਂ ਦੀ ਗਿਣਤੀ 'ਚ ਹੁੰਦੀ ਹੈ। ਜਿੱਥੇ ਉਹ ਮੱਥਾ ਟੇਕਣ ਅੰਦਰ ਜਾਂਦੇ ਆ, ਅੱਧਾ ਪੌਣਾ ਘੰਟਾ ਆਮ ਲੱਗ ਜਾਂਦਾ ਮੱਥਾ ਟੇਕਣ ਵਾਸਤੇ। ਅਗਰ ਉਹ ਜਗ੍ਹਾ ਸੇਫ ਨਹੀਂ ਹੈ ਤੇ ਜਿਸ ਤਰੀਕੇ ਨਾਲ ਉਹਨੇ ਕਿਰਪਾਨ ਚੁੱਕੀ, ਉਹ ਕੁਝ ਵੀ ਕਰ ਸਕਦਾ ਸੀ। ਇਹ ਤਾਂ ਉਸ ਵਕਤ ਦੇ ਜਿਹੜੇ ਅਰਦਾਸੀਏ ਸਿੰਘ ਸੀਗੇ ਜਾਂ ਉੱਥੇ ਸਾਡੇ ਸੇਵਾਦਾਰ 3-4 ਅੰਦਰ ਜਿਹੜੇ ਹੁੰਦੇ ਆ, ਉਹਨਾਂ ਨੇ ਉਹਨੂੰ ਜਿਸ ਤਰੀਕੇ ਨਾਲ ਜੱਫਾ ਪਾਇਆ, ਜਿਸ ਤਰੀਕੇ ਨਾਲ ਉਹਨੇ ਮੁਕਾਬਲਾ ਕੀਤਾ, ਤੇ ਉਹ ਆਪਣੇ ਆਪ 'ਚ ਇੱਕ ਮਤਲਬ ਕਿ ਸੋਚਣ ਵਾਲੀ ਘਟਨਾ। ਜੇ ਉਹਦੇ ਕੋਲ ਕੋਈ ਬਰੂਦ ਹੁੰਦਾ, ਕੋਈ ਹੋਰ ਚੀਜ਼ ਹੁੰਦੀ, ਵਿਸਫੋਟਕ ਪਦਾਰਥ ਹੁੰਦਾ,
ਤੇ ਕੀ ਘਟਨਾ ਘਟ ਸਕਦੀ ਸੀ। ਬਿਲਕੁਲ ਠੀਕ ਆਪਣੇ ਗੱਲ। ਆਪ 'ਚ ਇੱਕ ਬਹੁਤ ਵੱਡਾ ਚਿੰਤਾ ਦਾ ਵਿਸ਼ਾ ਹੈ ਤੇ ਬੜਾ ਸ਼ਰਮਨਾਕ ਸਥਿਤੀ ਹੈ ਸਰਕਾਰਾਂ ਲਈ ਵੀ। ਇੰਟੈਲੀਜੈਂਸ ਏਜੰਸੀਆਂ ਦੀ ਇਹ ਫੇਲਿਅਰ ਹੈ ਬਹੁਤ ਵੱਡੀ। ਅਸੀਂ ਕਹਿੰਦੇ ਆ ਸਾਨੂੰ ਕੀੜੀ ਵੀ ਤੁਰਦੀ ਦਿਖਦੀ ਹੈ ਤੇ ਅਸੀਂ ਇੰਟੈਲੀਜੈਂਸ ਏਜੰਸੀਆਂ ਸਾਡੀਆਂ ਦੇਸ਼ ਦੀਆਂ ਅੱਜ ਕਿੱਥੇ ਖੜੀਆਂ? ਬਿਲਕੁਲ ਠੀਕ ਕਿਉਂ ਮਤਲਬ ਕਿ ਇਸ ਇਦਾਂ ਦੀ ਘਟਨਾਵਾਂ ਨੂੰ ਲਗਾਤਾਰ ਪਿਛਲੇ ਸਾਲਾਂ ਤੋਂ ਹੋ ਰਹੀਆਂ ਤੇ ਉਹਦਾ ਕੋਈ ਖੁਰਾ ਖੋਜ ਨਹੀਂ ਲੱਭ ਰਹੇ ਜਾਂ ਲੱਭਣਾ ਨਹੀਂ ਚਾਹੁੰਦੇ ਜਾਂ ਉਹਦੀਆਂ ਨੇਕ ਨੀਤੀਆਂ ਉਹਨਾਂ ਦੀਆਂ ਨੀਤੀਆਂ ਤੇ ਵੀ ਸ਼ੱਕ ਜਿਹੜਾ ਆਮ ਸੰਗਤ ਨੂੰ ਹੋ ਰਿਹਾ ਜਿਹਦਾ ਰਿਜ਼ਲਟ ਤੁਹਾਡੇ ਸਾਹਮਣੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਜਥੇਦਾਰ ਸਾਹਿਬਾਨ ਵੱਖ-ਵੱਖ ਸਿੱਖ ਸੰਸਥਾਵਾਂ ਵਾਰ-ਵਾਰ ਇਹ ਕਹਿੰਦੀਆਂ ਨੇ ਕਿ ਪਿੰਡਾਂ ਦੇ ਵਿੱਚ ਠੀਕਰੀ ਪਹਿਰੇ ਲੱਗਣੇ ਚਾਹੀਦੇ ਨੇ। ਪਿੰਡਾਂ ਦੇ ਵਿੱਚ ਜਿਹੜੇ ਗੁਰਦੁਆਰਾ ਸਾਹਿਬਾਨ ਨੇ ਉਹਨਾਂ ਨੂੰ ਬੜਾ ਧਿਆਨ ਰੱਖਣਾ ਚਾਹੀਦਾ ਹੈ। ਤੁਸੀਂ ਇਹ ਹਿਸਾਬ ਲਾਓ ਕਿ ਸੱਚਖੰਡ ਹਰਮੰਦਰ ਸਾਹਿਬ ਦੇ ਵਿੱਚ ਪਹੁੰਚ ਕੇ ਬੇਅਦਬੀ ਕਰਨ ਦੀ ਕਿਸੇ 'ਚ ਹਿੰਮਤ ਹੋ ਜਾਂਦੀ ਹੈ ਤੇ ਫਿਰ ਪਿੰਡਾਂ ਦੇ ਵਿੱਚ ਜਿਹੜੇ ਛੋਟੇ-ਛੋਟੇ ਗੁਰਦੁਆਰਾ ਸਾਹਿਬਾਨ ਬਣੇ ਹੋਏ ਨੇ ਉੱਥੇ ਕੋਈ ਕਿਵੇਂ ਆਸਾਨੀ ਨਾਲ ਨਹੀਂ ਪਹੁੰਚ ਸਕਦਾ? ਇਹ ਵੀ ਸਵਾਲ ਹੈ। ਇੱਕ ਜੀ ਮੈਂ ਛੋਟੀ ਜਿਹੀ ਗੱਲ ਵਿੱਚ ਹੀ ਕਰ ਦਿੰਦਾ ਤੁਹਾਡੇ ਐਡ ਜੀ। ਇਹ ਸਾਨੂੰ ਦੁਬਾਰਾ ਫੇਰ ਉਹੀ ਜਿਹੜੀ ਕੌਮ ਦਿਖਾਉਣਾ ਚਾਹੁੰਦੇ ਆ ਕਿ ਲਿੰਚਿੰਗ ਕਰਨ ਵਾਲੇ ਆ, ਇਹ ਨਿਰਦਈ ਕੌਮ ਹੈ, ਇਹ ਬੰਦੇ ਨੂੰ ਝਟਕਾ ਦਿੰਦੇ ਆ, ਮਾਰ ਦਿੰਦੇ ਆ, ਉਸ ਪਾਸੇ ਵੀ ਸਾਨੂੰ ਤੋਰ ਰਹੇ ਆ ਜਿਹੜੇ ਪਾਸੇ ਸਾਨੂੰ ਅੱਤਵਾਦੀ ਸਾਨੂੰ ਕਿਹਾ ਗਿਆ। ਜਿਹੜੀ ਸਾਡੀ ਕੌਮ ਦਾ ਜਿਹੜਾ ਇਹ ਸੱਭੇ ਸਾਂਝੀ ਵਾਲ ਸਦਾਇਨ ਵਾਲਾ ਸਾਡਾ ਸਿਧਾਂਤ ਸੀ, ਸਾਡੇ ਨਾਕੋ ਬੈਰੀ ਨਹੀਂ ਬਗਾਨਾ ਵਾਲਾ ਜਿਹੜਾ ਸਾਡਾ ਸਿਧਾਂਤ ਹੈ, ਉਹਨੂੰ ਵੀ ਇਹ ਖੋਰਾ ਲਾਉਣਾ ਚਾਹੁੰਦੇ ਆ। ਇਹ ਸਾਨੂੰ ਸਿਧਾਂਤਕ ਤੌਰ ਤੇ ਵੀ ਸੱਟ ਮਾਰਨ ਚਾਹੁੰਦੇ। ਗਰਗ ਸਾਹਿਬ ਕੋਲ ਚਲਦੇ ਆ। ਡਾਕਟਰ ਪੈਰਲਲ ਗਰਗ ਸਾਹਿਬ, ਤੁਸੀਂ ਉਹਨਾਂ ਸਾਰੇ ਹਾਲਾਤਾਂ ਨੂੰ ਆਪਣੇ ਪਿੰਡੇ ਤੇ ਹੰਡਾਇਆ ਵੀ ਹੈ, ਉਹ ਹਾਲਾਤ ਤੁਸੀਂ ਦੇਖੇ ਵੀ ਨੇ ਕਿ ਕਿਵੇਂ ਜਜ਼ਬਾਤਾਂ ਨੂੰ ਭੜਕਾਇਆ ਜਾਂਦਾ ਹੈ। ਬੜਾ ਸੌਖਾ ਜਿਹਾ ਕੰਮ ਹੁੰਦਾ, ਇੱਕ ਸੌਫਟ ਟਾਰਗੇਟ ਹੁੰਦਾ ਕਿ ਕਿਸੇ ਵੀ ਧਾਰਮਿਕ ਰੌ ਰੀਤਾਂ ਦੀ ਬੇਅਦਬੀ ਕਰ ਦਿਓ, ਜਜ਼ਬਾਤ ਭੜਕ ਜਾਂਦੇ ਨੇ, ਆਪਸੀ ਏਕਤਾ ਅਖੰਡਤਾ ਖਿੰਡ ਹੋ ਜਾਂਦੀ ਹੈ। ਤੁਹਾਨੂੰ ਲੱਗਦਾ ਹੈ ਕਿ ਇੱਕ ਵਾਰ ਫਿਰ ਤੋਂ ਪੰਜਾਬ ਨੂੰ ਉਸੇ ਹੀ ਬਲਦੀ ਅੱਗ ਦੇ ਵਿੱਚ ਸੁੱਟਣ ਦੀ ਕੋਸ਼ਿਸ਼ ਹੈ ਜਾਂ ਇਹ ਵੀ ਸਿਰਫ ਬੇਅਦਬੀਆਂ ਵਰਗੀ ਹੀ ਘਟਨਾ ਜਿਹੜੇ ਪਿੱਛੇ ਬੇਅਦਬੀਆਂ ਹੁੰਦੀਆਂ ਰਹੀਆਂ? ਨਹੀਂ ਹਰਪ੍ਰੀਤ ਜੀ, ਮੈਂ ਦੋਨੇ ਵਕਤਾਂ ਦੀ ਗੱਲ ਸੁਣਨੀ ਹੈ ਜੀ। ਮੈਨੂੰ ਮੋਟੇ ਤੌਰ ਤੇ ਦੋ ਗੱਲਾਂ ਲੱਗਦੀਆਂ ਨੇ। ਇੱਕ ਇਹ ਕਿ ਜਿਹੜਾ ਸਾਨੂੰ ਬੱਦੂ ਕਰਿਆ ਗਿਆ ਸੀ ਜੀ ਪੰਜਾਬੀਆਂ ਨੂੰ, ਸਿੱਖਾਂ ਨੂੰ, ਕਿ ਇਹ ਤਾਂ ਬੜੇ ਮਾੜੇ ਨੇ, ਇਹ ਤਾਂ ਇਨਸਾਨ ਨਹੀਂ ਹੈਗੇ, ਇਹ ਤਾਂ ਬੜੇ ਕਰੂਰ ਨੇ, ਉਹ ਕਰੋਨਾ ਦੌਰਾਨ, ਬਾਕੀ ਦੇਸ਼ਾਂ ਦੇ ਵਿੱਚ ਆਫਤਾਂ ਦੌਰਾਨ, ਕਿਸਾਨੀ ਅੰਦੋਲਨ ਦੌਰਾਨ ਉਹ ਪਤਾ ਲੱਗ ਗਿਆ ਕਿ ਸਿੱਖ ਕੌਮ ਜਿਹੜੀ ਹੈ ਬਹੁਤ ਹੀ ਹਿਊਮਨ ਹੈ, ਇਨਸਾਨੀ ਕਦਰਾਂ ਕੀਮਤਾਂ ਜੀ ਬਹੁਤ ਉੱਚੀਆਂ ਸਮਝਦੀ ਹੈ। ਦੁਸ਼ਮਣ ਨੂੰ ਵੀ ਰੋਟੀ ਵੀ ਦਿੰਦੀ ਹੈ, ਪਾਣੀ ਵੀ ਪਿਲਾਉਂਦੀ ਹੈ ਤੇ ਮਲਮ ਵੀ ਲਾਉਂਦੀ ਹੈ ਜੀ। ਇੱਕ ਤਾਂ ਇਸ ਦੇ ਉੱਤੇ ਢਾਹ ਲਾਉਣੀ, ਦੂਜਾ ਇਹ ਕਰਨਾ ਕਿ ਜਿਹੜਾ ਗੁਰੂ ਗ੍ਰੰਥ ਸਾਹਿਬ 'ਚ ਸਾਡੀ ਆਸਥਾ ਹੈ, ਜਿੱਥੋਂ ਸਾਨੂੰ ਰੂਹਾਨੀ ਤਾਕਤ ਦੇ ਨਾਲ ਸਾਡਾ ਫਿਰ ਜਿਸਮਾਨੀ ਜੁੱਸਾ ਜਿਹੜਾ ਉਹ ਤਕੜਾ ਹੁੰਦਾ ਹੈ ਜੀ। ਉਹਦੇ ਵਿੱਚ ਅੰਗਰੇਜ਼ ਨੇ ਵੀ ਕੋਸ਼ਿਸ਼ ਕਰੀ ਸੀ ਵੀ ਜਿਹੜਾ ਇਹ ਜਪਜੀ ਸਾਹਿਬ ਦਾ ਪਾਠ ਕਰਦੇ ਨੇ, ਗੁਰੂ ਗ੍ਰੰਥ ਸਾਹਿਬ ਦਾ ਪਾਠ ਕਰਦੇ ਨੇ, ਇੱਥੋਂ ਤਾਕਤ ਮਿਲਦੀ ਹੈ। ਉਹਦਾ ਬਾਰ-ਬਾਰ ਬੇਅਦਬੀ ਕਰਕੇ ਦਿਖਾਉਣ ਦੀ ਕੋਸ਼ਿਸ਼ ਕਰਨੀ ਕਿ ਇਹ ਤਾਂ ਇੱਕ ਪੋਥੀ ਹੈ, ਇਹ ਕੋਈ ਮਹਾਨ ਗ੍ਰੰਥ ਨਹੀਂ ਹੈ। ਇਹ ਕੋਸ਼ਿਸ਼ ਕਰਨੀ ਕਿ ਉਹਦੀ ਰੂਹਾਨੀਅਤ ਦਾ ਜਿਹੜਾ ਹੈ ਅਸੀਂ ਉਹਨੂੰ ਨਹੀਂ ਮੰਨ ਗਏ। ਤੀਜੀ ਗੱਲ ਜਿਹੜੀ ਤੁਸੀਂ ਕਹੀ ਹੈ, ਚੋਣਾਂ ਨੂੰ ਮੈਂ ਤੀਜੇ ਹਿੱਸੇ ਤੇ ਰਹਿਣਾ। ਉਹ ਚੋਣਾਂ ਜਿਹੜੀਆਂ ਨੇ, ਚੋਣਾਂ ਇੱਕ ਛੋਟਾ ਮੁੱਦਾ, ਪਰ ਚੋਣਾਂ ਕੱਲੀਆਂ ਪੰਜਾਬ ਦੀਆਂ ਨਹੀਂ ਹੈਗੀਆਂ, ਚੋਣਾਂ ਯੂਪੀ ਦੀਆਂ ਵੀ ਨੇ, ਜਿੱਥੇ ਉਹ ਬੰਦਾ ਵੀ ਆਇਆ। ਜੇ ਤੁਸੀਂ ਘਟਨਾਵਾਂ ਨੂੰ ਅਜੇ ਬਾਕੀ ਜੋੜਿਆ ਨਹੀਂ, ਬਾਕੀ ਵਕਤਾਂ ਨੇ, ਤਲਵੰਡੀ ਸਾਬੋ ਦੀ ਘਟਨਾ, ਸੰਗਰੂਰ ਦੀ ਘਟਨਾ, ਨਾਭੇ ਦੀ ਘਟਨਾ, ਤਖਤ ਸ੍ਰੀ ਕੇਸਗੜ੍ਹ ਸਾਹਿਬ ਦੀ ਘਟਨਾ, ਦਰਬਾਰ ਸਾਹਿਬ ਦੀ ਘਟਨਾ, ਸਿੰਘੂ ਬਾਰਡਰ ਦੀ ਵੀ ਘਟਨਾ ਮੈਂ ਤਾਂ ਕਹਾਂਗਾ ਜੋ ਹੋਈ, ਇਹ ਸਾਰੀਆਂ ਇੱਕ ਦੂਜੇ ਨਾਲ ਜੁੜੀਆਂ ਹੋਈਆਂ ਨੇ। ਸਭ ਨੂੰ ਪਤਾ ਹੈ ਕਿ ਕਿਹੜੀ ਪਾਰਟੀ ਨੇ ਕਿੰਨਾ ਲੋਕਾਂ ਨੂੰ ਕਿੰਨਾ ਦੇ ਖਿਲਾਫ ਭੜਕਾਉਣ ਦੀ ਗੱਲ ਕਰੀ ਹੈ। ਇਹਦੇ 'ਚ ਕੋਈ ਦੋ ਰਾਏ ਨਹੀਂ ਹੈਗੀਆਂ। ਸੋ ਲੋਕਾਂ ਨੂੰ ਵੰਡ ਕੇ ਇਹ ਲੈਣਾ। ਪਰ ਮੈਨੂੰ ਇੱਕ ਗੱਲ ਦਾ ਅਫਸੋਸ ਹੈਗਾ ਜੀ ਵੀ ਜਦ ਅਸੀਂ ਗੱਲ ਕਰਦੇ ਹਾਂ, ਦੁੱਖ ਹਰੇਕ ਨੂੰ ਹੈ। ਔਰ ਜਿਵੇਂ ਤੁਸੀਂ ਦੱਸਿਆ, ਮੈਂ ਤਾਂ 84 ਚ ਬਹੁਤ ਕੁਝ ਦੇਖਿਆ, ਖੁਦ ਦੇਖਿਆ, ਕਿਉਂਕਿ ਮੈਂ ਸੀਨੀਅਰ ਮੈਡੀਕਲ ਅਫਸਰ ਦਾ ਕੰਮ ਕਰ ਰਿਹਾ ਸੀ ਉਹਨਾਂ ਦਿਨਾਂ 'ਚ, ਜਿਹੜਾ ਗੁਰਦਾਸਪੁਰ ਦੇ ਵਿੱਚ, ਗੁਰਦਾਸਪੁਰ ਦੀ ਸਿਵਲ ਹਸਪਤਾਲ 3 ਜੂਨ 1984 ਨੂੰ ਸਾਡਾ ਤਾਂ ਸਾਰਾ ਹਸਪਤਾਲ ਮਿਲਟਰੀ ਨੂੰ ਦੇਤਾ ਸੀ ਜੀ 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 ਸਾਡੀ, ਕਿਉਂਕਿ ਲੜਾਈ ਸੀ ਡਿਸਟ੍ਰਿਕਟ में। ਸੋ ਮੈਂ ਤਾਂ ਕਹਿਣਾ ਵੀ ਸਾਨੂੰ ਇਹ ਦੇਖਣ ਦੀ ਲੋੜ ਹੈ ਕਿ ਜਿਵੇਂ ਉਹ ਗਿਆ ਉਹ ਤਾਂ ਪੂਰਾ ਪਲਾਨਡ, ਪੂਰਾ ਯੋਜਨਾਬੱਧ, ਪੂਰਾ ਸੋਚ ਸਮਝ ਕੇ ਗਿਆ। ਪਰ ਇੱਕ ਗੱਲ ਅਸੀਂ ਜਿਹੜੀ
ਨਹੀਂ ਸਮਝ ਰਹੇ, ਹਾਲਾਂਕਿ ਤਫਤੀਸ਼ੀ ਏਜੰਸੀਆਂ ਦੇਖਣਗੀਆਂ, ਉੱਥੇ 2 ਬੰਦੇ ਹੈਗੇ ਨੇ ਜਿਨ੍ਹਾਂ ਨੇ ਨੀਲੇ ਪਟਕੇ ਬੰਨੇ ਨੇ ਤੇ ਚਿੱਟੇ ਚਿੱਟੇ ਟਿਕਨੇ ਨੇ ਉਹਨਾਂ ਦੇ ਉੱਤੇ। ਉਹ ਇੱਕ ਬੰਦਾ ਟੇਢਾ ਹੋ ਕੇ ਖੜਦਾ ਹੈ, ਉਹਦੇ ਪਿੱਛੋਂ ਦੀ ਜਾਂਦਾ ਹੈ, ਉਹਦੇ ਕੰਨ 'ਚ ਕੁਝ ਕਹਿੰਦਾ ਹੈ, ਫਿਰ ਉਹ ਛਾਲ ਮਾਰਦਾ ਅੰਦਰ। ਜਦੋਂ ਬਾਹਰ ਉਹਨੂੰ ਸੁੱਟਦੇ ਨੇ ਸਿੰਘ ਸਾਹਿਬਾਨ ਜਿਹੜੇ ਉੱਥੇ ਟਾਸਕ ਫੋਰਸ ਵਾਲੇ ਸੀ, ਉਹੀ ਉਹਨੂੰ ਫੜਦਾ ਹੈ। ਇੱਕ ਗੱਲ ਹੈ, ਉਹੇ ਜਿਹਾ ਹੀ ਚਿੱਟੇ ਨਿਸ਼ਾਨਾਂ ਵਾਲਾ, ਚਾਹੇ ਉਹਨੂੰ ਤੁਸੀਂ ਕੋਈ ਮਫਲਰ ਕਹਿ ਦਿਓ, ਕੋਈ ਪੱਗ ਕਹਿ ਦਿਓ ਬੰਨੀ ਹੋਈ, ਉਹ ਕਪੂਰਥਲੇ ਵਾਲੀ ਘਟਨਾ ਦੇ ਵਿੱਚ ਉਹੀ ਜੀ ਪੱਗ ਮੈਂ ਕਦੇ ਸਿੱਖਾਂ ਦੇ ਟਿਕਣ ਵਾਲੀ ਬੰਨੀ ਨਹੀਂ ਦੇਖੀ ਅੱਜ ਤੱਕ। ਪਹਿਲੀ ਵਾਰੀ ਮੈਂ ਉਹ ਦੇਖੀ ਹੈ। ਇੱਕ ਤਾਂ ਇਹ ਘਟਨਾ ਉਹਨੂੰ ਐਂ ਜੋੜ ਕੇ ਦੇਖਣ ਦੀ ਲੋੜ ਹੈ। ਪਰ ਇਹ ਮੁੰਡਾ ਤੇ ਜਿਹੜਾ ਕਪੂਰਥਲੇ ਵਾਲਾ ਇਨਸੀਡੈਂਸ ਹੈ, ਇਹ ਦੋਨੇ ਬੜੇ ਫਰਕ ਹੈ ਦੋਹਾਂ 'ਚ। ਇਹ ਬਿਲਕੁਲ ਇਰਾਦੇ ਨਾਲ ਆਇਆ ਔਰ ਜਾਣ ਬੁੱਝ ਕੇ ਇਸ ਸਾਡੇ ਐਡੇ ਉੱਚੇ ਸਥਾਨ ਤੇ ਜਿਹਦੇ ਆਸਰੇ ਕਦੇ ਸਿੱਖ ਹੀ ਨਹੀਂ, ਬਹੁਤ ਸਾਰੀ ਹਿੰਦੂ ਪਾਪੂਲੇਸ਼ਨ ਵੀ ਗੁਰੂ ਗ੍ਰੰਥ ਸਾਹਿਬ ਦੇ, ਸਿੰਧੀ ਸਾਰੇ ਗੁਰੂ ਗ੍ਰੰਥ ਸਾਹਿਬ ਨੂੰ ਮੰਨਦੇ ਜੀ ਤੇ ਉਹ ਜੀਂਦੀ ਹੈ। ਸੋ ਇਹ ਜਿਹੜਾ ਘਟਨਾਕ੍ਰਮ ਹੋਇਆ ਹੈ, ਇਹਦੀ ਜੜ ਤੱਕ ਪਹੁੰਚਣਾ ਜ਼ਰੂਰੀ ਹੈ। ਇਹ ਠੀਕ ਹੈ, ਸੈਂਟੀਮੈਂਟ ਹੁੰਦਾ ਹੈ, ਸੈਂਟੀਮੈਂਟ ਇੱਥੇ ਤਾਂ ਸੈਂਟੀਮੈਂਟ ਸੀ, ਤਾਂ ਵੀ ਉਹਨੂੰ ਸੈਂਟੀਮੈਂਟ ਨੇ ਉੱਥੇ ਨਹੀਂ ਮਾਰਤਾ, ਪਵਿੱਤਰਤਾ ਕਾਇਮ ਰੱਖੀ ਹੈ। ਮੈਂ ਕਹਾਂਗਾ ਜੀ ਬਾਹਰ ਲੈ ਜਾ ਕੇ ਟਾਸਕ ਫੋਰਸ ਨੇ ਵੀ ਠੀਕ ਕਰਿਆ ਜੋ ਵੀ ਕਰਿਆ ਉੱਥੇ ਤਾਂ। ਪਰ ਜਿਹੜੀ ਕਪੂਰਥਲੇ ਵਾਲੀ ਘਟਨਾ, ਉੱਥੇ ਉਕਸਾਇਆ ਗਿਆ ਹੈ ਔਰ ਬੰਦਾ ਬਾਰ-ਬਾਰ ਉਕਸਾ ਰਿਹਾ ਹੈ। ਸੋ ਦੋਹਾਂ ਨੂੰ ਫਰਕ ਕਰਕੇ ਦੇਖਣਾ ਪਏਗਾ, ਉਹ ਲੱਭਣਾ ਪਏਗਾ ਵੀ ਉਹ ਉਕਸਾ ਕਿਉਂ ਰਿਹਾ ਸੀ। ਬਿਲਕੁਲ ਠੀਕ ਹੈ। ਇੰਟਰਸਟ ਸੀ ਉਹ ਕਈਆਂ ਨੇ ਨੋਟਿਸ ਕੀਤਾ ਕਿ ਉਹ ਉਕਸਾਇਆ ਜਾ ਰਿਹਾ ਔਰ ਉੱਥੇ ਉਹ ਜਾਂਚ ਕੀਤੀ ਜਾ ਸਕਦੀ ਸੀ। ਇੱਕ ਗਰਗ ਸਾਹਿਬ ਸਵਾਲ ਜਿਹੜਾ ਤੁਸੀਂ ਵਾਰ-ਵਾਰ ਚੱਕਿਆ ਸੀ, ਮੈਂ ਉਹ ਸਵਾਲ ਤੇ ਦੁਬਾਰਾ ਆਉਣਾ ਚਾਹਨਾ ਕਿ ਤੁਹਾਨੂੰ ਲੱਗਦਾ ਹੈ ਕਿ ਇਸ ਤਰੀਕੇ ਦੇ ਨਾਲ ਪੰਜਾਬ ਦੇ ਵਿੱਚ ਹਿੰਦੂ ਭਾਈਚਾਰੇ ਨੂੰ ਇਹ ਦਿਖਾਉਣ ਦੀ ਦਰਸਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਕਿ ਤੁਸੀਂ ਪੰਜਾਬ ਦੇ ਵਿੱਚ ਸੇਫ ਨਹੀਂ ਹੋ, ਇੱਕ ਖਾਸ ਪਾਰਟੀ ਨੂੰ ਵੋਟ ਪਾਓਗੇ ਤਾਂ ਤੁਸੀਂ ਸੇਫ ਰਹੋਗੇ, ਕਿਉਂਕਿ ਸਿੱਖਾਂ ਦਾ ਅਕਸ ਜਿਹੜਾ ਖਰਾਬ ਕਰਨ ਦੀ ਇਹ ਦੋਵੇਂ ਘਟਨਾਵਾਂ ਨੇ। ਨਾ ਇਹ ਤਾਂ ਬਿਲਕੁਲ ਹੀ ਆ। ਇੱਕ ਜਿਹੜਾ ਹੁਕਮਰਾਨ ਹੈ ਨਾ, ਉਹ ਇੱਕ ਦੈਂਤ ਖੜਾ ਕਰਦਾ ਆਪਦੇ ਵੱਲੋਂ, ਜਦ ਉਹਦੇ ਕੋਲ ਕਹਿਣ ਨੂੰ ਕੁਝ ਹੈ ਨਹੀਂ, ਕਰਿਆ ਕੁਝ ਹੈ ਨਹੀਂ, ਉਹ ਇੱਕ ਦੈਂਤ ਖੜਾ ਕਰਦਾ। ਉਹਨਾਂ ਨੂੰ ਦੁੱਖ ਕੀ ਹੈ, ਮੈਂ ਤੁਹਾਨੂੰ ਸਿੱਧਾ ਕਹਿ ਦਿੰਦਾ, ਉਹਨਾਂ ਨੂੰ ਦੁੱਖ ਇਹ ਹੈ ਕਿ ਜਿਹੜਾ ਲੀਡਰ ਸਾਡਾ ਦੁੰਮ ਛੱਡਾ ਬਣਿਆ ਹੋਇਆ ਸੀ, ਸਾਡੀ ਹਰ ਗੱਲ ਤੇ ਸਾਰੇ ਸਾਨੂੰ ਛੱਡ ਗਏ ਸੀ, ਸਾਡੇ ਨਾਲ ਆ ਕੇ ਖੜ ਗਿਆ ਸੀ, ਉਹ ਕਿਸਾਨ ਅੰਦੋਲਨ ਦੇ ਨਾਲ ਜਾ ਕੇ ਖੜ ਗਿਆ। ਉਹਨੇ ਸਾਨੂੰ ਛੱਡਤਾ, ਵਜ਼ੀਰੀ ਛੱਡਤੀ, ਉਹਨੇ ਸਾਡੀ ਐਨਡੀਏ ਵੀ ਛੱਡਤੀ ਵੀ ਕੋਈ ਗੱਲ ਨਹੀਂ, ਹੁਣ ਤੁਹਾਨੂੰ ਸਬਕ ਸਿਖਾਵਾਂਗੇ। ਇਹ ਗੱਲ ਬਾਰ-ਬਾਰ ਜਿਹੜੇ ਉਹਨਾਂ ਨਾਲ ਰਲਿਆ ਹੋਇਆ ਐਲੀਮੈਂਟ ਹੈ, ਐਸਜੀਪੀਸੀ ਦੀ ਟਾਸਕ ਫੋਰਸ ਨੇ ਆਪਦੇ ਵੱਲੋਂ ਪੂਰਾ ਮਰਿਆਦਾ ਵੀ ਰੱਖੀ, ਉਹਨੂੰ ਫੜਿਆ ਵੀ, ਪਰ ਫਿਰ ਵੀ ਐਸਜੀਪੀਸੀ ਤੇ ਦੋਸ਼ ਲਾਏ ਜਾ ਰਹੇ ਨੇ ਉਹਨਾਂ ਸ਼ਕਤੀਆਂ ਵੱਲੋਂ ਜਿਹੜੀਆਂ ਇਹ ਕਹਿਣਾ ਚਾਹੁੰਦੀਆਂ ਨੇ ਵੀ ਐਸਜੀਪੀ ਦਾ ਕੁਝ ਨਹੀਂ ਕਰਦੀ। 100 ਨੁਕਸ ਹੋ ਸਕਦੇ ਨੇ ਐਸਜੀਪੀਸੀ 'ਚ। ਇਸ ਘਟਨਾ 'ਚ ਜਿਹੜਾ ਮੈਨੂੰ ਲੱਗਦਾ ਇੱਕ ਜ਼ਰੂਰ ਨੁਕਸ ਹੈ, ਕੋਈ ਇਹਦੇ ਨਾਲ ਮਤਭੇਦ ਰੱਖ ਸਕਦਾ ਹੈ, ਕੋਈ ਮੈਨੂੰ ਲਾਂਛਨ ਵੀ ਲਾ ਸਕਦਾ ਹੈ। ਉਹਨੂੰ ਜਦ ਟਾਸਕ ਫੋਰਸ ਨੇ ਫੜ ਲਿਆ ਸੀ, ਉਹ ਇੱਕ ਬੰਦਾ ਕਹਿੰਦਾ ਮੈਂ ਉਹਨੂੰ ਕੜਿਆਂ ਨਾਲ ਮਾਰ ਕੇ, ਮੈਨੂੰ ਇਹ ਸ਼ੰਕਾ ਰਹਿੰਦੀ ਹੈ ਕਿਉਂਕਿ ਟਾਸਕ ਫੋਰਸ ਜ਼ਰੂਰੀ ਨਹੀਂ ਵੀ ਕੋਈ ਬੰਦਾ ਗਾਹਾਂ ਦੀ ਗਾਹਾਂ ਨਾ ਉਹ ਹੋਵੇ, ਉਹਨੂੰ ਮਾਰਨਾ ਨਹੀਂ ਬਣਦਾ ਸੀ, ਨਾ ਉਹਨੂੰ ਪੁਲਿਸ ਨੂੰ ਦੇਣਾ ਬਣਦਾ ਸੀ। ਪੁਲਿਸ ਨੂੰ ਕਹਿੰਦੇ ਉੱਥੇ ਦੂਰ ਬਹਿ ਜਾਓ, ਇੰਟਰੋਗੇਸ਼ਨ ਅਸੀਂ ਕਰਾਂਗੇ। ਉਹ ਤਾਂ ਇਹ ਕਢਾਉਣਾ ਜ਼ਰੂਰੀ ਸੀ ਵੀ ਤੂੰ ਦੱਸ ਕਿਨੇ ਬਾਰ-ਬਾਰ ਆ ਰਹੇ ਹੈ, ਇਹ ਸੱਚੀ ਗੱਲ ਹੈ, ਤੇਰੇ ਪਿੱਛੇ ਕੌਣ ਹੈ। ਸੋ ਉਹ ਮੈਨੂੰ ਲੱਗਦਾ ਹੈ, ਕਿਉਂਕਿ ਮੈਂ ਜਦ ਦੁਨੀਆ ਦੇ ਇਹ ਜੇ ਦੇਖਦਾ ਤਾਂ ਉਹਦੇ ਵਿੱਚ ਜਿਹੜਾ ਬੰਦਾ ਕਤਲ ਕਰਦਾ ਹੈ ਜਾਂ ਕੋਈ ਗੱਲ ਕਰਦਾ ਹੈ, ਉਹਦਾ ਨਾਲ ਦੀ ਨਾਲ ਕਤਲ ਹੁੰਦਾ, ਚਾਹੇ ਜਿਵੇਂ ਮਰਜ਼ੀ ਹੋਵੇ। ਬਿਲਕੁਲ ਠੀਕ ਹੈ। ਤਾਂ ਕਿ ਪਤਾ ਲੱਗੇ ਵੀ ਇਹਦੇ ਪਿੱਛੇ ਤਾਕਤ ਕਿਹੜੀ ਸੀ। ਇੱਥੇ ਐਤਕੀ ਤਾਂ ਐਸਜੀਪੀਸੀ ਨੇ ਕਰੀ ਹੈ। ਮੈਂ ਕਹਾਂਗਾ ਟਾਸਕ ਫੋਰਸ ਨੂੰ ਬਿਲਕੁਲ ਐਜੂਕੇਟ ਕਰਨਾ ਚਾਹੀਦਾ। ਉੱਥੋਂ ਫੜ ਕੇ ਚੁੱਕ ਕੇ ਲੈ ਜਾਓ, ਉਹਨਾਂ ਨੇ ਚੁੱਕ ਕੇ ਲੈ ਕੇ ਗਏ ਨੇ, ਉਹਨਾਂ ਨੇ ਬਿਲਕੁਲ ਬੇਅਦਬੀ ਨਹੀਂ ਹੋਣ ਦਿੱਤੀ, ਉਹਨਾਂ ਨੇ ਉੱਥੇ ਉਹਨੂੰ ਕੁੱਟਮਾਰ ਵੀ ਨਹੀਂ ਕਰੀ। ਮੈਂ ਜੋ ਵੀਡੀਓ ਦੇਖਦਾ, ਹੋ ਸਕਦਾ ਮੇਰੀ ਦੇਖਣ ਚ ਨਜ਼ਰ ਚ ਫਰਕ ਹੋਵੇ, ਉਹਨਾਂ ਨੇ 4-5 ਬੰਦੇ ਨਾਲ ਫੜ ਕੇ ਸਿੰਘ ਸਾਹਿਬ ਉੱਥੇ ਚੌਰ ਬਰਦਾਰ ਦੇ ਨਾਲ ਹੀ ਬੈਠਾ ਸੀ, ਉਹ ਫਟਾਫਟ ਉੱਠ ਕੇ ਭੱਜਦਾ। ਉਹਨਾਂ ਨੇ ਫੜ ਕੇ ਉਹਨੂੰ ਬਾਹਰ ਭੇਜ ਸੁੱਟਿਆ ਤੇ ਉਹ ਨੀਲੇ ਪਟਕੇ ਵਾਲੇ ਨਹੀਂ ਫੜਿਆ ਉਹਨੂੰ। ਇਹ ਵੀ ਮੈਂ ਭਾਈ ਮਨਜੀਤ ਸਿੰਘ ਜੀ ਤੋਂ ਲੈਣੇ ਜਵਾਬ। ਭਾਈ ਮਨਜੀਤ ਸਿੰਘ ਜੀ, ਦੋ ਸਵਾਲ ਜੋ ਹੋ ਗਿਆ ਸੋ ਹੋ ਗਿਆ। ਹਾਂ, ਅੱਗੇ ਤੋਂ ਸੁਚੇਤ ਰਹਿਣ, ਅੱਗੇ ਤੋਂ ਕਾਫੀ ਸੁਚੇਤ ਰਹਿਣਾ ਪਏਗਾ। ਇੱਕ ਲਾਈਨ ਚ ਮੈਂ ਆਪਦੀ ਪੂਰੀ ਕਰਦਾ। ਹਾਂਜੀ ਗਰਗ ਸਾਹਿਬ ਬੋਲੋ। ਹੁਣ ਤਾਂ ਜੋ ਹੋ ਗਿਆ ਸੋ ਹੋ ਗਿਆ। ਅੱਗੇ ਨੂੰ ਜਿਹੜਾ ਵੀ ਕੋਈ ਇਹੋ ਜਿਹਾ ਬੰਦਾ ਸ਼ੱਕੀ ਫੜਿਆ ਜਾਂਦਾ ਹੈ, ਉਹਦੀ ਇੰਟਰੋਗੇਸ਼ਨ ਉੱਥੇ ਮੰਜੀ ਸਾਹਿਬ ਹਾਲ ਚ ਲੈ ਜਾਓ,
ਕਿਤੇ ਮਰਜ਼ੀ ਲੈ ਜਾਓ, ਕਹਿ ਦਿਓ ਪੁਲਿਸ ਨੂੰ ਵੀ ਆਉਣਾ, ਆ ਜਾਓ ਬੈਠੋ, ਉਹਦੀ ਇੰਟਰੋਗੇਸ਼ਨ ਆਪ ਕਰੋ, ਪੁਲਿਸ ਨੂੰ ਦਿਓਗੇ ਕੁਝ ਨਹੀਂ ਬਣਨਾ, ਇਹ ਸੱਚ ਹੈ, ਇਹ 'ਚ ਕੋਈ ਦੋ ਰਾਏ ਨਹੀਂ ਹੈ। ਠੀਕ ਆ ਹੈ। ਸੰਗਰੂਰ ਵਾਲੀ ਫੜੀ ਹੋਈ ਸੀ ਬੀਬੀ, ਹਾਂ, ਉਹ ਤੋਂ ਕੀ ਬਣ ਗਿਆ? ਇਹ ਜਿਹੜਾ ਦੂਜਾ ਬੰਦਾ ਸੀ ਉਹ ਜ਼ਮਾਨਤ ਕਰਾਈ ਫਿਰਦਾ। ਫਤਿਹਗੜ੍ਹ ਸਾਹਿਬ ਦੇ ਜੱਲਾਂ ਪਿੰਡ ਦੇ ਵਿੱਚ 2 ਪਿੰਡਾਂ ਦੇ ਵਿੱਚ ਲਗਾਤਾਰ ਬੇਦਬੀ ਹੋਈ, ਉਹਦਾ ਚਲਾਨ ਹੀ ਨਹੀਂ ਪੇਸ਼ ਕੀਤਾ ਗਿਆ ਪੁਲਿਸ ਵੱਲੋਂ, ਉਹ ਜ਼ਮਾਨਤ ਤੇ ਬਾਹਰ ਫਿਰ ਰਹੇ। ਪੇਸ਼ ਕਰਿਆ। ਦੂਜੀ ਗੱਲ, ਇਹਦੇ ਵਿੱਚ ਸ਼ਾਮਲ ਬਹੁਤੇ ਬੰਦੇ ਜਾਂ ਦਲਿਤ ਨੇ ਤੇ ਜਾਂ ਫਿਰ ਯੂਪੀ ਦੇ ਨੇ, ਇਹ ਵੀ ਇੱਕ ਗੱਲ ਸੋਚਣ ਵਾਲੀ ਹੈ। ਠੀਕ ਹੈ। ਭਾਈ ਮਨਜੀਤ ਸਿੰਘ ਜੀ ਦੋ ਗੱਲਾਂ ਦਾ ਮੈਂ ਜਵਾਬ ਜ਼ਰੂਰ ਤੁਹਾਡੇ ਤੋਂ ਚਾਹਨਾ। ਪਹਿਲੀ ਗੱਲ, ਜਿਹੜੇ ਲੋਕ ਵਾਕਈ ਕਿੰਤੂ ਪਰੰਤੂ ਕਰ ਰਹੇ ਨੇ, ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ, ਤੁਹਾਨੂੰ ਪਤਾ ਹੋਵੇਗਾ ਮਨੂ ਸਿੰਘ ਵੀ ਕਾਂਗਰਸ ਇੱਕ ਸੀਨੀਅਰ ਲੀਡਰ ਨੇ, ਉਹਨਾਂ ਨੇ ਇਹ ਬਿਆਨ ਦਿੱਤਾ ਕਿ ਜਿਨ੍ਹਾਂ ਲੋਕਾਂ ਨੇ ਕਤਲ ਕੀਤਾ ਉਹਨਾਂ ਦੇ ਖਿਲਾਫ ਕਾਰਵਾਈ ਹੋਣੀ ਚਾਹੀਦੀ ਹੈ, ਉਹਨਾਂ ਦੇ ਖਿਲਾਫ ਪਰਚੇ ਦਰਜ ਹੋਣੇ ਚਾਹੀਦੇ ਨੇ। ਸਿੱਧਾ ਇਸ਼ਾਰਾ ਉਹਨਾਂ ਨੇ SGPC ਦੇ ਕੀਤਾ ਕਿ SGPC ਦੀ ਟਾਸਕ ਫੋਰਸ ਦੇ ਮੁਲਾਜ਼ਮਾਂ ਦੇ ਖਿਲਾਫ ਪਰਚੇ ਹੋਣੇ ਚਾਹੀਦੇ ਨੇ, ਕਿਉਂਕਿ ਇਹ ਸ਼ਖਸ ਤੁਹਾਡੀ ਨਿਗਰਾਨੀ ਹੇਠ ਸੀਗਾ ਤੇ ਉਦੋਂ ਹੀ ਮਾਰਿਆ ਗਿਆ। ਇਹ ਸਵਾਲ ਖੜਾ ਹੁੰਦਾ ਕਿ ਮਾਰਿਆ ਗਿਆ ਤਾਂ ਤੁਹਾਡੇ ਖਿਲਾਫ ਪਰਚੇ ਹੋਣੇ ਚਾਹੀਦੇ ਨੇ। ਅੱਜ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਸਾਹਿਬ ਨੇ ਕਪੂਰਥਲਾ ਦੀ ਘਟਨਾ ਦੇ ਖਿਲਾਫ ਵੀ ਬੋਲਿਆ ਕਿ ਜਿਨ੍ਹਾਂ ਲੋਕਾਂ ਤੇ ਪਰਚੇ ਕੀਤੇ ਗਏ ਨੇ ਉਹ ਰੱਦ ਕੀਤੇ ਜਾਣ। ਇਹ ਕਿੱਥੋਂ ਤੱਕ ਤਰਕਸੰਗਤ ਲੱਗਦਾ? ਦੇਖੋ ਹਰਪ੍ਰੀਤ ਜੀ, ਮੈਂ ਕਹਿਣਾ ਚਾਹੁੰਦਾ ਹਾਂ ਕਿ ਇਹੋ ਜਿਹੇ ਬੰਦੇ ਜਿਹੜੇ ਦਲੀਲਾਂ ਦਿੰਦੇ ਆ ਵੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਟਾਸਕ ਫੋਰਸ ਤੇ ਪਰਚੇ ਹੋਣੇ ਚਾਹੀਦੇ ਆ, ਤੇ ਗੁਰਬਾਣੀ ਇਹ ਗੱਲ ਕਹਿੰਦੀ ਆ, ਜੇ ਜੀਵੇ ਪਤ ਲੱਥੀ ਜਾਏ ਸਭ ਹਰਾਮ ਜਿੱਤਾ ਕਿਛ ਖਾਏ। ਜਦੋਂ ਕਿਸੇ ਦੇ ਪਿਓ ਦੀ ਪੱਗ ਪਰੇ ਚਲਾਤੀ ਹੋਵੇ ਤੇ ਉਹਨੂੰ ਵੇਖ ਕੇ ਚੁੱਪ ਰਵੇ, ਔਰ ਖਾਲਸੇ ਦਾ ਜਿਹੜਾ ਹੈਗਾ ਨਾ ਸਿਧਾਂਤ ਹੈ, ਗੁਰੂ ਗੋਬਿੰਦ ਸਿੰਘ ਪਾਤਸ਼ਾਹ ਨੇ ਕਿਹਾ, ਜਦੋਂ ਸਾਰਿਆਂ ਹੀਲਿਆਂ ਤੋਂ ਗੱਲ ਲੰਘ ਜਾਂਦੀ ਆ ਨਾ, ਜਦੋਂ ਸਿੱਟ ਨਹੀਂ ਨਿਆਂ ਦਿੰਦੀ, ਅਦਾਲਤਾਂ ਦਾ ਨਿਆਂ ਨਹੀਂ ਦਿੰਦੀਆਂ ਔਰ ਕਮਿਸ਼ਨ ਨਿਆਂ ਨਹੀਂ ਦਿੰਦੇ, ਤਾਂ ਉਦੋਂ ਉਹਨਾਂ ਨੇ ਕਿਹਾ, ਚੂੰਕਾਰ ਜਾਂ ਮਹੀਲ ਤੇ ਦਰਗ ਜਸ਼ਤ ਹਲਾਲ ਅਸਤ ਬੁਰਦਨ ਬਾ ਸ਼ਮਸ਼ੀਰ ਦਸਤ। ਫਿਰ ਸਿੱਖ ਨੂੰ ਤਲਵਾਰ ਦੇ ਮੁੱਠੇ ਤੇ ਹੱਥ ਜਿਹੜਾ ਉਹ ਰੱਖਣਾ ਚਾਹੀਦਾ। ਸੋ ਮੈਂ ਸਮਝਦਾ ਹਾਂ ਕਿ ਜਿਹੜੇ ਇਹੋ ਜਿਹੀਆਂ ਗੱਲਾਂ ਕਰਦੇ ਨੇ ਕਿ ਆਹ ਗੱਲ ਹੋਣੀ ਚਾਹੀਦੀ ਹੈ, ਜੇ ਤਾਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਜਿਹੜੀ ਹੈ ਮੌਕੇ ਦੇ ਉੱਤੇ ਫੜ ਕੇ ਫੜਾਉਂਦੀ ਹੈ ਐਡਮਿਨਿਸਟ੍ਰੇਸ਼ਨ ਨੂੰ, ਉਹਦਾ ਨਿਆਂ ਕੋਈ ਨਹੀਂ, ਤੇ ਬਾਹਰਲੇ ਸਿੱਖ ਸੰਗਤ ਦੇ ਦਿਲ 'ਚ ਆ ਵੀ ਸ਼੍ਰੋਮਣੀ ਕਮੇਟੀ ਕਰਦੀ ਕੁਛ ਨਹੀਂ ਗੀ, ਔਰ ਸ਼੍ਰੋਮਣੀ ਕਮੇਟੀ ਨੇ ਆਪਣਾ ਜਿੱਡਾ ਵਧੀਆ ਰੋਲ ਇੱਥੇ ਅਦਾ ਕੀਤਾ ਹੈ, ਔਰ ਉਹਨਾਂ ਨੇ ਜਿੱਦੀ ਫੁਰਤੀ ਨਾਲ ਚੁੱਕ ਕੇ ਬਾਹਰ ਉਹਨੂੰ ਸੁੱਟਿਆ ਹੈ। ਉਹ ਤਾਂ ਬਾਹਰ ਭੀੜ ਨੇ, ਸਿੱਖ ਸੰਗਤ ਨੇ ਸਿੱਖੀ ਪਰੰਪਰਾ, ਸਿੱਖੀ ਰਵਾਇਤਾਂ ਦੇ ਅਨੁਸਾਰ ਜਿਹੜੀ ਉਹਨੂੰ ਸਜ਼ਾ ਦਿੱਤੀ ਹੈ, ਮੈਂ ਸਮਝਦਾ ਉਹ ਬਿਲਕੁਲ ਠੀਕ ਹੈ। ਜੇ ਮੱਸੇ ਰੰਗੜ ਦੇ ਟਾਈਮ ਤੇ ਵੀ ਉਹ ਪੁੱਛਦੇ ਪਹਿਲਾਂ ਵੀ ਇਹਦੀ ਇੰਟਰੋਗੇਸ਼ਨ ਕਰ ਲਓ, ਤੇ ਸਿੱਖ ਕਰੇ ਵੀ ਸੱਚਖੰਡ ਹਰਮੰਦਰ ਸਾਹਿਬ ਦੀ ਰੱਖਿਆ ਨਹੀਂ ਸੀ ਕਰ ਸਕਦੇ। ਔਰ ਪਰ ਭਾਈ ਮਨਜੀਤ ਸਿੰਘ ਜੀ, ਇੱਕ ਮਿੰਟ ਭਾਈ ਮਨਜੀਤ ਸਿੰਘ ਜੀ, ਸਵਾਲ ਖੜਾ ਹੁੰਦਾ ਹੈ ਕਿ ਹੁਣ ਰੱਖਿਆ ਕਰ ਸਕਦੇ ਆ, ਤੁਸੀਂ ਇਹਦੇ ਪਿੱਛੇ ਮਜਲੂਮ ਨਹੀਂ ਗਏ। ਇਹਦੇ ਪਿੱਛੇ ਸਾਜ਼ਿਸ਼ ਕਿਵੇਂ ਤੁਹਾਨੂੰ ਪਤਾ ਲੱਗੇਗੀ? ਇਹਦੇ ਪਿੱਛੇ ਕੌਣ ਸੀਗੇ, ਕਿਹਨਾਂ ਵੱਲੋਂ ਇਹ ਬੰਦਾ ਭੇਜਿਆ ਗਿਆ ਸੀਗਾ? ਦੁਬਾਰਾ ਫਿਰ ਕੋਸ਼ਿਸ਼ ਕਰਨਗੇ ਉਹੀ ਸ਼ਖਸ, ਦੁਬਾਰਾ ਫਿਰ ਏਜੰਸੀਆਂ ਵੀ ਕੋਸ਼ਿਸ਼ ਕਰਨਗੀਆਂ ਜੋ ਇਸ ਦੇ ਜ਼ਰੀਏ ਕਰਨ ਦੀ ਕੋਸ਼ਿਸ਼ ਕੀਤੀ? ਮੈਂ ਸਮਝਦਾ ਹਾਂ ਕਿ ਪੰਜਾਬ ਵਿੱਚ ਇਸ ਵੇਲੇ ਸ਼ਾਂਤੀ ਹੈ, ਪੰਜਾਬ ਵਿੱਚ ਇਸ ਵੇਲੇ ਭਾਈਚਾਰਕ ਸਾਂਝ ਹੈ। ਇੱਕ ਹਰਪ੍ਰੀਤ ਜੀ, ਮੈਂ ਇਸ ਤੋਂ ਪਹਿਲਾਂ ਵੀ ਗੱਲ ਕਹਿਣੀ ਚਾਹੁੰਦਾ, ਸਾਨੂੰ ਬੜੇ ਫੋਨ ਆ ਰਹੇ ਆ ਕਿ ਸੱਚਖੰਡ ਹਰਿਮੰਦਰ ਸਾਹਿਬ ਵਿੱਚ ਜਿਹੜੇ ਹਿੰਦੂ ਵੀਰ ਆ ਉਹਨਾਂ ਨੂੰ ਜਾਣ ਦਿੱਤਾ ਜਾ ਰਿਹਾ ਕਿ ਨਹੀਂ। ਇੱਥੇ ਇਹੋ ਜਿਹੀ ਕੋਈ ਗੱਲ ਨਹੀਂ ਗਈ, ਇੱਥੇ ਸਾਰੇ ਲੋਕ ਆ ਸਕਦੇ ਆ। ਉਹ ਜਿਹੜੀ ਘਟਨਾ ਵਾਪਰੀ ਉਸ ਤੋਂ ਬਾਅਦ ਪੂਰੇ ਨਾਰਮਲ ਉਸੇ ਤਰ੍ਹਾਂ ਹੀ ਸਿੱਖ ਵੀ ਆ ਰਹੇ, ਹਿੰਦੂ ਵੀ ਆ ਰਹੇ, ਮੁਸਲਮਾਨ ਵੀ ਆ ਰਹੇ, ਈਸਾਈ ਵੀ ਆ ਰਹੇ ਆ। ਮੈਂ ਸਾਰੇ ਲੋਕਾਂ ਨੂੰ ਕਹਿਣਾ ਚਾਹੁੰਦਾ ਵੀ ਇੱਥੇ ਇਹੋ ਜਿਹੀ ਕੋਈ ਗੱਲ ਨਹੀਂ, ਕੋਈ ਟੈਨਸ਼ਨ ਵਾਲੀ ਕੋਈ ਗੱਲ ਨਹੀਂ ਗੀ। ਦੂਸਰੀ ਮੈਂ ਇਹ ਬੇਨਤੀ ਕਰਨੀ ਚਾਹੁੰਦਾ, ਜਿਹੜੀ ਤੁਸੀਂ ਗੱਲ ਕੀਤੀ ਹੈ ਕਿ ਇਹ ਜਿਹੜਾ ਨਿਆਂ ਦੀ ਗੱਲ ਹੈ, ਨਿਆਂ ਸਾਨੂੰ ਨਾ ਜੇ ਤਿੱਕਰ ਕਦੇ ਸੈਂਟਰ ਤੋਂ ਮਿਲਿਆ, ਨਾ ਕਦੇ ਪੰਜਾਬ ਸਰਕਾਰ ਤੋਂ ਮਿਲਿਆ, ਔਰ ਨਿਆਂ ਵਾਸਤੇ ਹਮੇਸ਼ਾ ਸੰਘਰਸ਼ ਕਰਨੇ ਪਏ ਆ। ਔਰ ਜਿਸ ਤਰ੍ਹਾਂ ਕਿਸਾਨਾਂ ਨੇ ਕੀਤਾ, ਇਸੇ ਤਰ੍ਹਾਂ ਸ਼੍ਰੋਮਣੀ ਕਮੇਟੀ ਨੂੰ ਕਰਨੇ ਪਏ ਆ, ਸ਼੍ਰੋਮਣੀ ਅਕਾਲੀ ਦਲ ਨੂੰ ਕਰਨੇ ਪਏ ਆ। ਸੋ ਮੈਂ ਇਹ ਬੇਨਤੀ ਕਰਨੀ ਚਾਹੁੰਦਾ ਹੈ ਕਿ ਕੋਈ ਨਿਆਂ ਜਿਹੜਾ ਹੈ ਸਾਨੂੰ ਮਿਲਣ ਦੀ ਕੋਈ ਆਸ ਨਹੀਂ ਗਈ। ਦੂਸਰੀ ਗੱਲ ਜਿਹੜੀ ਹੈ, ਇਹਦੇ ਮਗਰ ਬਹੁਤ ਵੱਡੀਆਂ ਤਾਕਤਾਂ ਨੇ ਜਿਨ੍ਹਾਂ ਨੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪੰਜਾਬ ਦੇ ਇਸ ਭਾਈਚਾਰਕ ਸਾਂਝ ਤੇ ਜਿਹੜੇ ਇੱਥੇ ਸਦਭਾਵਨਾ ਦਾ ਮਾਹੌਲ ਬਣਿਆ, ਉਹਨੂੰ ਇਸ ਵੇਲੇ ਲਾਂਬੂ ਲਾਉਣਾ ਚਾਹੁੰਦੇ ਆ। ਮੈਂ 1984 ਤੋਂ ਪਹਿਲਾਂ ਦੇ ਹਾਲਾਤ ਵੀ ਵੇਖਿਆ, ਮੈਂ 78 ਦੇ ਹਾਲਾਤ ਵੀ ਵੇਖਿਆ, ਔਰ ਇਹ ਸਾਰੇ ਹਾਲਾਤਾਂ ਵਿੱਚ ਸਮੇਂ-ਸਮੇਂ ਤੇ ਸਰਕਾਰੀ ਏਜੰਸੀਆਂ ਤੇ ਖਾਸ ਕਰਕੇ ਸੈਂਟਰ ਵਾਲੇ ਲੋਕ ਜਿਹੜੇ ਆ, ਉਹ ਪੰਜਾਬ ਵਿੱਚ ਸਿੱਖਾਂ ਨੂੰ ਬਲਦੀ ਦੇ ਬੁੱਥੇ ਦੇ ਕੇ ਤੇ ਆਪਣੀ ਰਾਜਨੀਤੀ ਜਿਹੜੀ ਹੈ ਉਹਨੂੰ ਹਮੇਸ਼ਾ ਕਰਨਾ ਚਾਹੁੰਦੇ ਹੁੰਦੇ ਆ। ਮੈਂ ਸੈਂਟਰ ਸਰਕਾਰ ਨੂੰ ਵੀ ਕਹਿਣਾ ਚਾਹੁੰਦਾ ਔਰ ਪੰਜਾਬ ਗੌਰਮੈਂਟ ਨੂੰ ਵੀ ਕਹਿਣਾ ਚਾਹੁੰਦਾ
ਕਿ ਉਹ ਇਹਨਾਂ ਸਾਰੇ ਪਿਛਲੇ ਜਿੰਨਾ ਜੋ ਕੁਛ ਪੰਜਾਬ ਦੀ ਧਰਤੀ ਤੇ ਵਾਪਰਿਆ ਉਹ ਤੋਂ ਸਬਕ ਸਿੱਖਣ। ਔਰ ਮੈਂ ਦੇਸ਼ ਦੇ ਪ੍ਰਧਾਨ ਮੰਤਰੀ ਨੂੰ ਔਰ ਦੇਸ਼ ਦੇ ਗ੍ਰਹਿ ਮੰਤਰੀ ਨੂੰ ਕਹਿਣਾ ਚਾਹੁੰਦਾ ਕਿ ਸਿੱਖਾਂ ਨਾਲ ਏਡੀ ਵੱਡੀ ਇਹ ਘਟਨਾ ਹੋਈ ਹੈ ਤੇ ਅੱਜ ਤੱਕ ਕਦੇ ਫੋਨ ਤੇ ਵੀ ਨਹੀਂ ਉਹਨਾਂ ਨੇ ਪੁੱਛਿਆ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਨੂੰ ਵੀ ਤੁਸੀਂ ਇਹ ਜਿਹੜੀ ਘਟਨਾ ਹੋਈ ਆ ਮਾੜੀ ਹੋਈ ਆ। ਉਹਨਾਂ ਨੂੰ ਦੁੱਖ ਪ੍ਰਗਟ ਕਰਨਾ ਚਾਹੀਦਾ ਸੀ ਔਰ ਉਹਨਾਂ ਨੂੰ ਸ਼੍ਰੋਮਣੀ ਕਮੇਟੀ ਨਾਲ ਸੰਪਰਕ ਕਰਨਾ ਚਾਹੀਦਾ ਸੀ, ਉਹਨਾਂ ਨੂੰ ਅਕਾਲੀ ਦਲ ਦੇ ਪ੍ਰਧਾਨ ਨਾਲ ਸੰਪਰਕ ਕਰਨਾ ਚਾਹੀਦਾ ਸੀ, ਕਿਉਂਕਿ ਸਾਰਿਆਂ ਨੂੰ ਪਤਾ ਲੱਗ ਜਾਂਦਾ ਕਿ ਇਹ ਜਿਹੜੀ ਘਟਨਾ ਹੋਈ ਆ ਇਹਦੀ ਜਿਹੜੀ ਪੀੜਾ ਹੈ ਜਿੱਥੇ ਸਾਨੂੰ ਸਿੱਖ ਕੌਮ ਨੂੰ ਆ, ਪੰਜਾਬ ਨੂੰ ਆ, ਉੱਥੇ ਹਿੰਦੁਸਤਾਨ ਦੇ ਪ੍ਰਾਈਮ ਮਿਨਿਸਟਰ ਨੂੰ ਵੀ ਇਹਦੀ ਪੀੜਾ ਹੈ ਔਰ ਗ੍ਰਹਿ ਮੰਤਰੀ ਨੂੰ ਵੀ ਇਹਦੀ ਠੀਕ ਹੈ। ਮੈਂ ਇੱਕ ਮਿੰਟ ਵਾਪਸ ਆਣਾ। ਇੰਦਰਪਾਲ ਸਿੰਘ ਜੀ, 3 ਸਵਾਲ ਨੇ ਮੇਰੇ ਬੜੇ ਵੱਡੇ। ਇੱਕ ਵੱਡਾ ਸਵਾਲ ਇਹ ਖੜਾ ਹੁੰਦਾ, ਜਿਵੇਂ ਤੁਸੀਂ ਵੀ ਜੁੜਿਆ ਤੇ ਪੈਰਲਲ ਗਰਗ ਸਾਹਿਬ ਹੋਰਾਂ ਨੇ ਵੀ ਜੋੜਿਆ, ਕਿ ਜਿਹੜੀ ਸਿੱਖਾਂ ਦੀ ਛਵੀ ਹੈ ਉਸ ਨੂੰ ਖਰਾਬ ਕਰਨ ਦੀ ਇੱਕ ਕੋਸ਼ਿਸ਼ ਸੀਗੀ ਕਿ ਇਹ ਮੌਬ ਲਿੰਚਿੰਗ ਵਾਲੇ ਲੋਕ ਨੇ। ਜੇ ਗੁਰਦੁਆਰਾ ਸਾਹਿਬ ਦੇ ਵਿੱਚ ਜਾਓਗੇ, ਜੇ ਤੁਸੀਂ ਦਸਤਾਰਧਾਰੀ ਨਹੀਂ ਹੋ ਤਾਂ ਤੁਸੀਂ ਸੇਫ ਨਹੀਂ ਹੋ, ਇਹ ਦਿਖਾਉਣ ਦੀ ਇੱਕ ਕੋਸ਼ਿਸ਼ ਕੀਤੀ ਹੈ। ਇਸ ਚੀਜ਼ ਨੂੰ ਕਿਵੇਂ ਦੂਰ ਕਰ ਸਕਦੇ ਹੋ? ਦੂਜੀ ਗੱਲ, ਕੀ ਤੁਹਾਨੂੰ ਲੱਗਦਾ ਹੈ ਕਿ ਇਹਨਾਂ 2-3 ਘਟਨਾਵਾਂ ਤੋਂ ਬਾਅਦ ਪੰਜਾਬ ਦੇ ਵਿੱਚ ਹਿੰਦੂ ਭਾਈਚਾਰਾ ਜਿਹੜਾ ਉਹ ਆਪਣੇ ਆਪ ਨੂੰ ਸੁਰੱਖਿਅਤ ਨਹੀਂ ਸਮਝੇਗਾ? ਜਿਹੜੀ ਐਡੀ ਵੱਡੀ ਸਾਂਝ ਹੈ, ਸਾਂਝੀਵਾਲਤਾ ਦਾ ਸੰਦੇਸ਼ ਪੂਰੇ ਪੰਜਾਬ ਦੇ ਵਿੱਚੋਂ ਜਾਂਦਾ ਹੈ, ਕਿ ਤੁਹਾਨੂੰ ਲੱਗਦਾ ਹੈ ਕਿ ਉਹਦੇ ਤੇ ਕੋਈ ਤਰੇੜ ਪੈ ਸਕੇਗੀ? ਇਹ ਮੈਂ ਇਸ ਕਰਕੇ ਪੁੱਛ ਰਿਹਾ ਕਿ ਉਹ ਮਨਸੂਬੇ ਕਾਮਯਾਬ ਉਹਨਾਂ ਏਜੰਸੀਆਂ ਦੇ ਜਾਂ ਪਾਰਟੀਆਂ ਦੇ ਹੋਣਗੇ ਜਿਨ੍ਹਾਂ ਵੱਲੋਂ ਇਹ ਸਭ ਕੁਝ ਕਰਾਇਆ ਜਾ ਰਿਹਾ ਹੈ? ਹਰਪ੍ਰੀਤ ਸਿੰਘ ਜੀ, ਜਿੱਥੋਂ ਤੱਕ ਤਾਂ ਤੁਹਾਡਾ ਇਹ ਸਵਾਲ ਹੈ ਕਿ ਵੀ ਸਿੱਖ ਕੌਮ ਦਾ ਅਕਸ ਖਰਾਬ ਕਰਨ ਦੀ, ਉਹ ਤਾਂ ਮੈਂ ਪਹਿਲਾਂ ਵੀ ਕਿਹਾ ਵੀ ਇਹ ਤਾਂ ਬਹੁਤ ਇੱਕ ਘਟੀਆ ਤੇ ਨਾਕਾਮ ਕੋਸ਼ਿਸ਼ ਹੈ। ਪਰ ਜਿੱਥੋਂ ਤੱਕ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਜਾਂ ਹੋਰ ਗੁਰੂ ਘਰ ਹੈ, ਉਹ ਗੁਰੂ ਘਰ ਦੇ ਦਰਵਾਜ਼ੇ 24 ਘੰਟੇ ਹਰ ਬਸ਼ਰ ਲਈ, ਹਰ ਧਰਮ, ਹਰ ਜਾਤ, ਹਰ ਪਾਤ ਲਈ ਖੁੱਲ੍ਹੇ ਆ, ਹੁਣ ਵੀ ਖੁੱਲ੍ਹੇ ਆ। ਤੇ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ 'ਚ ਇਸ ਘਟਨਾ ਤੋਂ ਬਾਅਦ ਇਸ ਗੱਲ ਦਾ ਸੰਗਤ ਤੇ ਕੋਈ ਅਸਰ ਨਹੀਂ ਕਿ ਸੰਗਤ ਉਸੇ ਹੀ ਰਵਾਨਗੀ ਦੇ ਨਾਲ ਹਰ ਧਰਮ ਦੇ ਲੋਕ, ਹਰ ਜਾਤ ਦੇ ਲੋਕ ਉੱਥੇ ਆ ਰਹੇ ਆ। ਇਸ ਗੱਲ ਦਾ ਤਾਂ ਕੋਈ, ਮੈਂ ਨਹੀਂ ਸਮਝਦਾ ਵੀ ਕੋਈ ਇਹ ਗੱਲ ਦਾ ਅਸਰ ਪਏਗਾ। ਤੇ ਕਿਉਂਕਿ ਜਿਹੜਾ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਨੇ ਬਹੁਤ ਵੱਡੀਆਂ ਘਟਨਾਵਾਂ, ਅਸੀਂ ਜੇ ਗੁਰੂ ਅਰਜਨ ਦੇਵ ਜੀ ਤੋਂ ਅਸੀਂ ਦੇਖੀਏ ਤਾਂ ਪ੍ਰਿਥੀ ਚੰਦ ਆਪਣਿਆਂ ਨੇ ਮਿਲ ਕੇ ਸੁਲੀ ਖਾਨ ਨੂੰ ਜਦੋਂ ਚੜਾ ਕੇ ਲਿਆਂਦਾ ਸੀ, ਤੇ ਆਪਾਂ ਉਹ ਸ਼ਬਦ ਅਸੀਂ ਪੜ੍ਹਦੇ ਹਾਂ, ਸੁਲੀ ਕਾ ਜਿਹੜਾ ਹੱਥ ਕਹੀਂ ਨਾ ਪਹੁੰਚੇ, ਸੁਲੀ ਹੋਏ ਮੂੰਹਾਂ ਨਾ ਪਾਕ, ਸੁਲੀ ਤੇ ਨਾ ਰਹਿਣ ਰੱਖ ਵਾਲਾ ਸ਼ਬਦ ਹੈ। ਉਹ ਕਿਵੇਂ ਉਹ ਆਉਂਦਾ ਹੋਇਆ ਭੱਠੇ ਦੇ ਵਿੱਚ ਹੀ ਸੜ ਕੇ ਬਲ ਗਿਆ ਸੀਗਾ, ਤੇ ਗੁਰੂ ਸਾਹਿਬ ਨੇ ਨਾ ਪਾਕ ਇਸ ਕਰਕੇ ਵਰਤਿਆ ਸੀ ਕਿਉਂਕਿ ਮੁਸਲਮਾਨਾਂ ਨੂੰ ਕਿਹਾ ਜਾਂਦਾ ਵੀ ਅਗਰ ਉਹਦਾ ਅੱਗ ਸੰਸਕਾਰ ਕਰਦੇ ਆ ਤੇ ਉਹ ਨਾਪਾਕ ਹੋ ਜਾਂਦਾ, ਤੇ ਸੁਲੀ ਚੜ ਕੇ ਆਇਆ ਸੀ ਤੇ ਉਹ ਭੱਠੇ 'ਚ ਘੋੜੇ ਸੜ ਗਿਆ ਸੀ। ਇਹ ਘਟਨਾਵਾਂ ਉੱਥੋਂ ਤੋਂ ਜੁੜੀਆਂ ਆਉਂਦੀਆਂ। ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਤੇ ਅਬਦਾਲੀ ਦੇ ਹਮਲੇ ਹੋਏ, ਅੰਗਰੇਜ਼ਾਂ ਨੇ ਮਤਲਬ ਕਿ ਸਾਜ਼ਿਸ਼ਾਂ ਰਚੀਆਂ, ਮੌਜੂਦਾ ਸਰਕਾਰਾਂ ਨੇ ਸਾਜ਼ਿਸ਼ਾਂ ਰਚੀਆਂ, ਹਮਲੇ ਕੀਤੇ, ਪਰ ਉੱਥੋਂ ਦੀ ਜਿਹੜੀ ਭਾਈਚਾਰਕ ਸਾਂਝ ਹੈ, ਉੱਥੋਂ ਦਾ ਜਿਹੜਾ ਰੂਹਾਨੀ ਮਾਹੌਲ ਹੈ, ਉੱਥੋਂ ਦਾ ਜਿਹੜਾ ਡਿੱਠੇ ਸੱਭੇ ਥਾਮ ਨਹੀਂ ਤੁਧ ਜਿਹਾ ਵਾਲਾ ਜਿਹੜਾ ਸਾਡਾ ਅਕਸ ਸੰਸਾਰ 'ਚ ਬਣਿਆ। ਹਰ ਸਿੱਖ ਜਿੱਥੇ ਵੀ ਬੈਠਾ ਹੈ, ਦੁਨੀਆ ਦੇ ਕਿਸੇ ਕੋਨੇ 'ਚ ਬੈਠਾ, ਉਹ 2 ਟਾਈਮ ਅਰਦਾਸ ਕਰਦਾ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਦੇ ਦਰਸ਼ਨ ਇਸ਼ਨਾਨ ਦੀ ਲੋਚਨਾ ਕਰਦਾ, ਚਾਹਨਾ ਕਰਦਾ। ਇਹਦੇ 'ਚ ਕੋਈ ਕਮੀ ਨਾ ਆਈ ਹੈ ਤੇ ਨਾ ਆਏਗੀ, ਨਾ ਆਉਣੀ ਹੈ। ਇਹ ਤਾਂ ਗੱਲ ਹੈ। ਜਿੱਥੋਂ ਤੱਕ ਹੈਗੀ ਤੁਹਾਡੀ ਗੱਲ, ਦੂਜਾ ਸਵਾਲ ਕਿ ਇੱਕ ਖਾਸ ਭਾਈਚਾਰਾ ਜਿਹਨੂੰ ਅਸੀਂ ਆਪਣਾ ਹਿੰਦੂ ਭਾਈਚਾਰਾ ਕਹਿੰਦੇ ਆ, ਉਹਨੂੰ ਡਰਾ ਕੇ ਸ਼ਾਇਦ ਕੋਈ ਵੋਟ ਪੋਲਰਾਈਜੇਸ਼ਨ ਦੀ ਗੱਲ ਕੀਤੀ ਜਾ ਰਹੀ, ਮੈਂ ਸਮਝਦਾ ਨਹੀਂ ਹੋਈ। ਤੁਸੀਂ ਸਭ ਤੋਂ ਮਾੜੀਆਂ ਘਟਨਾਵਾਂ ਜਿਹੜੀਆਂ 1984 ਤੋਂ ਪਹਿਲਾਂ ਤੇ 1984 ਤੋਂ ਬਾਅਦ ਵਾਪਰੀਆਂ, ਕਿਸੇ ਪੰਜਾਬ ਦੇ ਵਿੱਚ ਕੋਈ ਦੰਗਾ ਨਹੀਂ ਹੋਇਆ, ਕਿਸੇ ਆਮ ਸਿੱਖ ਨੇ ਆਮ ਹਿੰਦੂ ਨੂੰ ਨਹੀਂ ਮਾਰਿਆ, ਆਮ ਹਿੰਦੂ ਨੇ ਆਮ ਸਿੱਖ ਨੂੰ ਨਹੀਂ ਮਾਰਿਆ। ਜਿਹੜੀ ਹੋਈ ਟਾਰਗੇਟ ਕਿਲਿੰਗ ਹੋਈ, ਮਿੱਥ ਕੇ ਹੋਈ, ਭਾਵੇਂ ਉਹ ਏਜੰਸੀਆਂ ਵੱਲੋਂ ਹੋਈ, ਭਾਵੇਂ ਜਿਨ੍ਹਾਂ ਵੱਲੋਂ ਵੀ ਹੋਈ, ਪਰ ਆਮ ਕੋਈ ਪੂਰੇ ਜਦੋਂ ਹਿੰਦੁਸਤਾਨ 'ਚ ਦੰਗੇ ਭੜਕੇ ਹੋਏ ਸੀ 1984 ਪੰਜਾਬ 'ਚ, ਉਦੋਂ ਵੀ ਸ਼ਾਂਤੀ ਸੀ। ਪੰਜਾਬ 'ਚ ਉਹਦਾ ਕੋਈ ਰਿਐਕਸ਼ਨ ਨਹੀਂ ਹੋਇਆ, ਕਿਉਂਕਿ ਇਹ ਜਿਹੜਾ ਗੁਰੂ ਪ੍ਰੋਫੈਸਰ ਪੂਰਨ ਸਿੰਘ ਨੇ ਲਿਖਿਆ ਨਾ ਕਿ ਪੰਜਾਬ ਜਿਉਂਦਾ ਗੁਰਾਂ ਦੇ ਨਾਂ ਤੇ, ਇਹ ਪੰਜਾਬ ਗੁਰਾਂ ਦੇ ਨਾਂ ਤੇ ਜਿਉਣ ਵਾਲਾ ਪੰਜਾਬ ਹੈ। ਇੱਥੇ ਜਿਹੜੀ ਪੰਜਾਬ ਨਾ ਹਿੰਦੂ ਨਾ ਮੁਸਲਮਾਨ ਜਿਹੜੀ ਉਹਨਾਂ ਨੇ ਗੱਲ ਲਿਖੀ ਸੀ, ਉਹ ਅੱਜ ਵੀ ਸਾਡੇ ਤੇ ਮਤਲਬ ਕਿ ਸਾਡੇ ਦਿਲਾਂ ਦੇ ਵਿੱਚ ਅਸਰ ਕੀਤੀ ਹੈ ਕਿ ਪੰਜਾਬ ਦੇ ਵਿੱਚ ਕਦੀ ਇਹ ਭਾਈਚਾਰਕ ਸਾਂਝ ਭਾਈ ਜਿਹੜੀ ਹੈ ਕਦੀ ਖਤਮ ਨਾ ਹੋਈ ਹੈ ਨਾ ਹੋਣੀ ਹੈ। ਇਹ ਗੁਰੂ ਸਾਹਿਬ ਨੇ, ਜੇ ਅਸੀਂ ਗੁਰੂ ਹਰਗੋਬਿੰਦ ਸਾਹਿਬ ਦੀ ਅਸੀਂ ਮਿਸਾਲ ਦਿੰਦੇ ਹਾਂ ਕਿ ਉਹ ਗੁਰੂ ਉੱਥੇ ਹਰਗੋਬਿੰਦ ਨਗਰ ਦੇ ਵਿੱਚ ਉਹਨਾਂ ਨੇ ਗੁਰੂ ਕੀ ਮਸੀਤ, ਉਹਨੂੰ ਅੱਜ ਵੀ ਗੁਰੂ ਕੀ ਮਸੀਤ ਕਹਿੰਦੇ ਆ, ਉੱਥੇ ਮਸੀਤ ਬਣਾਈ। ਜੇ ਅਸੀਂ ਕਹਿੰਦੇ ਹਾਂ ਸੋਭਨਾ ਬਾਜਾ ਰਣਜੀਤ ਸਿੰਘ ਨੇ ਮੰਦਿਰਾਂ ਦੇ ਵਿੱਚ ਸੋਨਾ ਚੜਾਇਆ, ਦਾਨ ਦਿੱਤਾ, ਇਹ ਸਾਡੀ ਉਹ ਜਿਹੜੀ ਭਾਈਚਾਰਕ ਸਾਂਝ ਹੈ ਇਹ ਕਦੀ ਖਤਮ ਨਹੀਂ ਹੋ ਸਕਦੀ। ਇਹਨੂੰ ਅਸੀਂ 9 ਮਾਸ ਦਾ ਰਿਸ਼ਤਾ ਕਹੀਏ ਜਾਂ ਜੋ ਮਰਜ਼ੀ ਇਹਨੂੰ ਕਹਿ ਲਈਏ, ਪੋਲਰਾਈਜ਼ ਵੀ ਨਹੀਂ ਹੋਊਗੀ। ਇਹ ਪੋਲਰਾਈਜ਼ ਅੱਜ ਤੱਕ ਨਹੀਂ ਹੋਈ ਜੀ। ਮੈਨੂੰ ਦੱਸੋ ਕਦੀ ਸਿੱਖ ਵੋਟ ਪੋਲਰਾਈਜ਼ ਹੋਈ ਹੈ?
ਵੰਡੀ ਜਾਂਦੀ ਹਮੇਸ਼ਾ। ਹਿੰਦੂ ਵੋਟ ਪੋਲਰਾਈਜ਼ ਹੋਈ ਹੈ, ਦਲਿਤ ਵੋਟ, ਕੋਈ ਵੋਟ ਪੋਲਰਾਈਜ਼ ਨਹੀਂ ਹੋਈ ਅੱਜ ਤੱਕ ਪੰਜਾਬ ਦੀ। ਤੁਸੀਂ ਜੋ 1966 ਤੋਂ ਲੈ ਲਓ ਜਾਂ ਉਸ ਤੋਂ ਪਹਿਲਾਂ ਲੈ ਲਓ, ਅਗਰ ਵੋਟ ਦੀ ਤੁਸੀਂ ਐਨਾਲਿਸਿਸ ਕਰੋ, ਡਾਟਾ ਐਨਾਲਿਸਿਸ ਕਰੋ, ਤੇ ਤੁਹਾਨੂੰ ਲੱਗੇਗਾ ਕਿ ਵੋਟਾਂ ਵੰਡ ਕੇ ਪੈਂਦੀਆਂ ਹਮੇਸ਼ਾ। ਅਕਾਲੀ ਦਲ ਨੂੰ ਹਿੰਦੂ ਵੋਟ ਵੀ ਮਿਲਦੀ ਹੈ, ਕਾਂਗਰਸ ਨੂੰ ਸਿੱਖ ਵੋਟ ਵੀ ਮਿਲਦੀ ਹੈ, ਤੇ ਬਹੁਜਨ ਸਮਾਜ ਜਿਹੜੀ ਬੀਜੇਪੀ ਜਿਹਨੂੰ ਅਸੀਂ ਕਹਿੰਦੇ ਆ ਉਹਨੂੰ ਸਿੱਖ ਵੋਟ ਵੀ ਮਿਲਦੀ ਰਹੀ ਹੈ। ਪਿਛਲੇ ਲੰਬਾ 24-25 ਸਾਲ ਅਕਾਲੀ ਦਲ ਨਾਲ ਉਹਨਾਂ ਦੀ ਸਾਂਝ ਰਹੀ ਹੈ, ਸਾਰਾ ਕੁਝ ਹੈ। ਇਸ ਕਰਕੇ ਜਿਹੜੀ ਪੋਲਰਾਈਜੇਸ਼ਨ ਜੇ ਕੋਈ ਕਰਨਾ ਚਾਹੁੰਦਾ ਜਾਂ ਕੋਈ ਸੋਚਣਾ ਚਾਹੁੰਦਾ, ਮੈਂ ਸਮਝਦਾ ਉਹ ਮੂਰਖਾਂ ਦੀ ਫੂਲਸ ਪੈਰਾਡਾਈਜ਼ 'ਚ ਰਹਿ ਰਿਹਾ, ਮੂਰਖਾਂ ਦੀ ਵਹਿਸ਼ਤ 'ਚ ਰਹਿ ਰਿਹਾ। ਉਹ ਇਹ ਗੱਲ ਨਹੀਂ ਸੋਚਣੀ ਚਾਹੀਦੀ। ਪੰਜਾਬ ਤੇ ਤਜਰਬਾ ਨਹੀਂ ਹੋ ਸਕਦਾ। ਪੰਜਾਬ ਨੂੰ ਤਾਂ ਤੁਸੀਂ ਜਦੋਂ ਗੁਰੂਆਂ ਦੇ ਨਾਂ ਤੇ, ਇਹ ਗੁਰੂਆਂ ਦੀ ਵਰਸਾਈ ਧਰਤੀ ਹੈ, ਇਹ ਗੁਰੂਆਂ ਪੀਰਾਂ ਦੀ ਧਰਤੀ ਹੈ, ਇਹਨੂੰ ਜਦੋਂ ਤੁਸੀਂ ਗੁਰੂ ਦੀ ਨਾਲੋਂ ਤੋੜਨ ਦੀ ਕੋਸ਼ਿਸ਼ ਕਰੋਗੇ ਤੇ ਐਦਾਂ ਦੀ ਸਥਿਤੀਆਂ ਪੈਦਾ ਹੋਣਗੀਆਂ। ਜਦੋਂ ਤੱਕ ਗੁਰੂ ਦੇ ਨਾਲ ਜੋੜੀ ਰੱਖੋਗੇ, ਜਦੋਂ ਤੱਕ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਤੋਂ ਰੋਜ਼ ਸਰਬੱਤ ਦੇ ਭਲੇ ਦੀ ਅਰਦਾਸ ਦੀ ਜਿਹੜੀ ਹੈ ਉਹ ਆਉਂਦੀ ਰਹੇਗੀ, ਜਦੋਂ ਅਸੀਂ ਹਰਿਮੰਦਰ ਸਾਹਿਬ ਦੇ ਅੰਦਰ ਪੌੜੀਆਂ ਉਤਰਦੇ ਹੀ ਆ ਤੇ ਸਾਡੀਆਂ ਜਿਹੜੀਆਂ ਸਾਰੀਆਂ ਵਾਈਬਸ ਚੇਂਜ ਹੋ ਜਾਂਦੀਆਂ, ਅੰਦਰ ਵੜਦੇ ਸਾਰੀ ਸਾਨੂੰ ਇੱਕ ਅਲੱਗ ਤਰ੍ਹਾਂ ਦਾ ਮਾਹੌਲ ਮਿਲਦਾ ਹੈ। ਉਹ ਜਦੋਂ ਤੱਕ ਮਿਲਦਾ ਰਹੇਗਾ, ਇਹ ਪੰਜਾਬ ਦੀ ਫਿਜ਼ਾ ਨੂੰ ਜਿੰਨੀਆਂ ਮਰਜ਼ੀ ਇਹ ਕੋਸ਼ਿਸ਼ਾਂ ਕਰ ਲੈਣ, ਕੋਈ ਲਾਂਬੂ ਨਹੀਂ ਲਾ ਸਕਦਾ, ਕੋਈ ਅੱਗ ਨਹੀਂ ਲਾ ਸਕਦਾ। ਪੰਜਾਬ 'ਚ ਭਾਈਚਾਰਕ ਜਿਹੜੀ ਸਾਂਝ ਹੈ, ਏਕਤਾ, ਇਹ ਬਣੀ ਰਹੇਗੀ। ਠੀਕ ਹੈ ਗਰਗ ਸਾਹਿਬ, ਦੋ ਸਵਾਲ ਨੇ ਮੇਰੇ। ਪਹਿਲਾ ਸਵਾਲ ਇਹ ਹੈ ਕਿ ਤੁਹਾਨੂੰ ਲੱਗਦਾ ਨਹੀਂ ਇਹ ਦੋ ਘਟਨਾਵਾਂ ਤੋਂ ਬਾਅਦ ਜਿਹੜੀਆਂ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਦੇ ਵਿੱਚ ਹੋਈ, ਜਿਹੜੀ ਕਪੂਰਥਲਾ ਦੇ ਵਿੱਚ ਹੋਈ, ਜੋ ਲੋਕਾਂ ਨੇ ਮੌਕੇ ਤੇ ਹੀ ਫੈਸਲਾ ਕਰ ਦਿੱਤਾ, ਉਹਦੇ ਪਿੱਛੇ ਸਰਕਾਰਾਂ ਦੀ ਨਲਾਇਕੀ, ਸਰਕਾਰਾਂ ਦਾ ਫੇਲੀਅਰ ਹੋਣਾ ਵੀ ਹੈ, ਭਾਵੇਂ ਉਹ ਪਿਛਲੀ ਸਰਕਾਰ ਹੋਵੇ ਜਾਂ ਹੁਣ ਦੀ ਸਰਕਾਰ ਹੋਵੇ। ਜਦੋਂ ਤੁਸੀਂ ਬੇਅਦਬੀਆਂ ਦੇ ਮਸਲਿਆਂ ਦੇ ਵਿੱਚ ਸੰਗਤਾਂ ਨੂੰ ਇਨਸਾਫ ਹੀ ਨਹੀਂ ਦਿਵਾ ਪਾਏ, ਤਾਂ ਸੰਗਤਾਂ ਨੂੰ ਮਜਬੂਰ ਹੋ ਕੇ ਇਨਸਾਫ ਖੁਦ ਹੀ ਲੈਣਾ ਪਿਆ। ਇਹ ਤੁਹਾਨੂੰ ਲੱਗਦਾ ਕਿ ਸਰਕਾਰਾਂ, ਪ੍ਰਸ਼ਾਸਨ, ਪੁਲਿਸ ਦਾ ਫੇਲੀਅਰ ਹੈ ਜਿਸ ਕਰਕੇ ਇਹ ਸਭ ਕੁਝ ਹੋਇਆ? ਔਰ ਦੂਜਾ ਸਵਾਲ ਵੱਡਾ ਇਹ ਹੈ ਕਿ ਤੁਹਾਨੂੰ ਲੱਗਦਾ ਕਿ ਜਿਹੜੇ ਲੋਕ ਪੰਜਾਬ ਦੀ ਫਿਜ਼ਾ ਖਰਾਬ ਕਰਨਾ ਚਾਹੁੰਦੇ ਨੇ, ਉਹਨਾਂ ਨੂੰ ਇਹ ਸਮਝ ਲੈਣਾ ਚਾਹੀਦਾ ਜੇ ਮਾਹੌਲ ਖਰਾਬ ਹੋਇਆ ਤਾਂ ਜੱਦ ਦੇ ਵਿੱਚ ਬੜੀ ਦੂਰ ਤੱਕ ਗੱਲ ਜਾਏਗੀ, ਫਿਰ ਸਾਰੇ ਹੀ ਆ ਸਕਦੇ ਨੇ? ਦੇਖੋ ਹਰਪ੍ਰੀਤ ਜੀ, ਮੈਂ ਨਾ ਤੁਹਾਡੇ ਸਵਾਲਾਂ ਦਾ ਜਵਾਬ ਦੇਣ ਤੋਂ ਪਹਿਲਾਂ ਛੋਟੇ ਛੋਟੇ ਦੋ ਗੱਲਾਂ ਕਹਿਣੀਆਂ ਚਾਹੁੰਦਾ। ਜੀ। ਇੱਕ ਤਾਂ ਜਿਹੜਾ ਸਿੰਘਵੀ ਜੀ ਨੇ ਬਿਆਨ ਦਿੱਤਾ ਹੈ, ਉਹ ਬਿਆਨ ਬੜਾ ਹੀ ਮਾੜਾ ਹੈ, ਬੜਾ ਹੀ ਮੰਦਭਾਗਾ ਹੈ। ਇਹੋ ਜਿਹਾ ਬਿਆਨ ਉਹਨਾਂ ਨੂੰ ਨਹੀਂ ਦੇਣਾ ਚਾਹੀਦਾ ਸੀ। ਉਸ ਦੇ ਅੰਦਰ ਐਡੀ ਵੱਡੀ ਘਟਨਾ ਤੋਂ ਬਾਅਦ ਕਿਸੇ ਦਾ ਵੀ ਮਨ, ਈਵਨ ਮੈਂ ਕਹਾਂਗਾ ਟਾਸਕ ਫੋਰਸ ਹੈ, ਟਾਸਕ ਫੋਰਸ ਹੁੰਦਾ, ਮੈਂ ਤਾਂ ਐਜੂਕੇਟ ਕਰਨ ਦੀ ਗੱਲ ਕਰਦਾ, ਉਹ ਘਟਨਾਕ੍ਰਮ ਨੂੰ ਲੱਭਣ ਦੀ ਗੱਲ ਕਰਨਾ, ਮੈਂ ਉਹਨਾਂ ਨੂੰ ਕਾਤਲ ਨਹੀਂ ਮੰਨਦਾ। ਜੇ ਐਡੀ ਵੱਡੀ ਘਟਨਾ ਬੰਦਾ ਇੰਨਾ ਡਿਟਰਮਿਨ ਕਰਕੇ ਕਰਦਾ ਹੈ, ਉਹਨੂੰ ਕੋਈ ਕਿਉਂ ਨਹੀਂ ਮਾਰ ਦੂਗਾ ਬਈ, ਕਿਵੇਂ ਛੱਡੂਗਾ ਉਸ ਨੂੰ? ਸੋ ਉਹਨਾਂ ਦਾ ਇਹ ਬਿਆਨ ਦੇਣਾ, ਇਹ ਆਪਣੇ ਆਪ 'ਚ ਮੈਂ ਕਹਾਂਗਾ ਸੌੜੀ ਸਿਆਸਤ ਹੈ। ਪਰ ਜਿਹੜੇ ਐਸਜੀਪੀਸੀ ਵਾਲੇ ਸਾਹਿਬ ਬੋਲ ਸੀ, ਮੈਨੂੰ ਲੱਗਦਾ ਇਹ ਵੀ ਸੌੜੀ ਸਿਆਸਤ ਹੀ ਕਰ ਰਹੇ ਨੇ। ਤੁਸੀਂ ਮੱਸੇ ਰੰਗਣ ਨਾਲ ਆ ਜਵਾਕੜੇ ਨੂੰ ਰੜਾਓਗੇ, ਇਹਦਾ ਮਤਲਬ ਤੁਸੀਂ ਇਹਦਾ ਉਹੀ ਉਹਦਾ ਉੱਚਾ ਕਰੀ ਜਾਂਦੇ ਹੋ। ਇਹ ਇੱਕ ਜਵਾਕੜਾ ਜਿਹਾ ਆ ਗਿਆ, ਸਿੱਖਿਆ ਸਿਖਾਇਆ, ਮੱਸਾ ਰੰਗੜ ਇੱਕ ਹੁਕਮਰਾਨ ਦੇ ਤੌਰ ਤੇ ਬੈਠਾ ਸੀ, ਤੁਸੀਂ ਦੋਨੋਂ ਐਵੇਂ ਹੀ ਮੜਾਈ ਜਾਂਦੇ ਹੋ। ਤੁਸੀਂ ਸੁੱਖਾ ਸਿੰਘ, ਮਹਿਤਾਬ ਸਿੰਘ ਬਣਾਈ ਜਾਂਦੇ ਹੋ ਐਸਜੀਪੀਸੀ ਟਾਸਕ ਫੋਰਸ ਨੂੰ। ਆਪਾਂ ਇਤਿਹਾਸ ਨੂੰ ਐ ਨਾ ਮੋੜੀਏ, ਐਦਾਂ ਮੋੜ ਕੇ ਇਤਿਹਾਸ ਨੂੰ ਅਸੀਂ ਛੋਟਾ ਕਰ ਰਹੇ ਹਾਂ। ਸਾਡਾ ਇਤਿਹਾਸ ਬਹੁਤ ਹੈ, ਅਸੀਂ ਖੋਪੜੀਆਂ ਲਾਉਣ ਜਾਣਦੇ ਹਾਂ, ਅਸੀਂ ਦੇਗਾਂ ਚੋਂ ਬਣ ਜਾਣਦੇ ਹਾਂ, ਅਸੀਂ ਆਰਿਆਂ ਨਾਲ ਚੀਰੇ ਜਾ ਸਕਦੇ ਹਾਂ। ਸਾਡੇ ਗੁਰੂ ਸਾਹਿਬਾਨ ਤੱਤੀਆਂ ਤਵੀਆਂ ਤੇ ਬੈਠੇ ਨੇ ਔਰ ਪੰਡਤਾਂ ਵਾਸਤੇ ਸੀਸ ਦਿੱਤਾ ਹੈ ਦਿੱਲੀ ਦੇ ਵਿੱਚ ਜਾ ਕੇ। ਆਪਾਂ ਇਹ ਛੋਟਾ ਨਾ ਕਰੀਏ ਆਪਦੇ ਇਤਿਹਾਸ ਨੂੰ, ਇਸ ਘਟਨਾ ਨੂੰ ਮੱਸੇ ਰੰਗਣ ਨਾਲ ਲਾ ਕੇ। ਦੂਜੀ ਗੱਲ ਮੈਂ ਇਹ ਕਹਾਂਗਾ ਵੀ ਜਿਹੜਾ ਇਹ ਕਹਿਣਾ ਵੀ ਦੇਖੋ ਜੀ ਸਾਡਾ ਇਤਿਹਾਸ ਤਾਂ ਬਹੁਤ ਜਗ੍ਹਾ ਤੇ ਇਹਨਾਂ ਨੇ ਆਪ ਹੀ, ਜੋ ਆਰਐਸਐਸ ਦਾ ਇੰਟਰਫੇਰੈਂਸ ਹੈ, ਉਹ ਐਸਜੀਪੀਸੀ ਦੀਆਂ ਕਿਤਾਬਾਂ ਚੱਕ ਕੇ ਦੇਖ ਲਓ। ਸੋ ਜਦ ਇੰਨਾ ਕੁਝ ਕਹਿਣਗੇ ਨਾ, ਉਦੋਂ ਫਿਰ ਦੂਜਾ ਪਾਸਾ ਵੀ ਆਉਂਦਾ ਹੈ। ਫਿਰ ਤੁਸੀਂ ਬਾਈਨਰੀ ਕ੍ਰੀਏਟ ਕਰ ਰਹੇ ਹੋ। ਘਟਨਾ ਮਾੜੀ ਹੋਈ ਹੈ, ਉਹਦਾ ਜੋ ਕਰਤਾ ਉਹਦੇ 'ਚ FIR ਦਰਜ ਹੋਊ, ਫਿਰ ਕਿਹੜਾ ਤੋਪ ਚੱਲ ਜਾਣੀ ਹੈ? FIR ਅੱਗੇ ਨਹੀਂ ਦਰਜ ਹੁੰਦੀਆਂ। ਜੇ ਕੋਈ ਬੰਦਾ ਇੰਨੀ ਹਿੰਮਤ ਕਰਦਾ ਹੈ ਕਿ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਦੇ ਅੰਦਰ ਐਡਾ ਜੰਗਲਾ ਟੱਪ ਕੇ ਜਾ ਕੇ ਅੰਦਰ ਇਹੀ ਜੀ ਬਦਮਾਸ਼ੀ ਕਰੇਗਾ, ਮੈਂ ਕਹਾਂਗਾ ਤੁਸੀਂ ਉਹਦੇ ਜੀ ਬਰੂਦ ਬੰਨਿਆ ਹੁੰਦਾ ਫੇਰ ਕੀ ਕਰਦੇ? ਗੱਲ ਇਹ ਹੈ ਕਿ ਉਹਦੀ ਇਹ ਜੁਰਤ ਜਿਹੜੀ ਕਰਨੀ ਹੈ, ਜੇ ਉਹਦਾ ਸਿਰ ਉੱਥੇ ਕਲਮ ਕਰਿਆ ਜਾਂਦਾ ਹੈ, ਮੈਂ ਇਹ ਤਾਂ ਕਹਾਂਗਾ ਵੀ ਉੱਥੇ ਅਸੀਂ ਉਹ ਜਿਹੜੀ ਪਵਿੱਤਰਤਾ ਕਾਇਮ ਰੱਖਣੀ ਹੈ। ਪਰ ਜੇ ਗੁੱਸੇ 'ਚ ਕੋਈ ਕਰ ਦਿੰਦਾ ਹੈ, ਇਹਨਾਂ ਦੋਹਾਂ ਨੂੰ ਇਕੱਠੇ ਨਹੀਂ, ਇਸੇ ਤਰ੍ਹਾਂ ਜਿਹੜਾ ਉਹ ਦੂਜੇ ਪਾਸੇ ਜਵਾਬ ਦਿੱਤਾ ਜਾ ਰਿਹਾ ਹੈ ਵੀ ਕਪੂਰਥਲੇ 'ਚ ਵੀ ਠੀਕ ਹੋਇਆ। ਕਪੂਰਥਲੇ ਦੀ ਘਟਨਾ ਨੂੰ ਤੁਸੀਂ ਹਰਿਮੰਦਰ ਸਾਹਿਬ ਦੀ ਘਟਨਾ ਨਾਲ ਜੋੜੀ ਜਾਂਦੇ ਹੋ। ਉਹ ਇੱਕ ਘਰੇਲੂ ਗੁਰਦੁਆਰਾ ਹੈ, ਉਹ ਥੱਲੇ ਉਹਦਾ ਪਰਿਵਾਰ ਰਹਿੰਦਾ ਹੈ, ਉੱਤੇ ਗੁਰਦੁਆਰਾ ਹੈ।
ਕੋਈ ਬੇਅਦਬੀ ਦਾ ਸਿਵਾਏ ਇਸ ਦੇ ਉਹ ਆਪ ਹੀ ਕਹਿੰਦਾ ਕਿ ਬਿਜਲੀ ਚਲੀ ਗਈ ਸੀ ਜੀ, ਹਨੇਰੇ 'ਚ ਨਿਸ਼ਾਨ ਸਾਹਿਬ ਦੇ ਬਸਤਰ ਚੋਲਾ ਸਾਹਿਬ ਨੂੰ ਉਤਾਰ ਰਿਹਾ ਸੀ। ਇਹ ਗੱਲਾਂ ਨੂੰ ਤੁਸੀਂ ਜੇ ਆਪਾਂ ਇਹ ਮਨਾਵਾਂਗੇ ਵੀ ਇੱਕ ਬੰਦਾ ਹਨੇਰਾ ਹੈ, ਸਾਨੂੰ ਨਹੀਂ ਪਤਾ ਵੀ ਉਹ ਸੱਚੀ ਮੁੱਚੀ ਉਹਨੇ ਚੋਲਾ ਸਾਹਿਬ ਨੂੰ ਉਤਾਰਨ ਦੀ ਕੋਸ਼ਿਸ਼ ਕਰੀ ਹੈ ਨਹੀਂ ਕਰੀ, ਉਹ ਕਹਿੰਦਾ ਹੈ ਬੰਦਾ, ਜਿਹੜਾ ਬੰਦਾ ਉਕਸਾ ਰਿਹਾ ਲੋਕਾਂ ਨੂੰ। ਇੱਕ ਪਾਸੇ ਇਹ ਹੈ, ਇੱਕ ਪਾਸੇ ਸੱਚਖੰਡ ਹਰਮੰਦਰ ਸਾਹਿਬ ਦੇ ਅੰਦਰ ਸੈਂਕਟਮ ਸੈਕਟੋਰਮ ਦੇ ਅੰਦਰ ਜਾਂਦਾ ਬੰਦਾ ਟੱਪ ਕੇ। ਮੈਂ ਤਾਂ ਹੈਰਾਨ ਆ ਵੀ ਅਸੀਂ ਸਿੱਖ, ਅਸੀਂ ਕਿਹੜੀ ਸਾਨੂੰ ਮਤਲਬ ਇੰਨਾ ਵੀ ਨਹੀਂ ਪਤਾ ਲੱਗ ਰਿਹਾ ਵੀ ਅਸੀਂ ਕੀ ਫਰਕ ਕਰ ਰਹੇ ਹਾਂ। ਦੋਵਾਂ ਘਟਨਾਵਾਂ 'ਚ ਤੁਹਾਨੂੰ ਲੱਗਦਾ ਕਿ ਬਹੁਤ ਵੱਡਾ ਫਰਕ ਹੈ? ਉਹਦੇ ਪੁਖਤਾ ਸਬੂਤ ਨੇ, ਹਰਮੰਦਰ ਸਾਹਿਬ ਦੇ ਵਿੱਚ ਪੁਖਤਾ ਸਬੂਤ ਨੇ, ਸਭ ਕੁਝ ਸ਼ਰੇਆਮ ਕੀਤਾ ਹੈ, ਤੇ ਉੱਥੇ ਸ਼ੱਕੀ ਸੀ ਸਾਹਮਣੇ ਸਬੂਤ ਨੇ ਕਪੂਰਥਲਾ 'ਚ ਟੀਵੀ ਕੈਮਰੇ ਲੱਗੇ ਹੋਏ ਨੇ, ਉਹ ਜਾਣਬੁੱਝ ਕੇ ਜਾਂਦਾ ਹੈ, ਔਰ ਉੱਥੇ ਉਹਨੂੰ ਕੋਈ ਕੁੱਟਿਆ ਮਾਰਿਆ ਨਹੀਂ ਜਾਂਦਾ, ਉਹਨੂੰ ਫੜ ਕੇ ਬਾਹਰ ਭੇਜਿਆ ਜਾਂਦਾ ਹੈ। ਇਹ ਵੀ ਦੇਖੋ ਤੁਸੀਂ, ਇੱਥੇ ਤਾਂ ਉਹਦੇ ਡੰਡੇ ਮਾਰੇ ਜਾ ਰਹੇ ਨੇ ਕਪੂਰਥਲੇ ਤਾਂ ਪਹਿਲਾਂ ਹੀ, ਉੱਥੇ ਕੋਈ ਕੁੱਟਮਾਰ ਨਹੀਂ ਹੋ ਰਹੀ। ਆਪਾਂ ਇਹਨੂੰ ਐ ਮਲਾਈਏ ਨਾ। ਔਰ ਦੂਜੀ ਗੱਲ, ਹਰਮੰਦਰ ਸਾਹਿਬ ਦੇ ਵਿੱਚੋਂ ਡਿਟਰਮੀਨੇਸ਼ਨ ਦੇ ਨਾਲ ਬਾਰ-ਬਾਰ ਗੇੜੇ ਨਾਲ ਜਾਂਦਾ ਹੈ। SGPC ਟਾਸਕ ਫੋਰਸ ਨੇ ਵੀ ਦੇਖਿਆ, ਸੋ ਇਹਨੂੰ ਨਾ ਮਲਾਈਏ। ਦੂਜਾ ਜਿਹੜਾ ਸਵਾਲ ਸੀ, ਇਹ ਹਿੰਦੂਆਂ ਨੂੰ ਭੋਰਾ ਫਰਕ ਨਹੀਂ ਪੈਂਦਾ ਇਸ ਗੱਲ ਨਾਲ ਪੰਜਾਬ ਦਿਆਂ ਨੂੰ, ਬਲਕਿ ਹਿੰਦੂਆਂ ਦੇ ਅੰਦਰ ਵੀ ਗੁੱਸਾ। ਮੈਂ ਬਹੁਤ ਸਾਰਿਆਂ ਨਾਲ ਮੇਰੀ ਗੱਲ ਹੋਈ ਹੈ ਵੀ ਯਾਰ ਹੱਦ ਹੋ ਗਈ ਹੈ, ਐਡੀ ਸ਼ਰਮੀ ਲਾਤੀ ਹੈ। ਬਿਲਕੁਲ ਠੀਕ। ਸੋ ਇਹ ਜਿਹੜੀ ਬੀਜੇਪੀ ਇਸ ਤਰੀਕੇ ਨਾਲ ਤਾਂ ਵੋਟ ਪੋਲਰਾਈਜ਼ ਕਰਨਾ ਚਾਹੁੰਦੀ ਹੈ, ਉਹ ਤਾਂ ਨਹੀਂ ਕਰ ਸਕਦੀ। ਮੈਂ ਦੂਜੀ ਗੱਲ ਕਹਿਣਾ, ਇਹ ਬੱਦੂ ਕਰਨ ਦੀ ਕੋਸ਼ਿਸ਼ ਕਰੇਗੀ ਸਿੱਖਾਂ ਨੂੰ। ਸਾਨੂੰ ਉਹ ਤੋਂ ਧਿਆਨ ਰੱਖਣਾ ਚਾਹੀਦਾ ਹੈ। ਸੋ ਜਿੰਨੀ ਅਸੀਂ ਫੈਸਲੇ ਲਈਏ, ਜਿੰਨੀ ਅਸੀਂ ਬਿਆਨਬਾਜ਼ੀ ਕਰੀਏ, ਉਹ ਇਸ ਗੱਲ ਦੀ ਕਰੀਏ ਕਿ ਅਸੀਂ ਆਪਦਾ ਸਿਰ ਉੱਚਾ ਰੱਖੀਏ, ਆਪਣੀ ਪੱਗ ਉੱਚੀ ਰੱਖੀਏ। ਕਰਤਾ ਇੱਥੇ ਊਂ ਹੀ ਲੜਾਈ 'ਚ ਲੋਕ ਮਾਰ ਦਿੰਦੇ ਫੜ ਕੇ ਇੱਕ ਦੂਜੇ ਨੂੰ। ਇਹ ਬੀਜੇਪੀ ਨੇ ਲਿੰਚਿੰਗਾਂ ਕਰੀਆਂ ਨੇ। ਮੈਂ ਇਹ ਨਹੀਂ ਕਹਿੰਦਾ ਵੀ ਜੇ ਬੀਜੇਪੀ ਲਿੰਚਿੰਗ ਕਰਦੀ ਹੈ ਤਾਂ ਸਿੱਖਾਂ ਨੂੰ ਵੀ ਲਿੰਚਿੰਗ ਕਰ ਦੇਣੀ ਸ਼ੁਰੂ ਕਰ ਦੇਣੀ ਚਾਹੀਦੀ ਹੈ। ਇਹ ਮੈਂ ਬਿਲਕੁਲ ਨਹੀਂ ਕਹਿ ਰਿਹਾ, ਪਰ ਬੀਜੇਪੀ ਤਾਂ ਕਰ ਹੀ ਰਹੀ ਹੈ। ਸੋ ਇਸ ਕਰਕੇ ਸਾਨੂੰ ਇਹ ਬੜਾ ਸਪਸ਼ਟ ਹੋਣਾ ਚਾਹੀਦਾ ਹੈ ਕਿ ਸਾਡਾ ਧਰਮ, ਸਾਡਾ ਫਲਸਫਾ ਬਹੁਤ ਹੀ ਉੱਚਾ ਹੈ, ਬਹੁਤ ਹੀ ਉੱਚਾ ਹੈ। ਉਹਦਾ ਮੁਕਾਬਲਾ ਨਹੀਂ ਕਿਸੇ 'ਚ। ਅਸੀਂ ਸਭ ਤੋਂ ਜ਼ਿਆਦਾ ਹਿਊਮਨ ਆ। ਦਰਬਾਰ ਸਾਹਿਬ ਦੇ ਵਿੱਚ 4 ਦਿਨ ਪਹਿਲਾਂ ਮੈਂ ਜਾ ਕੇ ਆਇਆ। ਹਾਂਜੀ ਹਾਂਜੀ। ਅੱਧਾ ਘੰਟਾ ਤਾਂ ਉੱਥੇ ਮੱਥਾ ਟੇਕਣ ਨੂੰ ਲੱਗਦਾ ਅੰਦਰ ਜਾਣ ਨੂੰ। ਅੱਛਾ, ਫਿਰ ਉੱਥੇ ਕੋਈ ਗੋਲਕ ਨਹੀਂ, ਕੋਈ ਪੈਸਾ ਨਹੀਂ ਚੜਾਉਣਾ, ਧੱਕੇ ਨਾਲ ਅੰਦਰ ਗਿਆ। ਮਤਲਬ ਉੱਥੇ ਤਾਂ ਬੰਦਾ ਖੜਾ ਹੋ ਕੇ ਸੀਸ ਨਵਾਉਣ ਨੂੰ ਵੀ ਇੰਨਾ, ਉਹ ਬੰਦਾ ਉਹਦੇ ਪਿੱਛੇ ਉਹ ਆਰਾਮ ਨਾਲ ਖੜਾ ਹੈ। ਇਹ ਘਟਨਾ ਹੋਰ ਹੈ, ਉਹ ਘਟਨਾ ਹੋਰ ਹੈ। ਬਲਕਿ ਮੈਂ ਕਹਾਂਗਾ ਕਪੂਰਥਲੇ ਦੀ ਘਟਨਾ ਨੂੰ ਅੰਜਾਮ ਹੀ ਤਾਂ ਦਿੱਤਾ ਗਿਆ ਹੈ ਕਿ ਇਹ ਘਟਨਾ ਨੂੰ ਛੋਟਾ ਕਰ ਦਿਓ। ਹੋ ਸਕਦਾ ਇਹ ਘਟਨਾ ਵੱਡੀ ਹੈ। ਇਹ ਘਟਨਾ ਤੇ ਸਾਰੇ ਸਿੱਖ ਇਹਦੇ ਵਿੱਚ ਜਾਂਚ ਦਾ ਇੱਕ ਹਿੱਸਾ ਜ਼ਰੂਰ ਹੈ। ਮੇਰੇ ਕੋਲ ਸਮਾਂ ਘੱਟਾ ਭਾਈ ਮਨਜੀਤ ਸਿੰਘ ਜੀ, 30 ਸੈਕਿੰਡ। ਹੁਣ ਤਾਂ ਲੱਗਦਾ ਕਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀਆਂ ਜ਼ਿੰਮੇਵਾਰੀਆਂ ਹੋਰ ਜ਼ਿਆਦਾ ਵੱਧ ਗਈਆਂ ਨੇ, ਹੋਰ ਤੁਹਾਨੂੰ ਧਿਆਨ ਰੱਖਣਾ ਪਏਗਾ। ਪਰ ਸਵਾਲ ਇਹ ਖੜਾ ਹੁੰਦਾ ਹੈ ਕਿ ਜਿਹੜੀ ਸੰਗਤ ਰੂਪ ਦੇ ਵਿੱਚ ਕੋਈ ਆ ਜਾਏਗਾ, ਉਹਦੀ ਪਛਾਣ ਕਿਵੇਂ ਹੋਊਗੀ? ਕਿਵੇਂ ਕਿਸੇ ਨੂੰ ਅਸੀਂ ਰੋਕ ਸਕਦੇ ਹਾਂ ਦਰਬਾਰ ਸਾਹਿਬ ਨਤਮਸਤਕ ਹੋਣ ਤੋਂ? ਕਿਵੇਂ ਕਿਸੇ ਨੂੰ ਅਸੀਂ ਸ਼ੱਕ ਦੀ ਨਜ਼ਰ ਨਾਲ ਦੇਖ ਸਕਦੇ ਹਾਂ ਇਸ ਮੁਕੱਦਸ ਸਥਾਨ ਤੇ ਜਾਣ ਵਾਲੇ ਨੂੰ? ਫਿਰ ਮੈਨੂੰ ਲੱਗਦਾ ਕਿ ਤੁਹਾਡੀ ਜ਼ਿੰਮੇਵਾਰੀ ਹੋਰ ਜ਼ਿਆਦਾ ਵੱਧ ਗਈ ਹੈ। ਮੈਂ ਬੇਨਤੀ ਕਰਨੀ ਚਾਹੁੰਦਾ ਹਾਂ ਕਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਇੱਕ ਅਲਰਟ ਜਾਰੀ ਕਰਤਾ ਹੈ ਜਿਹੜੇ ਸਾਡੇ ਪ੍ਰਬੰਧ ਹੇਠ ਗੁਰਦੁਆਰੇ ਸਾਹਿਬ ਆਉਂਦੇ ਆ ਕਿ ਇੱਥੇ ਵੱਧ ਤੋਂ ਵੱਧ ਇhtiyat ਰੱਖੀ ਜਾਵੇ, ਵੱਧ ਤੋਂ ਵੱਧ ਧਿਆਨ ਰੱਖਿਆ ਜਾਵੇ, ਵੱਧ ਤੋਂ ਵੱਧ ਜਿਹੜਾ ਹੈ ਉਹ ਇਹਦੇ ਤੇ ਵਿਜੀਲੈਂਟ ਜਿਹੜਾ ਹੋਇਆ ਜਾਵੇ। ਦੂਸਰਾ ਮੈਂ ਬੇਨਤੀ ਕਰਨੀ ਚਾਹੁੰਦਾ, ਜਿਹੜੇ ਪਿੰਡਾਂ ਦੇ ਗੁਰਦੁਆਰੇ ਸਾਹਿਬਾਨ ਆ, ਜਿਸ ਤਰ੍ਹਾਂ ਹੁਣੇ ਮੇਰੇ ਤੋਂ ਪਹਿਲਾਂ ਬੋਲਣ ਵਾਲੇ ਬੁਲਾਰੇ ਨੇ ਕਿਹਾ ਹੈ ਕਿ ਆਪਾਂ ਨੂੰ ਇਹ ਪਤਾ ਨਹੀਂ ਲੱਗ ਸਕਦਾ ਕਿ ਸੰਗਤ ਦੇ ਵਿੱਚ ਕੌਣ ਆ ਰਿਹਾ, ਕਿਸ ਤਰ੍ਹਾਂ ਜਾ ਰਿਹਾ ਹੈ। ਆਪਾਂ ਦੇਖ ਸਕਦੇ ਹਾਂ ਕਿਉਂਕਿ ਕਿਸੇ ਦੇ ਮੱਥੇ ਤੇ ਤਾਂ ਇਹੋ ਜਿਹੀ ਗੱਲ ਲਿਖੀ ਨਹੀਂ ਵੀ ਕਿਹਦਾ ਮਨ ਜਿਹੜਾ ਉਹ ਬੇਈਮਾਨ ਤੇ ਚੋਰ ਹੋ ਜਾਣਾ ਤੇ ਉਹਨੇ ਉੱਠ ਕੇ ਤੇ ਇਹੋ ਜਿਹੀ ਘਟਨਾ ਨੂੰ ਅੰਜਾਮ ਦੇ ਦੇਣਾ। ਮੈਂ ਪਿੰਡਾਂ ਦੀਆਂ ਜਿਹੜੀਆਂ ਸਭਾ ਸੁਸਾਇਟੀਆਂ ਨੇ, ਗੁਰਦੁਆਰੇ ਸਾਹਿਬਾਨ ਆ ਪਿੰਡਾਂ 'ਚ, ਉੱਥੇ ਪ੍ਰਬੰਧ ਕਈਆਂ ਥਾਵਾਂ ਤੇ ਘੱਟ ਨੇ, ਲੱਗੇ ਆ CCTV ਕੈਮਰੇ ਲੱਗੇ ਆ, ਪਰ ਉੱਥੇ ਜਿਹੜੇ ਮੁਲਾਜ਼ਮ ਨੇ ਜਾਂ ਉੱਥੋਂ ਦੇ ਪ੍ਰਬੰਧਕ ਨੇ ਉਹ ਥੋੜ੍ਹੇ ਨੇ। ਮੈਂ ਉਹਨਾਂ ਨੂੰ ਬੇਨਤੀ ਕਰਨੀ ਚਾਹੁੰਦਾ ਹਾਂ ਕਿਉਂਕਿ ਇਹ ਸਾਨੂੰ ਪਤਾ ਲੱਗਾ ਕਿ 20 ਦੇ ਕਰੀਬ ਇਹ ਬੰਦੇ ਨੇ 20 ਜਿਹੜੇ ਪੰਜਾਬ ਦੇ ਵਿੱਚ ਇਸ ਵੇਲੇ ਘੁੰਮ ਰਹੇ ਆ, ਕਿਸੇ ਸੋਰਸ ਤੋਂ ਪਤਾ ਲੱਗਾ। ਔਰ ਮੈਂ ਸਾਰੇ ਸਭਾ ਸੁਸਾਇਟੀਆਂ ਨੂੰ, ਗੁਰਦੁਆਰਾ ਪ੍ਰਬੰਧਕ ਕਮੇਟੀਆਂ ਨੂੰ ਔਰ ਬਾਕੀ ਜਿਹੜੇ ਗੁਰਦੁਆਰੇ ਸਾਹਿਬਾਨ ਨੇ ਪਿੰਡਾਂ ਦੇ ਜਾਂ ਕਿਸੇ ਵੀ ਰੂਪ ਵਿੱਚ ਨੇ, ਚਾਹੇ ਕੋਈ ਮੰਦਿਰ ਹੈ ਚਾਹੇ ਕੋਈ ਹੋਰ ਵੀ ਹੈ, ਸੋ ਮੈਂ ਸਾਰੇ ਧਾਰਮਿਕ ਸਥਾਨਾਂ ਵਾਲੇ ਵੀਰਾਂ ਨੂੰ ਕਹਿਣਾ ਚਾਹੁੰਦਾ ਹੈ ਕਿ ਉਹ ਆਪਣੇ
ਇਹ ਸਥਾਨਾਂ ਦਾ ਜਿਹੜਾ ਹੈ ਉਹ ਇੱਕ ਠਿਕਰੀ ਪਹਿਰਾ ਦੇਣ ਔਰ ਪਿੰਡਾਂ 'ਚ ਜਥੇ ਬਣਾਉਣ ਔਰ ਪਿੰਡਾਂ ਦੇ ਵਿੱਚ ਗੁਰਦੁਆਰੇ ਸਾਹਿਬਾਨ ਦਾ ਧਿਆਨ ਰੱਖਣ ਔਰ ਸਾਰੇ ਇਹ ਜ਼ਿੰਮੇਵਾਰੀ ਨੂੰ ਗੁਰੂ ਗ੍ਰੰਥ ਸਾਹਿਬ ਦੇ ਸਤਿਕਾਰ ਨੂੰ ਕਾਇਮ ਰੱਖਣ ਵਾਸਤੇ ਜਿਹੜਾ ਹੈ ਉਹ ਪਿੰਡ ਵਾਈਜ਼ ਔਰ ਸੁਸਾਇਟੀਆਂ ਬਣਾ ਕੇ ਔਰ ਜਥੇ ਬਣਾ ਕੇ ਜਿਹੜਾ ਹੈ ਉਹ ਪਿੰਡਾਂ ਦੇ ਵਿੱਚ ਗੁਰਦੁਆਰਿਆਂ ਸਾਹਿਬ ਦਾ ਪ੍ਰਬੰਧ ਜਿਹੜਾ ਉਹ ਬਹੁਤ ਸੰਭਾਲਣਾ ਸਾਰੀਆਂ- ਔਰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਜਿਹੜੀ ਹੈ ਬਿਲਕੁਲ ਠੀਕ ਹੈ। ਬਹੁਤ ਸਾਰੀਆਂ ਤਾਕਤਾਂ ਭਾਈ ਮਨਜੀਤ ਸਿੰਘ ਜੀ ਅਜਿਹੀਆਂ ਨੇ, ਬੜੀਆਂ ਸਾਰੀਆਂ ਏਜੰਸੀਆਂ ਅਜਿਹੀਆਂ ਹੋਣਗੀਆਂ ਜਿਹੜੀਆਂ ਪੰਜਾਬ ਦਾ ਮਾਹੌਲ ਇਸ ਤਰੀਕੇ ਨਾਲ ਖਰਾਬ ਕਰਨਾ ਚਾਹੁੰਦੀਆਂ ਨੇ, ਕਿਉਂਕਿ ਇੱਕ ਸੌਫਟ ਟਾਰਗੇਟ ਲੱਭ ਜਾਂਦਾ ਹੁੰਦਾ ਇਹਨਾਂ ਲੋਕਾਂ ਨੂੰ ਕਿ ਧਰਮ ਦੇ ਨਾਮ ਤੇ ਇਹਨਾਂ ਲੋਕਾਂ ਨੂੰ ਲੜਾਇਆ ਜਾਵੇ, ਪਾੜ ਪਾਇਆ ਜਾਵੇ, ਉਹ ਸੌਫਟ ਟਾਰਗੇਟ ਤੇ ਹਮਲਾ ਕੀਤਾ ਜਾਵੇ, ਜਿਸ ਤੋਂ ਬਾਅਦ ਪ੍ਰੋਵੋਕੇਸ਼ਨ ਹੋਵੇ, ਲੋਕ ਭੜਕਣ ਤੇ ਭੜਕਣ ਤੋਂ ਬਾਅਦ ਅਜਿਹੇ ਕਾਰੇ ਕਰਨ। ਬਹੁਤ ਬਹੁਤ ਧੰਨਵਾਦ ਸਾਰੇ ਮਹਿਮਾਨਾਂ ਦਾ ਇਸ ਪੂਰੀ ਵਿਚਾਰ ਚਰਚਾ ਦੇ ਵਿੱਚ ਜੁੜੇ ਰਹਿਣ ਦੇ ਲਈ। ਔਰ ਅਸੀਂ ਵੀ ਸੰਗਤ ਨੂੰ, ਲੋਕਾਂ ਨੂੰ ਅਪੀਲ ਕਰਦੇ ਹਾਂ ਕਿ ਅਜਿਹੀਆਂ ਤਾਕਤਾਂ ਦੇ ਖਿਲਾਫ ਇਕਜੁੱਟ ਹੋ ਕੇ ਖੜਾ ਹੋਣਾ ਪਏਗਾ, ਬਹੁਤ ਧਿਆਨ ਰੱਖਣਾ ਪਏਗਾ। ਬੜਾ ਗੰਭੀਰ ਸਥਿਤੀ, ਗੰਭੀਰ ਸਿਚੁਏਸ਼ਨ ਦੇ ਵਿੱਚੋਂ ਪੂਰਾ ਪੰਜਾਬ ਲੰਘ ਰਿਹਾ ਔਰ ਸਥਿਤੀ ਨੂੰ ਸੰਭਾਲਣਾ ਅਸੀਂ ਸਭ ਨਹੀਂ ਹੈ। ਦੇਸ਼ ਦੁਨੀਆ ਦੀ ਬਾਕੀ ਖਬਰਾਂ ਲਈ ਬਣੇ ਰਹੋ PTC ਨਿਊਜ਼ ਦੇ ਨਾਲ। ਧੰਨਵਾਦ। Presented by KEI Wires and Cables, हर टेंशन सहे चलती रहे।